ਇੱਕ ਅਸੀਂ ਵਰਗੇ ਇਸ ਹੁੰਦੇ ਨੇ। ਟਾਈਮ ਉਹ ਇਸ ਟਾਈਮ ਹਾਲਤ ਜੰਗ 'ਚ ਹੀ ਹਾਂ, ਠੀਕ ਹੈ। ਮੁਖਾਲਫਿਨ ਸਾਡੇ ਸਾਹਮਣੇ ਬੈਠੇ ਨੇ, ਅਸੀਂ ਉਹਨਾਂ ਦੇ ਨਾਲ ਲੜ ਰਹੇ ਹਾਂ, ਦਲਾਇਲ ਦਾ ਮੁਕਾਬਲਾ ਕਰ ਰਹੇ ਹਾਂ, ਠੀਕ ਹੈ। ਇਸ ਟਾਈਮ ਟ੍ਰਾਇਲ ਇਹ ਦਾ ਪਲੈਟਫਾਰਮ ਕਰ ਸਕਦੇ ਆ। ਹਾਂ, ਅਸੀਂ ਉਹ ਮੁਖਾਲਫਿਨ ਦੀ ਨਾਲ ਲੜਾਈ ਛੱਡ ਕੇ ਤੇ ਆਪਸ 'ਚ ਨਹੀਂ ਲੜ ਸਕਦੇ, ਇਹ ਮਸਲਾ ਹੈ। ਉਸ ਦਿਨ ਮੋਹਸਨ ਮੇਰੇ ਨਾਲ ਲੜਨ ਲੱਗਾ ਸੀ ਨਾ, ਤੇ ਇਹਦਾ ਮੀਨਵਾਈਲ ਆ ਗਏ ਟਾਇਰ ਟੋਨੀ ਸਾਹਿਬ, ਇਹਨਾਂ ਦੀ ਆਪਸ ਸ਼ੁਰੂ ਹੋ ਗਈ ਤੇ ਮੀਆਂ ਨੇ ਆਖਿਆ ਅਮਰ ਤੂੰ ਜਾ, ਫਿਰ ਅਸੀਂ ਹੁਣ ਆਪਸ ਨਿਬੜ ਲੈਣੇ। ਇਹ ਚੀਜ਼ ਨਹੀਂ ਹੁੰਦੀ, ਇਹ ਨੁਕਸਾਨ ਪਹੁੰਚਾਉਂਦੀ ਹੈ ਆਪਸ 'ਚ ਜਿਹੜਾ ਅੱਛਾ, ਨਾ ਅਗਰ ਹਾਲਤ ਤੇ ਜੰਗ ਹੋਵੇ, ਇਮਤਿਆਜ਼ ਸਾਹਿਬ, ਅਗਰ ਹਾਲਤ ਤੇ ਜੰਗ ਹੋਵੇ ਤੇ ਕਿਆ ਅਕੀਦਾ ਤੌਹੀਦ ਜਿਹੜਾ ਉਹਨੂੰ ਬਦਲਿਆ ਜਾ ਸਕਦਾ ਹੈ? ਸਰ ਹਾਲਤ ਜੰਗ ਅਕੀਦੇ ਦੀ ਗੱਲ ਨਹੀਂ, ਜੰਗ ਦੇ ਵਿੱਚ ਤਲਵਾਰਾਂ ਅਗਰ ਇਸਤੇਮਾਲ ਕਰ ਰਿਹਾ ਇੱਕ ਬੰਦਾ, ਠੀਕ ਹੈ, ਤੇ ਮਗਰੋਂ ਇੱਕ ਦੂਜਾ ਬੰਦਾ ਤਲਵਾਰ ਲੈ ਕੇ ਪਿੱਛੋਂ ਚੁੰਮੜ ਦੇਵੇ ਤੇ ਆਖਿਓ ਛੱਡ ਇੱਧਰ ਆ, ਪਹਿਲਾਂ ਉੱਧਰ ਕਿਤੇ ਲੜਨਾ, ਪਹਿਲਾਂ ਮੇਰੇ ਨਾਲ ਲੜ, ਤੇਰੀ ਤਲਵਾਰ ਤੇ ਇੰਨੀ ਜੋਗੀ ਨਹੀਂ ਹੈ, ਠੀਕ ਹੈ। ਉਧਰੋਂ ਭਾਵੇਂ ਦੂਜਾ ਬੰਦਾ ਆਏ, ਉਹ ਆ ਕੇ ਗਾਟਾ ਹੀ ਲਾ ਖੜੇ, ਠੀਕ ਹੈ। ਠੀਕ ਗੱਲ ਹੈ, ਪਰੇਸ਼ਾਨੀ ਤੇ ਬਣ ਜਾਂਦੀ ਹੈ। ਇਹ ਪਰੇਸ਼ਾਨੀ ਵਾਲੀ ਗੱਲ ਹੈ। ਠੀਕ ਹੈ, ਲੇਕਿਨ ਅਮਰ ਭਾਈ ਮਸਲਾ ਇਹ ਵੇ ਨਾ, ਹੁਣ ਸਾਡੀ ਜੰਗ ਕਿਹਨਾਂ ਨਾਲ ਹੈ, ਜਿਹੜੇ ਨਬੀ ਮੰਨਦੇ ਨੇ ਜਿਹੜੇ ਨਹੀਂ ਮੰਨਦੇ ਨੇ। ਇਹੋ ਹੀ ਤਾਂ ਕਨਫਿਊਜ਼ਨ ਹੈ ਨਾ, ਤੁਹਾਡੀ ਜੰਗ ਉਹਨਾਂ ਦੇ ਨਾਲ ਹੈ ਜਿਹੜੇ ਉਹਨਾਂ ਨੂੰ ਮੰਨਦੇ ਨੇ, ਠੀਕ ਹੈ। ਜਿਹੜੇ ਮੰਨਦੇ ਨੇ ਉਹਨਾਂ ਨਾਲ ਵੀ ਤੇ ਜਿਹੜੇ ਨਹੀਂ ਮੰਨਦੇ ਉਹਨਾਂ ਨਾਲ ਵੀ, ਸਾਰਿਆਂ ਨਾਲ। ਨਹੀਂ, ਜਿਹੜੇ ਮੰਨਦੇ ਨੇ ਉਹਨਾਂ ਨੂੰ, ਜਿਹੜੇ ਕਿ ਮਿਰਜ਼ਾ ਸਾਹਿਬ ਤੇ ਈਮਾਨ ਲਿਆਉਂਦੇ ਨੇ, ਉਹ ਉਹਨਾਂ ਨਾਲ ਜੋ ਨਹੀਂ, ਜਿਹੜਾ ਇਹਨਾਂ ਨੂੰ ਕਿਸੇ ਵੀ ਸ਼ਕਲ ਚ ਮੰਨਦੇ ਨੇ, ਭਾਵੇਂ ਨਬੀ ਮੰਨਦੇ ਨੇ, ਭਾਵੇਂ ਮੁਜੱਦਦ ਮੰਨਦੇ ਨੇ, ਠੀਕ ਹੈ, ਜੋ ਵੀ ਮੰਨਦੇ ਨੇ, ਤੁਹਾਡੀ ਜੰਗ ਉਹਨਾਂ ਦੇ ਨਾਲ ਹੀ। ਤੇ ਬਹੁਤ ਸ਼ੁਕਰੀਆ, ਜਜ਼ਾਕੱਲਾ। ਟਾਈਮ ਦੇਣ ਦਾ, ਮੈਂ ਜ਼ਰਾ ਮਸਰੂਫ ਹੋਣਾ, ਮੋਬਾਈਲ ਪਿੱਛੇ ਜਾਣਾ। ਨਹੀਂ, ਮੁਸ਼ਕਿਲ ਸਵਾਲ ਵੀ ਮੁਸ਼ਕਿਲ ਸੀ। ਨਹੀਂ, ਇਹ ਜਿਹੜਾ ਮਸਲਾ ਹੈ ਨਾ, ਉਹਨਾਂ ਨੂੰ ਆਪਣੀ ਪਈ ਇਹ ਚੀਮਾ ਕਿਹੜਾ ਕੋਈ ਐਡਾ ਵੱਡਾ ਧਰਨਾਟੇ ਉੱਤੇ ਲੈ ਕਹਿਣ ਲੱਗਾ, ਵਜ਼ਨ ਲੈ ਕੇ। ਉਹਨਾਂ ਨੂੰ ਇਹ ਮਿਰਜ਼ਾ ਸਾਹਿਬ ਦੇ ਦਾਅਵੇ ਦਾ ਜਿਹੜਾ ਮਸਲਾ ਬਣ ਗਿਆ, ਜਦ ਤੱਕ ਉਹ ਕਲੀਅਰ ਨਾ ਹੋਵੇ, ਚੀਮੇ ਨੂੰ ਕੀ ਕਰਨ? ਚੀਮੇ ਨੂੰ ਤੇ ਇਹੀ ਆਣਾ ਚਾਹੀਦਾ ਨਾ, ਦਫਾ ਹੋ ਜਾ, ਖਾਮੋਸ਼ ਹੋ ਜਾ, ਸਾਡੀ ਆਪਣੀ ਗੱਲ ਹੀ ਹੁੰਦੀ ਪਈ ਹੈ। ਸਾਨੂੰ ਆਪ ਨਹੀਂ ਪਤਾ ਪਿਆ ਲੱਗਦਾ ਵੀ ਮਿਰਜ਼ਾ ਸਾਹਿਬ ਦਾ ਦਾਅਵਾ ਹੈ ਕਿ ਨਹੀਂ। ਤੂੰ ਆਪਣਾ ਦਾਅਵਾ ਲੈ ਕੇ ਆ ਗਿਆ, ਜਿਹੜਾ ਮਿਰਜ਼ਾ ਸਾਹਿਬ ਦਾ ਦਾਅਵਾ ਹੈ ਉਹ ਕਲੀਅਰ ਨਹੀਂ ਪਿਆ ਹੁੰਦਾ, ਤੇ ਤੂੰ ਆਣਾ ਮੈਨੂੰ ਵੀ ਮੰਨੋ, ਜੇ ਨਾ ਮੰਨੋ ਤੁਹਾਡਾ ਬੇੜਾ ਗਰਕ ਹੋ ਜਾਏਗਾ। ਇਹ ਚੰਗੀ ਗੱਲ ਹੈ। ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਨਾ ਮਿਰਜ਼ਾ ਬਸ਼ੀਰਉੱਦੀਨ ਮਹਿਮੂਦ ਤੇ ਇਤਬਾਰ ਨਹੀਂ ਸੀ, ਉਹਨਾਂ ਐਵੇਂ ਹੀ ਕਾਗਜ਼ ਹੀ ਕਾਲੇ ਕੀਤੇ ਨੇ, ਹਕੀਕਤ ਨਬੂਵਤ ਦੇ ਦੋ ਹਿੱਸੇ ਕੌਲੁਲ ਫਸਲ ਲਿਖ ਕੇ। ਨਹੀਂ ਭਾਈ, ਹਕੀਕਤ ਇਹ ਵੇ ਕਿ ਇਹਨਾਂ ਨੇ ਰੂਹਾਨੀ ਖਜ਼ਾਨ ਕਦੀ ਇੰਨੀ ਪੜ੍ਹੀ ਨਹੀਂ ਸੀ ਜਿੰਨੀ ਤੁਸੀਂ ਇਹਨਾਂ ਨੂੰ ਪੜ੍ਹਾਤੀ ਏ। ਇਹ ਹੁਣ ਇਹਨਾਂ ਨੂੰ ਸਮਝ ਆਈ ਹੈ ਥੋੜੀ ਬਹੁਤ, ਤੇ ਆਪਸ 'ਚ ਸ਼ੁਰੂ ਹੋ ਗਏ ਨੇ, ਵਰਨਾ ਇਹਨਾਂ ਨੂੰ ਰਲੇ ਮਿਲੇ ਇੱਦਾਂ ਨਹੀਂ। ਉਹ ਮਿਰਜ਼ਾ ਕਦੀਆਨੀ ਦੀਆਂ ਗੱਲਾਂ ਹੀ ਨੇ ਨਾ, ਵੇਖੋ ਤੁਹਾਨੂੰ ਦੱਸਣੀਆਂ ਕਿ ਮਿਰਜ਼ਾ कदयानी एक दफ़ा कहता है कि जैल मुखालफ मुझ पर इल्ज़ाम लगाते हैं कि ये शख्स नबूवत का मुदई है। ये हो गया जैल मुखालफा का इल्ज़ाम। अपने मुरीद ने लोगों के सामने इनकार कर दिता है कि दावा नबूवत का नहीं, तुम कहता है गल भी ठीक नहीं है। ਹੁਣ ਜਾਂ ਤਾਂ ਮੁਖਾਲਫਾਂ ਦਾ ਇਲਜ਼ਾਮ ਸੱਚ ਹੈ ਤੇ ਜਾਂ ਮੁਰੀਦ ਸੱਚ ਹੈ, ਦੋਵਾਂ ਦੀ ਇੱਕ ਗੱਲ ਹੀ ਹੋਣੀ ਹੈ ਨਾ। ਇਹ ਗੱਲਾਂ ਬਿਲਕੁਲ ਠੀਕ ਨੇ, ਇਹ ਸਾਰੀਆਂ ਪੜ੍ਹੀਆਂ ਨੇ। ਗੱਲ ਇਹ ਵੇ ਕਿ ਇਹਨਾਂ ਨੇ ਜਿਹੜੀ ਇਹਨਾਂ ਦੀ ਜਨਰੇਸ਼ਨ ਨਸਲ ਚੱਲ ਰਹੀ ਹੈ ਨਾ, ਔਰ ਪਿਛਲੀ ਵੀ, ਇਹਨਾਂ ਖੁਦ ਇਹ ਚੀਜ਼ਾਂ ਨਹੀਂ ਸੀ ਪੜ੍ਹੀਆਂ। ਇਹਨਾਂ ਨੂੰ ਜੋ ਇਹਨਾਂ ਨੂੰ ਦੱਸ ਦਿੱਤਾ ਜਾਂਦਾ ਹੈ ਮੁਰੱਬੀਆਂ ਦੇ ਥਰੂ ਜਾਂ ਇਹਨਾਂ ਦੀ ਕਲਾਸਾਂ ਦੇ ਵਿੱਚ, ਇਹਨਾਂ ਦੇ ਜਿਹੜਾ MTA ਚੱਲਦਾ ਹੈ, ਇਹ ਉਹਨੂੰ ਮੰਨ ਕੇ ਚੱਲ ਰਹੇ ਨੇ ਕਿ ਠੀਕ ਹੈ ਬਈ। ਆ ਜਾ ਕੇ ਇਹਨਾਂ ਕੋਲ ਇਹੀ ਇੱਕ ਸਵਾਲ ਹੁੰਦਾ ਸੀਗਾ ਕਿ ਵਫਾਤ ਮਸੀਹ ਤੇ ਗੱਲ ਕਰ ਲਓ, ਤੇ ਜਾਂ ਜਿਹੜੀ ਉਹ ਸਦਾਕਤ ਤੇ ਗੱਲ ਕਰ ਲਓ,
ਤੇ ਉਹ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਗੱਲਾਂ ਇਹ ਵੀ ਲਿਖ ਕੇ ਗਏ ਨੇ। ਉਹ ਹੁਣ ਸਮਝ ਆਈਆਂ ਨੇ ਤੇ ਆਪਸ 'ਚ ਇਹਨਾਂ ਨੂੰ ਸਮਝ ਹੁਣ ਬੈਠੇ ਨੇ, ਦੇਖੋ ਤੁਹਾਡੇ ਸਾਹਮਣੇ ਹੁਣ ਜਿਹੜਾ ਇਹਨਾਂ ਤੋਂ ਜਿੱਤੇਗਾ ਉਹਨਾਂ ਨਾਲ ਮੁਕਾਬਲਾ ਹੈ ਫਿਰ। ਨਹੀਂ ਇਹ ਤਾਂ ਧੜੇਬਾਜ਼ੀ ਵਾਲਾ ਸੀਨ ਹੋ ਨਾ ਅਮਰ ਭਾਈ ਤੇ ਨਹੀਂ ਭਾਈ, ਇਹ ਤਾਂ ਹੁਣ ਪੂਰਾ ਧੜੇਬਾਜ਼ੀ ਵਾਲਾ ਸੀਨ ਹੋ ਗਿਆ। ਗਰੋਹ ਤੇ ਗਰੋਹ ਮਾਰ ਧੜਾ ਬਾਜ਼ੀ ਕੇ ਬੜਾਸਨ ਯਾਰ ਇਹ ਕੇ ਗੱਲ ਕਰੋ ਅਮਰ ਭਾਈ। ਮੈਂ ਨਵੀਂ ਗੱਲ ਕਰਨੀ ਹੈ ਪਰ ਟਾਈਮ ਹੀ ਨਹੀਂ ਲੱਗਦਾ ਫਿਰ। ਰਾਜੂ ਭਾਈ ਜੀ ਕਰ ਲਓ ਪਹਿਲਾਂ, ਤੁਸੀਂ ਆਏ ਹੋ, ਤੁਸੀਂ ਕੰਮ ਸ਼ਮ ਕਰਨਾ ਹੁੰਦੇ ਨਾਲ, ਅਸੀਂ ਤੇ ਵਿਹਲੇ ਆਣਾ ਸੀ ਕਿਹੜਾ ਪੰਜਾਬ ਤੇ ਓਵਰਲੋਡ ਹੈ ਗੱਡੀ, ਸਿਰਫ 320 ਕੁਇੰਟਲ ਦੀ ਬਜਾਏ 330 ਕੁਇੰਟਲ ਹੋਇਆ ਵਿੱਚ ਵਜ਼ਨ। ਮੈਂ ਕਿਹਾ ਅਮਰ ਭਾਈ 10 ਕੁਇੰਟਲ ਵਜ਼ਨ। ਤੁਹਾਨੂੰ ਯਾਦ ਹੋਏਗਾ ਕਿ ਮੈਨੂੰ ਪਹਿਲੀ ਵਾਰ ਤੁਹਾਡੀ ਮੇਰੀ ਗੱਲ ਹੋਈ ਜਦੋਂ ਮੈਂ ਕਿਹਾ ਸੀ ਕਿ ਬਚਪਨ ਤੋਂ ਹੀ ਪਤਾ ਹੈ ਕਿ ਨਬੀ ਨਹੀਂ ਮੰਨਦੇ ਸੀ, ਯਾਦ ਹੋਏ ਗੱਲ? ਹਾਂਜੀ ਹਾਂਜੀ। ਇਹ ਸਾਡੇ ਲਈ ਗੱਲ ਅਸੀਂ ਮੁਰੱਬੀਆਂ ਕੋ ਪੁੱਛਿਆ, ਜ਼ਿਲ੍ਹੇ ਹੀ ਮੁਰੱਬੀਆਂ ਕੋ ਪੁੱਛਿਆ, ਸ਼ਹਿਰ ਦੇ ਮੁਰੱਬੀਆਂ ਕੋ ਪੁੱਛਿਆ, ਸਾਨੂੰ ਕਦੀ ਕਿਸੇ ਨੇ ਨਹੀਂ ਕਿਹਾ ਸੀ ਕਿ ਅਸੀਂ ਨਬੀ ਮੰਨਦੇ ਹਾਂ। ਸਾਨੂੰ ਹਮੇਸ਼ਾ ਹੀ ਕਿਹਾ ਕਿ ਮੁਹੰਮਦ ਹੀ ਮੰਨਦੇ ਹਾਂ ਬਸ। ਅੱਜ ਵੀ ਜਿਹੜੇ ਬੋਰਡ ਹਰ ਜਗ੍ਹਾ ਇੰਗਲੈਂਡ ਵਿੱਚ ਲੱਗੇ ਦੇ ਨੇ ਨਾ, ਉਹ ਇਹੀ ਲੱਗੇ ਦੇ ਨੇ ਕਿ ਮਸਾਇਆ ਹੈਜ਼ ਕਮ, ਕਿਧਰੇ ਨਹੀਂ ਲਿਖਿਆ ਕਿ ਨਬੀ ਹੈਜ਼ ਕਮ। ਸਾਡਾ ਮੌਕਫ ਸਹੀ ਹੈਗਾ ਵੇ, ਕਿਉਂਕਿ ਅਸੀਂ ਤਾਂ ਉਦੋਂ ਸਾਡੇ ਕਲਾਸਾਂ ਦੇ ਸਕੂਲ 'ਚ ਬੱਚੇ ਪੁੱਛਦੇ ਨੇ ਸਾਡੇ ਕੋਲ ਕਿ ਤੁਸੀਂ ਨਬੀ ਮੰਨਦੇ ਹੋ, ਤੇ ਅਸੀਂ ਆ ਕੇ ਘਰਾਂ 'ਚ ਪੁੱਛਨੇ ਸਾਂ ਕਿ ਸਾਨੂੰ ਦੱਸੋ ਕਿ ਅਸੀਂ ਨਬੀ ਮੰਨਦੇ ਹਾਂ ਕਿ ਨਹੀਂ ਮੰਨਦੇ। ਤੇ ਈਵਨ ਕਿ ਸਾਡੇ ਜ਼ਿਲ੍ਹੇ ਹੀ ਨਬੀਆਂ ਮੁਰੱਬੀਆਂ ਨੇ ਸਾਨੂੰ ਕਿਹਾ ਹੈ ਕਿ ਅਸੀਂ ਨਬੀ ਨਹੀਂ ਮੰਨਦੇ। ਇਹ ਗੱਲ ਤੁਹਾਡੀ 100% ਠੀਕ ਹੈ ਰਾਜੂ ਸਾਹਿਬ। ਇਹ ਇਹਨਾਂ ਦੇ ਪਿਛਲੇ ਤੁਸੀਂ ਅਗਰ ਬਜ਼ੁਰਗਾਂ ਨਾਲ ਵੀ ਗੱਲ ਕਰੋਗੇ ਨਾ ਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਨਹੀਂ ਪਤਾ, ਕਿਉਂਕਿ ਕਦੀ ਦੱਸੀ ਨਹੀਂ ਗਈ ਇਹ ਗੱਲ। ਇਹ ਬਹੁਤ ਬਾਅਦ 'ਚ ਆ ਕੇ ਹੁਣ ਗੱਲਾਂ ਖੁੱਲੀਆਂ ਨੇ। ਇਹਨਾਂ ਦੇ ਪੁਰਾਣੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਇਹ ਗੱਲ ਨਹੀਂ ਸੀ ਦੱਸੀ ਗਈ ਇਸ ਤਰ੍ਹਾਂ। ਗੱਲ ਮੈਂ ਇਹ ਕਰਨ ਲੱਗਾ ਸੀ ਕਿ ਨਈਮ ਭਾਈ ਨੇ ਜਿਹੜਾ ਕਿਹਾ ਨਾ ਬਈ ਬਸ਼ੀਰੁੱਦੀਨ ਮਹਿਮੂਦ ਅਹਿਮਦ ਨੇ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਦੀ ਗੱਲਾਂ ਦੀ ਵਜ਼ਾਹਤ ਕੀਤੀ ਹੈ, ਉਹਨੇ ਫਿਰ ਵਰਕੇ ਹੀ ਕਾਲੇ ਕੀਤੇ ਨੇ, ਉਹਦੀ ਗੱਲ ਸਮਝ ਲਓ। ਨਈਮ ਭਾਈ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਤੇ ਨਵੀਂ ਗੱਲ ਦੱਸਾਂ, ਮਿਰਜ਼ਾ ਸਾਹਿਬ ਸੱਚੀ ਹੋਈ ਸੀ ਜਾਂ ਨਵੀਂ ਹੋਈ ਸੀ, ਕੋਈ ਨਾ ਕੋਈ ਤਾਂ ਸੀ ਨਾ, ਦੋਵੇਂ ਗੱਲਾਂ ਹੋ ਸਨ ਇਨਸ਼ਾਅੱਲਾ, ਨਵੀਂ ਵੀ ਹੋ ਸੀ ਤੇ ਸੱਚੀ ਵੀ ਹੋ ਸੀ। ਮਿਰਜ਼ਾ ਸਾਹਿਬ ਦੀਆਂ ਗੱਲਾਂ ਦੇ ਵਿੱਚ ਕੰਟਰਾਡਿਕਸ਼ਨ ਸੀ, ਇਹ ਉਹਨਾਂ ਨੂੰ ਮੁਰੀਦਾਂ ਨੂੰ ਵੀ ਪਤਾ ਸੀ, ਲੇਕਿਨ ਇਤਰਾਮ ਦੇ ਮਾਰੇ ਬੋਲਦੇ ਨਹੀਂ ਸੀ। ਅੱਜ ਮੈਂ ਤੁਹਾਨੂੰ ਗੱਲ ਦੱਸਾਂ, ਹਕੀਮ ਨੂਰਦੀਨ ਹੋਰੀ, ਮੁਨਸ਼ੀ ਅਬਦੁਲ ਕਰੀਮ ਸਿਆਲਕੋਟੀ ਹੋਰੀ, ਮੌਲਵੀ ਮੁਹੰਮਦ ਅਲੀ ਲਾਹੌਰੀ ਹੋਰੀ ਬੋਲਦੇ ਨਹੀਂ ਸੀ ਇਤਰਾਮ ਦੀ ਵਜ੍ਹਾ ਤੋਂ। ਜਿਸ ਤਰ੍ਹਾਂ ਉਹ ਆਂਦਾ ਵੀ ਅਸੀਂ ਤਾਂ ਸਾਡੇ ਸਾਹਮਣੇ ਤਾਂ ਖਿਲਾਫਤ ਵੀ ਸ਼ੁਰੂ ਹੋ ਗਈ ਸੀ, ਨਹੀਂ ਬੋਲੇ ਵੀ ਚਲੋ ਹੁਣ ਜੋ ਕੁਝ ਹੋ ਗਿਆ ਹੋ ਗਿਆ। ਐਸੇ ਤਰ੍ਹਾਂ ਮਿਰਜ਼ਾ ਸਾਹਿਬ ਦੀਆਂ ਜਿਹੜੀਆਂ ਨੇ ਨਾ ਨਬੂਵਤ ਦੇ ਬਾਰੇ ਗੱਲਾਂ, ਇਹ ਉਹਨਾਂ ਦੇ ਮਰੀਦਾਂ ਨੂੰ ਵੀ ਪਤਾ ਸੀ ਕਿ ਇਹ ਗੱਲਾਂ ਠੀਕ ਨਹੀਂ ਹੈ, ਲੇਕਿਨ ਉਹ ਇਤਰਾਮ ਦੀ ਵਜ੍ਹਾ ਤੋਂ ਨਹੀਂ ਸੀ ਬੋਲਦੇ। ਜਿਸ ਤਰ੍ਹਾਂ ਹਕੀਮ ਨੂਰਦੀਨ ਨੇ ਇੱਕ ਜਗ੍ਹਾ ਦੇ ਉੱਤੇ, ਲਾਹੌਰੀਆਂ ਕੋਲ ਬਿਆਨ ਹੈ ਫੀ ਸ਼ੇਖ ਅਹਿਮਦ ਤੇ ਲੱਭ ਜੇਗਾ, ਮੈਂਸ਼ਨ ਵੀ ਕੀਤਾ ਹੈ ਹਕੀਮ ਨੂਰਦੀਨ ਨੇ ਕਿ ਮਿਰਜ਼ਾ ਸਾਹਿਬ ਦੀ ਜਿਹੜੀ ਫਲਾਣੀ ਗੱਲ ਹੈ ਨਾ, ਹਜ਼ਰਤ ਸਾਹਿਬ ਦੀ ਗੱਲ ਨਾਲ ਮੈਂ ਇਖਤਲਾਫ ਕਰਦਾ ਸਾਂ, ਲੇਕਿਨ ਮੈਂ ਖਾਮੋਸ਼ੀ ਇਖਤਿਆਰ ਕਰ ਲਈ ਉਹਨਾਂ ਦੀ ਗੱਲ ਸੁਣ ਕੇ ਤੇ ਮੈਂ ਚੁੱਪ ਕਰ ਗਿਆ। ਤੇ ਬਾਜ਼ ਗੱਲਾਂ ਚ ਖੁਦ ਹਕੀਮ ਨੂਰਦੀਨ ਨੂੰ ਕਹਿੰਦੇ ਸੀ ਵੀ ਤੁਸੀਂ ਦੱਸੋ ਜੀ ਮਸਲਾ, ਇਹ ਫਲਾਣਾ ਮਸਲਾ ਮੌਜਜ਼ੇ ਦੇ ਬਾਰੇ ਤੁਸੀਂ ਗੱਲ ਦੱਸੋ ਜੀ, ਕੀ ਮਸਲਾ ਹੈ, ਸ਼ਰੀਅਤ ਕੀ ਕਹਿੰਦੀ। ਇਹਨਾਂ ਗੱਲਾਂ ਦੇ ਵਿੱਚ ਜੋ ਸਿਚੁਏਸ਼ਨ ਮਿਰਜ਼ਾ ਸਾਹਿਬ ਨਾਲ ਬਣੀ ਤੇ ਉਹਨਾਂ ਦੇ ਮਰੀਦ ਇਤਰਾਮ ਦੇ ਮਾਰੇ ਬੋਲਦੇ ਨਹੀਂ ਸੀ ਨਾ, ਸੇਮ ਤਾਰੀਖ ਨੇ ਦੁਹਰਾਇਆ ਬਸ਼ੀਰੁੱਦੀਨ ਮਹਿਮੂਦ ਅਹਿਮਦ ਦੇ ਦੌਰ 'ਚ। ਯਾਨੀ ਉਹਨੇ ਵੀ ਕਿਤਾਬਾਂ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਨੇ ਨਾ ਭਾਈਜਾਨ, ਉਹਨਾਂ ਦੇ ਅੰਦਰ ਵੀ ਬਹੁਤ ਜ਼ਿਆਦਾ ਤਨਾਕੁਸ ਪਾਇਆ ਜਾਂਦਾ ਹੈ, ਲੇਕਿਨ ਮੁਰੀਦ ਡਰਦੇ ਬੋਲਦੇ ਨਹੀਂ ਸੀ ਕਿ ਜੇ ਉਹਨੂੰ ਝੂਠਿਆਂ ਕਰਾਂਗੇ ਕਿ ਖਲੀਫਾ ਸਾਹਿਬ ਅੱਗੇ ਤੁਸੀਂ ਇੱਥੇ ਹੀ ਤੁਹਾਡੇ ਸਾਹਮਣੇ ਨਿੱਕੀ ਜਿਹੀ ਗੱਲ ਹੈ ਬਈ ਉੱਥੇ ਪੱਕਾ ਕਾਫਰ ਤੇ ਦਾਇਰਾ ਇਸਲਾਮ ਤੋਂ ਖਾਰਜ ਕਹਿ ਕੇ ਹੱਡੀਆਂ ਚੁੱਕ ਕੇ, ਤੇ ਜਿਸ ਵੇਲੇ ਆ ਕੇ ਜਸਟਿਸ ਮੁਨੀਰ ਦੇ ਸਾਹਮਣੇ ਆਖਿਆ ਕਿ ਨਹੀਂ ਨਹੀਂ ਅਸੀਂ ਤਾਂ ਇਹਨਾਂ ਨੂੰ ਮੁਸਲਮਾਨ ਸਮਝਦੇ ਹਾਂ, ਤੇ ਕੀ ਆਖਿਆ ਲਾਹੌਰੀਆਂ ਨੇ, ਉਹਨਾਂ ਆਖਿਆ ਪਹਿਲੀ ਚੋਰੀ ਤੇ ਪਹਿਲਾਂ ਹੀ ਫਾ ਨਿਕਲ ਗਏ ਨੇ ਸਾਰੇ ਵੱਟ। ਲਾਹੌਰੀਆਂ ਦੀ ਗੱਲ ਤਾਂ ਮੈਂ ਸੁਣਾਣਾ, ਲਾਹੌਰੀਆਂ ਦੀ ਗੱਲ ਤਾਂ ਮੈਂ ਸੁਣਾਣਾ ਨਾ। ਉਹ ਲਾਹੌਰੀਆਂ ਪਤਾ ਕੀ ਆਖਿਆ ਜਦੋਂ ਤਬਸਰੇ ਕੀਤੇ ਨਾ, ਤਾਂ ਉਹਨਾਂ ਆਖਿਆ ਮੀਆਂ ਸਾਹਿਬ ਗੱਲ ਲੈਂਦੇ, ਉਹ ਮੀਆਂ ਸਾਹਿਬ ਆਖਨੇ ਨਾ ਬਸ਼ੀਰੁੱਦੀਨ ਮਹਿਮੂਦ ਆ ਕਿ ਜਿਹੜੀ ਗੱਲ ਅਸੀਂ ਤੁਸਾਂ 40 ਸਾਲ ਤੋਂ ਮਨਵਾਨੇ ਆ, ਤੁਸਾਂ ਦਲਾਇਲ ਨਾਲ ਨਹੀਂ ਮੰਨੀ, ਡੰਡਾ ਵੇਖ ਕੇ ਮੰਨ ਗਏ, ਸਾਨੂੰ ਦੱਸੇ ਅਸੀਂ ਡੰਡਾ ਵਿਖਾ ਦੇ ਨਾ।
ਇਹ ਗੱਲ ਹੋ ਗਿਆ ਨੇ ਆਖੀ ਮੈਂ ਮਫਹੂਮ ਬਿਆਨ ਕੀਤੀ ਹੈ। ਬਿਲਕੁਲ ਸਹੀ, ਬਿਲਕੁਲ ਸਹੀ। ਇਹ ਗੱਲ ਜਿਹੜੀ ਲਾਹੌਰੀਆਂ ਨੇ ਕਹੀ ਏ, ਇਹ ਮੁਰੀਦ ਤੇ ਨਹੀਂ ਸੀ ਨਾ ਕਹਿ ਸਕਦੇ। ਇਤਰਾਮ ਦੀ ਵਜ੍ਹਾ ਤੋਂ ਮੁਰੀਦ ਮਜਬੂਰ ਸਨ ਕਿ ਸਰਕਾਰ ਗੱਲ ਤੇ ਗਲਤ ਪੇ ਕਰਦੇ ਨੇ, ਲੇਕਿਨ ਸਾਡੇ ਪੀਰ ਨੇ ਜੋ ਕੋਈ ਫਰਮਾ ਰਹੇ ਨੇ ਉਹ ਠੀਕ ਹੀ ਫਰਮਾ ਰਹੇ ਨੇ। ਐਸੀ ਮਜਬੂਰੀ, ਵਰਨਾ ਤੁਸੀਂ ਕਹਿੰਦੇ ਹੋ ਕਿ ਮਿਰਜ਼ਾ ਸਾਹਿਬ ਦੀ ਗੱਲ ਦੀ ਵਜ਼ਾਹਤ ਬਸ਼ੀਰੁद्दीन महमूद अहमद ਕੀਤੀ ਹੈ। ਬਸ਼ੀਰੁद्दीन महमूद अहमद ਦੀ ਕਿੰਨੇ ਅੱਗੋਂ ਵਜ਼ਾਹਤ ਕੀਤੀ, ਉਹਦੀ ਕਿੰਨੇ ਵਜ਼ਾਹਤ ਕਰਨੀ ਸੀ? ਵਜ਼ਾਹਤ ਦੀ ਅੱਗੋਂ ਵਜ਼ਾਹਤ ਦੀ ਜ਼ਰੂਰਤ ਹੈ ਨਾ। ਜਿਹੜੀ ਵਜ਼ਾਹਤ ਕੀਤੀ ਉਸ ਵਜ਼ਾਹਤ ਦੀ ਵੀ ਤੇ ਅੱਗੋਂ ਵਜ਼ਾਹਤ ਮਤਲੂਬ ਹੈ। ਤੇ ਕਰੇ ਕੌਣ ਸਵਾਲ ਕਰੇਗਾ? ਓਕੇ ਸਾਹਮਣੇ ਖਲੋ ਕੇ, ਉਹ ਹੈਲੋ ਖਲੀਫਾ ਸਾਹਿਬ ਇਹ ਕੀ ਆਂਦੇ ਪਿਓ? ਇਹ ਤਾਂ ਮਿਰਜ਼ਾ ਸਾਹਿਬ ਦੀ ਗੱਲ, ਉਹ ਲਾਹੌਰੀ ਤੇ ਕਹਿ ਸਕਦੇ ਸਨ, ਉਹ ਤੇ ਮੁਖਾਲਫ ਸਨ, ਉਹ ਤੇ ਬਾਹਰ ਨਿਕਲ ਗਏ, ਐਗਜ਼ਿਟ ਕਰ ਗਏ। ਜਿਹੜੇ ਮਰੀਦ ਸਨ ਇਹ ਕਰ ਨਹੀਂ ਸਕਦੇ। ਲੇਕਿਨ ਜਦੋਂ ਬੰਦਾ ਮਰ ਜਾਂਦਾ, ਟੁਰ ਜਾਂਦਾ ਨਾ, ਅੱਖਾਂ ਤੋਂ ਓਲੇ ਹੋ ਜਾਂਦਾ, ਫਿਰ ਉਹਦਾ ਇਤਰਾਮ ਜਿਹੜਾ ਹੈ ਉਹ ਉਂਝ ਦਾ ਨਹੀਂ ਰਹਿ ਜਾਂਦਾ, ਦਿਲ 'ਚ ਭਾਵੇਂ ਹੋਵੇ, ਲੇਕਿਨ ਫਿਰ ਉਹ ਬੰਦਾ ਟੋਨੀ ਸਾਹਿਬ ਹਾਰ ਦਾ ਕਹਿਣ ਲੱਗ ਪੈਂਦਾ ਹੈ ਬਈ ਇਤਰਾਮ ਦੇ ਨਾਲ ਇਖਤਲਾਫ ਕੀਤਾ ਜਾ ਸਕਦਾ ਹੈ। ਇਤਰਾਮ ਦੇ ਨਾਲ ਖਲੀਫਾ ਸਾਹਿਬ ਨਾਲ ਵੀ ਇਖਤਲਾਫ ਕੀਤਾ ਜਾ ਸਕਦਾ। ਕੋਈ ਐਸੀ ਗੱਲ ਨਹੀਂ ਜੇ ਖਲੀਫਾ ਨੇ ਕਹਿ ਦਿੱਤਾ ਤਾਂ ਕੀ ਹੋ ਗਿਆ, ਕਹਿ ਦਿੱਤਾ, ਉਹਨਾਂ ਗਲਤ ਕਿਹਾ। ਮਿਰਜ਼ਾ ਸਾਹਿਬ ਦੀ ਗੱਲ ਇੰਝ ਨਹੀਂ, ਇੰਝ ਜੇ ਮਸਲਾ ਬਣਿਆ ਨਾ। ਉਹਨਾਂ ਦੇ ਸਾਹਮਣੇ ਡਰਦੇ ਬੋਲਦੇ ਸਨ, ਨਾ ਇਹਨਾਂ ਦੇ ਸਾਹਮਣੇ ਡਰਦੇ ਬੋਲਦੇ ਸਨ। ਜਦੋਂ ਪਿਓ ਪੁੱਤਰ ਦੋਵੇਂ ਮਰ ਗਏ ਨੇ, ਜ਼ਮੀਨ ਦੇ ਥੱਲੇ ਟੁਰ ਗਏ ਨੇ, ਕਿ ਉਹਨਾਂ ਦੇ ਨੇ ਵੀ ਗੱਲਾਂ ਸਭ ਸੱਚ ਜੋ ਤੂੰ ਕੀਤੀਆਂ, ਤੂੰ ਤੇ ਬਸ ਕੀਤੀਆਂ ਨੇ ਸਾਡੇ ਨਾਲ ਬੀਤੀਆਂ। ਅਮਰ ਭਾਈ ਨਹੀਂ ਆਂਦਾ ਐਨਜੀ ਤੇ ਅੱਜ ਵੀ ਨਹੀਂ ਬੋਲ ਪਾ ਰਹੇ ਨਾ। ਤੁਸੀਂ ਦੇਖੋ, ਤੁਹਾਨੂੰ ਸ਼ੂਗਰ ਨਾਲ ਹਲਕਾ ਲਾਇਆ ਹੁੰਦਾ 214 ਮੁਲਕਾਂ ਦਾ। ਅੱਛਾ, ਉੱਥੇ ਵੇਖੋ ਕਰੋੜਾਂ ਬੈਤਾਂ ਦਾ ਨਹੀਂ ਬੋਲ ਪਾਉਂਦੇ ਕਿ ਉਹ ਐਡਾ ਵੱਡਾ ਝੂਠ ਸੁਣਾ ਹੜਾ। ਜੀ ਕੋਈ ਮੁਰੀਦ ਨੇ ਕਿਸੇ ਨੇ ਆਖਿਆ ਮਿਰਜ਼ਾ ਤਾਹਿਰ ਨੂੰ ਗੱਲ ਇੰਜ ਨਾ ਝੂਠ ਮਾਰਨ ਲੱਗੇ ਆ? ਕਿੱਥੇ ਨੇ ਉਹ ਕਰੋੜਾਂ ਬੰਦੇ? ਕਿਸੇ ਨੇ ਅੱਜ ਤੱਕ ਬਾਦਸ਼ਾਹ ਨੂੰ ਮੰਗਿਆ, ਪੁੱਛਿਆ ਬਾਦਸ਼ਾਹ ਕਿੱਥੋਂ ਆਏ ਸਨ? ਜਿਹੜੇ ਲੱਭਦੇ ਨਹੀਂ ਸੁਣਾਲਿਆ ਤੁਹਾਨੂੰ। ਸੁਣੋ ਫਿਰ ਗੱਲ ਇੰਜ ਹੈ ਨਾ ਕਿ ਜਿਸਲੇ ਤਜ਼ਕਰਾ ਦਾ 2022 ਦਾ ਐਡੀਸ਼ਨ, 2024 ਦਾ ਐਡੀਸ਼ਨ ਹਾਲੇ ਛਾਪਿਆ ਨੇ ਨਾ, ਤੇ ਉਹ ਪਹਿਲੇ ਸਾਰੀ ਗੱਲ ਕੱਢੀ, ਮੈਂ ਕਹਿੰਦਾ ਹਲਾਮ ਕੱਢ ਦਿੱਤਾ ਵਿੱਚੋਂ ਅਬਦੁਲ ਹਕੀਮ ਪਟਿਆਲਵੀ ਦਾ। तो कड्डे दी वजह बयान की भी मिर्जा कादियानी ते गया मार। जे कदे वो जींदा होंदा ना, तो जिसले जी उस गल उस ख्वाजा कमालुद्दीन आया सन नमरोयत मोहम्मद अली लाहौरी आखी ना कि मां छोड़ के मुर्दा इस्लाम पेश कर सो तुसी। ये 1905-6 की गल है। मोहम्मद अली लाहौरी ते ख्वाजा कमालुद्दीन वगैरह ने सलाह की कि ਅਸੀਂ ਰਿਵਿਊ ਆਫ ਰਿਲੀਜਨ ਦੇ ਸਮਝ ਆ ਜਾਏਗੀ। ਉਰਦੂ ਚ ਗੱਲ ਕਰ ਲੈ, ਲੋਕਾਂ ਨੂੰ ਕੋਈ ਨਹੀਂ ਸਮਝ ਆਉਣੀ ਹੈ। ਉਰਦੂ ਚ ਗੱਲ ਕਰ ਲੈ, ਕੋਈ ਸਮਝ ਨਹੀਂ ਹੈ। ਹਾਂ ਵੀ ਸਮਝ ਆਵੇ बात अच्छा उर्दू च करा। बात इस तरह 1905-1906 की बात है। मोहम्मद अली लाहौरी चलो ये तुसा ना काम बात इसी ना बड़ी गल्लां उर्दू च बयान करने से तुसी ट्रांसलेट करते रहे हो। फिर मैं तो फिर करेंगे। मिर्जा साहब जिंदा है। मिर्जा साहब की जिंदगी च एक वाकया है कि मोहम्मद अली लाहौरी, एहसन नमरोई, ख्वाजा कमालुद्दीन, ये जो ग्रुप है ना, पढ़िया लिखिया मिर्जाइया का ग्रुप है सारा। इन्हों ने अंडर रिव्यू ऑफ रिलीजन रिसाला महाना निकल लिया। इन्हें एक प्रोग्राम पढ़ाया कि असी मिर्जा साहब दी तहरीरां इस ना शामिल करने ताकि मुसलमान लोग हमसे दूर ना हो। ये उन्होंने वजह रखी है। ये बात जब मिर्जा साहब को पता चली तो उन्होंने कहा कि मुझे निकाल कर मुर्दा इस्लाम पेश करोगे। लेकिन बात फिर यूं बनी कि मिर्जा साहब तो गए मार। अब वो तो पूछने वाले थे नहीं उस वक्त, तो मिर्जा साहब थे ना, हज़रत सरवस की बात माननी पड़ती है। इन्होंने 2022 में के एडिशन में निकाल दिया तज़किरा से इल्हाम। तो बात ये हमारे दरमियान छिड़ गई थी कि ये क्यों निकाला है। तो मैंने उस पर ये कमेंट किए थे कि मिर्जा साहब मर गया, अब कब्र से निकल कर तो वो पूछ नहीं रह सकते, लेकिन खलीफा तो मौजूद है ना, इसके खिलाफ कौन बोलेगा? उसके खिलाफ बोल गया तो क्या हो गया? वो तो मर गया, किसने पूछना जाके? वो कहाँ से आके हमें पूछेगा ये क्यों निकाला है? बात है हज़रत सरवस की, ये मौजूद है। अभी बेहतर है कि अपने हज़रत सरवस से ये बयान दिलवा रहे हैं, उसके बयानात क्या है। नहीं तो मुझे चेक करना पड़ेगा। खुद बातें मसरूर को चेक कर रहा था उसने क्या क्या बयान दिए हुए हैं हज़रत सरवस के। अच्छा, टोनी साहब नीचे बैठ के सुन तो रहे हैं, लेकिन ऊपर आने की क्यों नहीं हिम्मत कर रहे?
बात उनके ਕੀ फायदे ਕਰਨਾ ਕੀ ਮਤ ਕਰਕੇ ਕੀ ਕਰਨਾ। ਉਹਨਾਂ ਕੱਲ ਜਿਹੜੀ ਗੱਲ ਉਹਨਾਂ ਉੱਤੇ ਆ ਕੇ ਕਰਨੀ ਉਹਨਾਂ ਥੱਲੇ ਬਹਿ ਕੇ ਕਰ ਦਿੱਤੀ ਏ, ਦੂਜੀਆਂ ਬਰਾਡਾਂ ਤੇ ਕਰ ਦਿੱਤੀ ਏ ਬਈ ਇਖਤਲਾਫ ਕੀਤਾ ਜਾ ਸਕਦਾ ਹੈ, ਇਤਰਾਮ ਦੇ ਨਾਲ ਅੱਗੇ ਨਹੀਂ ਕੀਤਾ ਤੇ ਹੁਣ ਇਖਤਲਾਫ ਕੀਤਾ ਜਾ ਸਕਦਾ। ਸਾਹਮਣੇ ਨਹੀਂ ਬੋਲੇ ਤੇ ਨਹੀਂ ਬੋਲੇ ਬੰਦੇ ਇਸ ਗੱਲੇ ਵੀ ਬਜ਼ੁਰਗ ਨੇ ਤੇ ਚਲੋ ਜੋ ਕੁਝ ਬਿਆਨ ਨੇ ਠੀਕ ਹੈ, ਲੇਕਿਨ ਜਿਹੜੀ ਗਲਤੀ ਉਹਨੂੰ ਆਖੋ ਇਹ ਗਲਤੀ ਹੈ ਇਹ ਗੱਲ। ਮੇਰੀ ਗੱਲ ਨਵੀਂ ਤੇ ਸੱਚੀ ਹੈ ਕਿ ਨਹੀਂ ਮੌਲਵੀ ਸਾਹਿਬ? नहीं ठीक है गल ठीक है तजर्बे ने अखज की गल ने तहरीर इतनी मेरे लगी लातो वक़ियात अखज हुई है ने जी हाँ ये तहरीर इतने नहीं है ना, तहरीरी अल्फाज इतनी होने लगी लेकिन लातो वक़ियात से साबित कर दे पे। मैं कदों आके मैं इकतबास पढ़न लगा, मैं क्या मैं गल एक सुनान लगा तुहानू नवीं ते ओह सच्ची गल है पर नवीं गल है कि ये बोलते नहीं सन उदों मिर्जा साहब के दौर च भी ते बशीरुद्दीन महमूद अहमद के दौर च उन्हां दे एहतराम की वजह, लेकिन इन्हां दे अंदर उदों भी खुशफसी है सी कि की है, एक बारी नबूवत का दावा है तो एक बारी नहीं है, एक बारी हाँ है तो एक बारी ना है, बंदे बोलते नहीं सन। वो बाद च फिर जिस वेले वो जीवी दे थल्ले टुर गए ने पिछू स्यापे शुरू हो गए ऐ ही गल जी। हुण जिहड़ा बराड लगी सी ना उत्ते इसे तरह के लौधी हकीम नूरुद्दीन दे दौर तक टिके रहे, उस तो बाद वो भी पासे हो गए। हकीम नूरुद्दीन दोए खलीफा मन्ने, खिलाफत दोए मन्ने। जी जी अमर भाई मेरे परदादा ने जी बैत की ना 1892 च की है ते उस दिन एक किसी बंदे ने तुहाडे बंदे नाल गल हो रही सी, वो कहंदे ने कि उस टाइम ते उन्हां दा दावा ही कोई नहीं सी खास। किहड़े सन च? 1892 च की है मेरे परदादा ने बैत, उदों ही ते दावा कीता सी ना मसीह मौद होण दा। जिसले मौलाना कला नूरिया को मुनाजरा आ रहे थे उस वेले कीती ने ना, जनवरी 1892 का मुनाजरा है ना वो फरवरी 1892 च लिखा है, जहां जहां लफ्ज नबी लिखा हुआ है काटा हुआ ख्याल करना। मतलब उन्होंने जी बैत दादा जी ने उन्होंने जी बैत की नबी समझ नहीं की होनी ना। अच्छा राजू साहब ਤੁਹਾਨੂੰ ਇੱਕ ਗੱਲ ਦੱਸਾਂ, ਤੁਸੀਂ मिर्जा साहब ਦੀ बैत ਜਿਹੜੀ ਹੈ ਨਾ 1899 ਤੋਂ ਸ਼ੁਰੂ ਹੋਈ ਹੈ तो 1908 तक जितनी भी रही है ना, कोई भी बैत चुक के तक लो उत्थे मिर्जा साहब ने बतौर नबी किसी बंदे को बैत नहीं जी लई। ਇਹ ਕੰਮ ਨਾ ਵੈਸੇ ਨਹੀਂ ਭਾਈ ਇਹ ਸ਼ੁਰੂ ਹੈ 2010 ਵਿੱਚ, ਇਹ ਤੁਸੀਂ ਮੰਨੋ ਜਾਂ ਨਾ ਮੰਨੋ, ਉਸ ਤੋਂ ਪਹਿਲੇ ਕਿਸੇ ਬੰਦੇ ਨੂੰ ਨਹੀਂ ਪਤਾ ਸੀ ਕਿ ਨਬੀ ਮੰਨਦੇ ਨੇ। ਇਹ 2010 ਦਾ ਜਿਹੜਾ ਵਾਕਿਆ ਹੋਇਆ ਨਾ ਉਸ ਤੋਂ ਬਾਅਦ ਇਹਨਾਂ ਨੇ ਪੱਕਾ ਕੀਤਾ ਸਾਰਿਆਂ ਨੂੰ ਕਿ ਨਬੀ ਮੰਨਦੇ ਆ। ਹੁਣ ਤੇ ਜ਼ੋਰ ਦੇਣ ਲੱਗੇ ਨੇ ਨਾ, ਪਹਿਲਾਂ ਨਾਂ ਨਹੀਂ ਸੀ ਲੈਂਦੇ, ਗੱਲ ਠੀਕ ਹੈ। ਇਹ ਹੁਣ ਸਵੇਰ ਸ਼ੇਖ ਹਾਦੀ ਦੀ ਬਰਾੜ ਤੇ ਮੈਂ ਸੁਣ ਕੇ ਆਇਆ, ਉਹ ਕਹਿ ਰਿਹਾ ਸੀ ਤੇ ਸੁਣਾ ਰਿਹਾ ਸੀ ਮੁਹੰਮਦ ਅਹਿਮਦ ਨੂੰ, ਕਿਉਂਕਿ ਮੁਹੰਮਦ ਅਹਿਮਦ ਪਰਸੋਂ ਓਪਨ ਆਈਜ਼ ਦੀ ਬਰਾੜ ਤੇ ਮੇਰਾ ਹਾਲ ਕਹਿ ਰਿਹਾ ਸੀ ਭਾਈ ਇਹ ਮੈਂ ਇੱਕ ਸਵਾਲ ਕਰਨ ਲੱਗਾ ਤੇ ਤੁਸੀਂ ਦੱਸਣਾ ਹੈ ਕਿ ਮਿਰਜ਼ਾ ਸਾਹਿਬ ਕਿਹੜੀ ਗੱਲ ਤੋਂ ਮਨਾ ਕਰ ਰਹੇ ਨੇ। ਗੱਲ ਸੁਣ ਕੇ ਤੁਸੀਂ ਇਹ ਦੱਸਣਾ ਹੈ ਕਿ ਮਿਰਜ਼ਾ ਸਾਹਿਬ ਕਿਹਦੇ ਤੋਂ ਮਨਾ ਕਰ। ਉਹਨੇ ਇਕਤਬਾਸ ਪੜਿਆ ਅਲ ਹਕਮ ਅਖਬਾਰ ਦਾ कि आम बोल चाल में नबी का लफ्ज 1999 ये है ना आम बोल चाल में लफ्ज नबी का इस्तेमाल नहीं करना चाहिए, नहीं होना चाहिए। दिल में ये यकीन रखना चाहिए कि नबी अलैहिस्सलाम पर नबूवत खत्म हो गई। ਉਹਨੇ ਕਿਹਾ ਮੈਨੂੰ ਦੱਸੋ, ਮੁਹੰਮਦ ਅਹਿਮਦ ਕਹਿੰਦਾ ਮੈਨੂੰ ਦੱਸੋ ਵੀ ਮਿਰਜ਼ਾ ਸਾਹਿਬ ਕਿਹੜੀ ਗੱਲ ਤੋਂ ਮਨਾ ਕਰ ਰਹੇ ਨੇ, ਅੱਗੋਂ ਬੋਲਣ ਕੋਈ ਨਾ। ਇਹ ਹੁਣ ਜਵਾਬ ਪਿਆ ਪੜ੍ਹ ਕੇ ਨਾ ਇੱਕ ਗਲਤੀ ਕਾ ਜ਼ਾਲਾ ਕਮਾਲਾਤ ਇਸਲਾਮ ਤੇ ਉਹ ਜਵਾਬ ਦੋਵੇ, ਉਹ ਅਸਲ ਚ ਉਹਨੂੰ ਐਡਰੈਸ ਕਰ ਰਹੇ ਸੀ। ਕਹਿੰਦੇ ਸੀ ਅੱਜ ਲੋਕ ਕਹਿੰਦੇ ਨੇ किस बात से मना किया गया था, हजरत साहब ने किस बात से मना किया था कि कौन सा काम नहीं करना। ऐ वे कोई गलती का ज़ाला मिर्जा साहब कह रहे ने कि मनु अल्लाह ताला ने नबी आख्या नबी आख्या नबी आख्या। मिर्जा का दनी उत्थे भी मौजूद है ना, नबी का करार उत्थे मौजूद है कि अल्लाह ताला ने नबी आख्या है, उसने बावजूद मना किया। सो एक करार तहरीर विच मौजूद है जो 17 अगस्त 1899 ਉੱਥੇ ਵੀ ਇਹ ਗੱਲ ਮੌਜੂਦ ਹੈ। ਹਾਂ ਹਾਂ ਇਹ ਤੇ ਮੈਂ ਆਖਿਆ ਨਾ, ਮੈਨੂੰ ਤਾਂ ਚੁੱਕੋ ਤੇ ਮੈਂ ਤੁਹਾਨੂੰ ਸਮਝਾ ਦੇਣਾ, ਪਰ ਮੈਨੂੰ ਤੇ ਉਹ ਗਾਲਾਂ ਕੱਢਦੇ ਨੇ, ਆਂਦੇ ਨੇ ਤੇਰੇ ਕੋਲ ਅਸਾਂ ਸਮਝਣਾ, ਅਸੀਂ ਆਪ ਹੀ ਸਮਝਣਾ।
ਇੱਕ ਦੂਜੇ ਨੂੰ ਪੜ੍ਹ ਪੁੜ ਕੇ ਤੇ ਸਮਝਾਉਂਦੇ ਸਨ ਪਏ। ਲੇਕਿਨ ਜਿਹੜਾ ਮਸਲਾ ਬਣਿਆ ਸੀ ਉਹ ਇਹ ਹੀ ਸੀ ਕਿ ਮਿਰਜ਼ਾ ਸਾਹਿਬ ਮਨਾ ਕਰਕੇ ਗਏ ਨੇ ਕਿ ਆਮ ਬੋਲ ਚਾਲ ਵਿੱਚ ਨਬੀ ਦਾ ਲਫ਼ਜ਼ ਇਸਤੇਮਾਲ ਨਹੀਂ ਕਰਨਾ। ਇਹ ਤੇ ਮਿਰਜ਼ਾ ਸਾਹਿਬ ਦੀ ਨਬੂਵਤ ਲੈ ਕੇ ਤੇ ਸਿਰ ਤੇ ਧਰ ਕੇ ਫਿਰਦੇ ਨੇ ਗਲੀ ਗਲੀ। ਚੌਹਾਨ ਸਾਹਿਬਾਂ ਨੇ ਟਮਣੇ ਤੇ ਚੜ੍ਹੇ, ਨਬੂਵਤ ਦੇ ਟਮਣੇ ਤੇ ਚੜ੍ਹ ਕੇ ਉਹਨਾਂ ਨੂੰ ਮਨਾਉਂਦੇ ਪਏ ਨੇ। ਇਹ ਮਸਲਾ ਬਣਿਆ। ਰੋ ਮੁਸਲਿਮ ਸਾਹਿਬ ਰੌਲਾ ਪੈ ਗਿਆ ਸਾਰੀਆਂ ਮਰਜ਼ਾਈਆਂ ਦੀਆਂ ਬਰਾਡਾਂ ਤੇ। ਕਿਹੜੀ ਗੱਲ ਦਾ? ਭਾਈ ਮਿਰਜ਼ਾ ਸਾਹਿਬ ਨੇ ਨਬੂਵਤ ਦਾ ਦਾਅਵਾ ਕੀਤਾ ਜਾਂ ਨਹੀਂ ਕੀਤਾ? ਅੱਛਾ, ਉਹਨਾਂ ਦਾ ਆਪਸ ਵਿੱਚ ਮਸਲਾ ਹੋ ਗਿਆ ਇਹ। ਜੀ ਹਾਂ। ਤੇ ਜ਼ਿਆਦਾ ਬੰਦੇ ਉਹਨਾਂ ਦੇ ਕੀ ਕਹਿੰਦੇ ਨੇ, ਕੀਤਾ ਹੀ ਨਹੀਂ ਕੀਤਾ? ਮੈਂ ਗਿਣਤੀ ਨਹੀਂ ਕੀਤੀ ਵੀ ਜ਼ਿਆਦਾ ਕਿਹੜੇ ਪਾਸੇ ਨੇ, ਲੇਕਿਨ ਰੌਲਾ ਚੰਗਾ ਪਿਆ। ਅੱਜ ਰਾਤ ਵੀ ਬਰਾੜ ਚਲਦੀ ਰਹੀ ਹੈ। ਸਵੇਰੇ ਮੈਂ ਆਇਆ ਤੇ ਮੈਂ ਪਹਿਲਾ ਮੈਸੇਜ ਹੀ ਸੋਇਬ ਰਾਜਾ ਦਾ ਜਾਂ ਨਈਮ ਭਾਈ ਦਾ ਪਹਿਲੇ ਦੇਖਿਆ ਹੋਣਾ, ਤੇ ਫਿਰ ਸੋਇਬ ਰਾਜਾ ਦਾ ਦੇਖਿਆ ਤਾਂ ਕਹਿੰਦਾ ਉਹ ਮਰਜ਼ਾਈਆਂ ਨੇ ਇਹ ਲਾਏ ਆ ਪੋਸਟਰ ਨਾ, ਮੈਂ ਵਹਾਨਾ ਤੁਹਾਨੂੰ ਪੋਸਟਰ ਤੇ ਲਾ ਕੇ। ਅੱਛਾ, ਉਹੀ ਜਿਹੜਾ ਮੈਂ ਕਹਿ ਰਿਹਾ ਸੀ ਦਾ ਮਤਲਬ ਹੈ ਜਿਹੜਾ ਮੇਰਾ ਮੌਕਫ ਸੀ ਮਿਰਜ਼ਾ ਸਾਹਿਬ ਦੇ ਬਾਰੇ 'ਚ, ਉਹ ਉਹਨਾਂ ਦੀ ਜਮਾਤ ਦੇ ਅੰਦਰ ਵੀ ਹੈ ਨਾ ਇਹ ਮੌਕਫ ਕਿ ਮਿਰਜ਼ਾ ਸਾਹਿਬ ਦਾ ਨਬੂਵਤ ਦਾ ਦਾਵਾ ਨਹੀਂ ਹੈ। ਹਾਂਜੀ, ਇਹ ਬੋਰਡ ਲਾ ਕੇ ਤੇ ਬੈਠੇ ਸਨ। ਸੇਬ ਰਾਜਾ ਮੈਨੂੰ ਆਂਦਾ ਇਹ ਵੀ ਬੈਠੇ ਨਹੀਂ। ਉਹ ਸੁਬਹ ਸਵੇਰੇ ਦਾ ਹੀ ਟਾਈਮ ਸੀ ਤੇ ਮੈਂ ਲਗਾ ਗਿਆ ਫਿਰ ਸ਼ੇਖਾਦੀ ਦੀ ਬਰਾੜ ਤੇ। ਭਾਈ ਨਬੂਵਤ ਕੋਈ ਸਾਬਤ ਨਹੀਂ ਵੀ ਹੁੰਦੀ ਜਾਂ ਦਾਵਾ ਨਹੀਂ ਪਿਆ ਸਮਝ ਆਉਂਦਾ ਤੇ ਮੈਨੂੰ ਉੱਤੇ ਲੈ ਲਓ। ਮੈਂ ਕਾਲ ਪਾਈਏ, ਮੈਂ ਤੁਹਾਨੂੰ ਮਿਰਜ਼ਾ ਸਾਹਿਬ ਦੀ ਤਹਿਰੀਰ ਪੜ੍ਹ ਕੇ ਉਹਨਾਂ ਦਾ ਦਾਵਾ ਸਮਝਾ ਦੇਣਾ। ਉਹ ਮੈਨੂੰ ਅੱਗੋਂ ਗਾਲਾਂ ਕੱਢਦੇ ਨੇ, ਆਂਦੇ ਨੇ ਤੂੰ ਦੌੜ ਜਾ, ਤੂੰ ਤੇਰੀ ਐਸਰੀ ਤੈਸਰੀ, ਤੂੰ ਤੇਰੇ ਕੋਲ ਦਾਵਾ ਸਮਝਣਾ ਨਹੀਂ। ਉਹ ਗੈਰ ਗੱਲ ਤੇ ਤਾਂ ਬਲੀਵ ਹੀ ਨਹੀਂ ਕਰਨਗੇ ਨਾ, ਜਿਸ ਤਰ੍ਹਾਂ ਮਰਜ਼ੀ ਐਕਸਪਲੇਨ ਕਰ ਲਿਓ। ਹੈ ਅਗਰ ਕੋਈ ਗੈਰ ਅਹਿਮਦੀ ਹੈ ਉਹ ਜਿਸ ਤਰ੍ਹਾਂ ਮਰਜ਼ੀ ਐਕਸਪਲੇਨ ਕਰ ਲੇ ਕਿ ਉਹਨਾਂ ਦਾ ਦਾਵਾ ਹੈ ਨਹੀਂ ਹੈ, ਉਹਨਾਂ ਨੇ ਉਹਦੀ ਗੱਲ ਤੇ ਬਲੀਵ ਹੀ ਨਹੀਂ ਕਰਨਾ ਨਾ। ਕੀ ਕਰੀਏ ਫਿਰ, ਕਿਤੋਂ ਆਪ ਉਹਨਾਂ ਨੂੰ ਸਮਝ ਨਹੀਂ ਆਉਂਦੀ। ਉਹ ਆਪੇ ਹੀ ਜਿਹੜਾ ਨਾ ਸਮਝ ਲਾਣਗੇ, ਆਪਣੇ ਮੁਰੱਬੀਆਂ ਦੀ ਗੱਲ ਸੁਣ ਕੇ ਉਹਦੇ ਤੇ ਹੀ ਬਲੀਵ ਰੱਖਣਗੇ ਨਾ। ਹੀੜ ਤੇ ਭਾਵੇਂ ਅਮਰ ਭਾਈ ਪੀਰ ਹੀ ਨਿਕਲ ਆਉਂਦੇ ਫਿਰ ਕੀ ਕਰਨਗੇ? ਜਾਂ ਪੀਰ ਨੇ ਇਹ ਪ੍ਰੋਗਰਾਮ ਵੜ ਗਿਆ? ਪੀਰ ਵੀ ਜੈਲੀ ਪ੍ਰੋਗਰਾਮ ਸਾਰਾ। ਅੱਛਾ, ਜਿਹੜੇ ਇਹਨੇ ਨਾ ਜਮਾਤ ਅਹਿਮਦੀਆ, ਇਹ ਮੈਂ ਤੁਹਾਨੂੰ ਦੱਸ ਦੇਣਾ, ਮੇਰੇ ਜਿੱਥੇ ਤਜਰਬਾ ਹੈ ਨਾ, ਇਹਨਾਂ ਦੇ 30 ਤੋਂ ਲੈ ਕੇ 40% ਮੈਕਸੀਮਮ 40% ਬੰਦਿਆਂ ਦਾ ਦਾਵਾ ਹੈ ਕਿ ਮਿਰਜ਼ਾ ਸਾਹਿਬ ਨਬੀ ਸੀ। ਤੇ ਬਾਕੀ ਜਿਹੜੇ ਨੇ ਨਾ ਬੰਦੇ ਉਹ ਮਿਰਜ਼ਾ ਸਾਹਿਬ ਨੂੰ ਨਬੀ ਨਹੀਂ ਮੰਨਦੇ। ਆਹੋ, ਅਨਸਰ ਰਜ਼ਾ ਹੋਰੀ ਤੇ ਜ਼ੋਰ ਪੇ ਦਿੰਦੇ ਨੇ ਨਾ ਵੀ ਨਬੀ ਹੈ, ਨਬੀ ਹੈ, ਨਬੀ ਹੈ। ਸਾਨੂੰ ਭੁਲੇਖਾ ਲੱਗਿਆ ਹੈ ਨਬੀ ਹੈ, ਨਬੀ ਹੈ। ਤੁਹਾਨੂੰ ਨਹੀਂ ਪਿਆ ਨਜ਼ਰੀ ਆਉਂਦਾ ਨਬੀ ਹੈ? ਉਹ ਤੇ ਪਿਆਂਦਾ ਹੈ ਨਾ ਅਨਸਰ ਰਜ਼ਾ, ਜਿਸ ਤਰ੍ਹਾਂ ਈਸਾ ਅਲੈਹਿ ਸਲਾਮ ਨਬੀ ਸਨ, ਜਿਸ ਤਰ੍ਹਾਂ ਮੂਸਾ ਅਲੈਹਿ ਸਲਾਮ ਨਬੀ ਸਨ, ਇਸ ਤਰ੍ਹਾਂ ਨਬੀ ਹੈ। ਲੇਕਿਨ ਜਿਹੜੇ ਦੂਜੇ ਨੇ, ਇਹ ਅੱਗੇ 1122 ਆਇਆ ਸੀ, ਇਹ ਟੋਨੀ ਸਾਹਿਬ ਥੱਲੇ ਬੈਠੇ ਨੇ, ਉਹ ਮੁਹੰਮਦ ਅਹਿਮਦ ਪਿਆਂਦਾ ਸੀ, ਅਲੀਮ ਪਿਆ ਕਹਿੰਦਾ ਸੀ ਵੀ ਮਿਰਜ਼ਾ ਸਾਹਿਬ ਮਨਾ ਕਿਹੜੀ ਗੱਲ ਤੂੰ ਕਰਨ ਲੱਗੇ ਨੇ? ਉਹ ਦਿਓ ਜਵਾਬ, ਅੱਗ ਬੋਲਦੇ ਹੀ ਨਹੀਂ ਆ। ਅੱਛਾ, ਛੋਟੀ ਜਿਹੀ ਗੱਲ ਕਰਨੀ ਹੈ। ਕਿਹੜੀ ਵੀਡੀਓ? ਬੈਲਜਨ ਵਾਲਾ। ਅੱਛਾ, ਹਾਂ। ਅੱਛਾ, ਅਮਰ ਸਾਹਿਬ ਤੁਹਾਡੇ ਨਜ਼ਦੀਕ ਇਹ ਕਿਸ ਤਰ੍ਹਾਂ ਦੇ ਮਿਰਜ਼ਾ ਸਾਹਿਬ ਨਬੀ ਨੇ? ਮਤਲਬ ਹੈ ਜਿਸ ਤਰ੍ਹਾਂ ਹਜ਼ਰਤ ਈਸਾ ਅਲੈਹਿ ਸਲਾਮ ਨੇ, ਹਜ਼ਰਤ ਮੂਸਾ ਅਲੈਹਿ ਸਲਾਮ, ਜਾਂ ਇਹਨਾਂ ਤੋਂ ਘੱਟ ਦਰਜਾ ਉਹਨਾਂ ਦਾ ਬੰਦੇ ਨੇ? तो मुस्लिम भाई एक मिनट ठहरे, मैं अमन मजीद भाई अस्सलाम वालेकुम रहमतुल्लाह सारे भाइयों दी, अगर मुझे भी इजाजत मिलेगी मेरे को भी एक दो छोटे मोटे क्वेश्चन है ने। बस जेड़ा मर्जी जेड़ा भी मैं वेख लिया कि सज्जे खब्बे किसी मुसलमान नाल गल करदे माड़ी, फिर इजाजत नहीं मिलेगी। आज ते नहीं मैं किसी नु भाई मैनू किसी बराड़ ते होर वेख रहे हो, मैं सिर्फ तुहाडे पीछे हां, तुहाडे बराड़ तो अलावा मैं वेला उससे वेले कॉल चुक ली, मैं तेरी कॉल आई है। मेरा असल च वैसे जेडे करंट अफेयर चल रहे ने
ਮੈਂ ਕੱਲ ਇੱਕ ਉਹ ਸੈयद ਮੁਜ਼ੰਮਲ ਸ਼ਾਹ ਸਾਹਿਬ ਦੀ ਵੀਡੀਓ ਵੇਖੀ ਸੀ ਤੇ ਉਹਨੇ ਇੱਕ ਗੱਲ ਕੀਤੀ ਹੈ, ਬੜੀ ਹਲਚਲ ਮਚਾ ਦੇਣੇ ਦੀ ਗੱਲ ਹੈ, ਪਤਾ ਨਹੀਂ ਉਹ ਸੱਚ ਕਿ ਝੂਠ ਹੈ, ਮੈਂ ਪਹਿਲੇ ਡਿਸਕਲੇਮਰ ਦੇ ਦਿਆਂ। ਉਹ ਕਹਿੰਦਾ ਹੈ ਜੀ ਕਿ ਜਿਹੜੀ ਪਾਕਿਸਤਾਨ ਦੀ ਜਿਹੜੀ ਹੈ ਨਾ ਇਸਟੈਬਲਿਸ਼ਮੈਂਟ ਹੈ, ਉਹਨਾਂ ਨੇ ਇੱਕ ਸਰਵੇ ਕਰਾਇਆ। ਉਹਨੇ ਕਿਹਾ ਦੱਸਣੇ ਵਾਲੇ ਨੇ ਉਹਨੂੰ ਇਹ ਦੱਸਿਆ, ਉਹ ਯਾਨੀ ਕਿ ਸਰਵਿਸ ਦਾ ਨਾਂ ਨਹੀਂ ਦੱਸਿਆ, ਸ਼ਾਇਦ ISI ਹੋਈ, ਮੇ ਬੀ IB ਹੋਈ, ਜੋ ਵੀ। ਉਹਨੇ ਕਿਹਾ ਜੀ ਕਿ ਉਹਨਾਂ ਜਿਹੜੇ ਕੈਂਡੀਡੇਟ ਸਨ ਨਾ, ਉਹਦਾ ਜੇ ਫੌਜ ਦੇ ਜਿਹੜੇ ਅਫਸਰਾਨ ਸਨ ਜਿਨ੍ਹਾਂ ਦੀ ਤਰੱਕੀ ਵਾਸਤੇ ਉਹ ਟੈਸਟ ਹੁੰਦਾ ਹੈ, ਉਹਨਾਂ ਕੋਲ ਪੁੱਛਿਆ ਗਿਆ ਕਿ ਜਿਹੜਾ ਇਹ ਮਾਰਿਆ ਗਿਆ ਸੀ ਸਲਮਾਨ ਤਾਸੀਰ, ਠੀਕ ਹੈ, ਤੇ ਜਿਹਨੇ ਮਾਰਿਆ ਸੀ, ਬਲਕਿ ਮਾਰਿਆ ਨਹੀਂ, ਅਲਫਾਜ਼ ਸ਼ਹੀਦ ਦੇ ਯੂਜ਼ ਕਰਨੇ ਚਾਹੀਦੇ ਨੇ, ਜਿਹੜਾ ਸਲਮਾਨ ਤਾਸੀਰ ਸਾਹਿਬ ਸ਼ਹੀਦ ਹੋਏ ਸਨ ਤੇ ਜਿਨ੍ਹਾਂ ਨੇ ਉਹਨੂੰ ਕਤਲ ਹੋਇਆ ਸੀ, ਜਿਹਨੇ ਉਹਨੂੰ ਯਾਨੀ ਕਿ ਸ਼ਹੀਦ ਕੀਤਾ ਸੀ, ਕਿਆ ਉਹਨੇ ਠੀਕ ਕੀਤਾ ਸੀ ਉਸ ਬੰਦੇ ਨੇ ਜਿਹਨੇ ਆਪਣੀ ਨੌਕਰੀ ਦੇ ਨਾਲ ਗੱਦਾਰੀ ਕੀਤੀ, ਜਿਹਨੇ ਦੀਨ ਨਾਲ ਗੱਦਾਰੀ ਕੀਤੀ? ਤੇ 95 ਆਊਟ ਆਫ 100 95% ਕੈਂਡੀਡੇਟਸ ਨੇ ਕਿਹਾ ਸੀ ਉਹਨੇ ਠੀਕ ਕੀਤਾ ਸੀ। ਜਿਹਨੂੰ ਬਾਅਦ ਚ ਫਾਂਸੀ ਦਿੱਤੀ ਗਈ, ਇੱਕ ਮਿਸਾਲ ਕਾਇਮ ਕੀਤੀ ਗਈ ਪਾਕਿਸਤਾਨ ਦੇ ਅੰਦਰ, ਇੱਕ ਬੇਗੁਨਾਹ ਦੀ ਜਾਨ ਲੈਣੇ ਵਾਲੇ ਨਾਲ ਇਹ ਸਜ਼ਾ, ਇਹ ਅੰਜਾਮ ਹੋਏਗਾ। ਉਹਦੀ ਵਜ੍ਹਾ ਨਾਲ ਹੁਣ ਜਿਹੜਾ ਪਾਕਿਸਤਾਨ ਦੇ ਅੰਦਰ ਉਦੋਂ ਬਾਅਦ ਇਸਟੈਬਲਿਸ਼ਮੈਂਟ ਨੇ ਹੋਸ਼ ਤੇ ਨਾਖੁਨ ਲਏ ਜਾਂ ਹੋਸ਼ ਚਾਹੇ ਥੋੜੇ ਜਿਹੇ ਉਹ ਜਿਹੜੇ ਨਸ਼ੇ ਇਸ ਤਰ੍ਹਾਂ ਥੋੜੇ ਜਿਹੇ ਲੇਕਿਨ ਯਾਰ ਪਾਕਿਸਤਾਨ 'ਚ ਇਹ ਬੜੀ ਯਾਨੀ ਕਿ ਬਦਮਾਸ਼ੀ ਫੈਲ ਰਹੀ ਹੈ ਦੀਨ ਦੇ ਨਾਂ ਤੇ। TLP ਦੇ ਅਗਰ ਬਿਆਨੀਆਂ ਨੂੰ ਨਾ ਹੁਣ ਕੰਟਰੋਲ ਕੀਤਾ ਗਿਆ, ਇਹ ਤੇ ਹੁਣ ਅਸੀਂ ਜਿਹੜੀ ਗੱਲ ਪੇ ਕਰਨੇ ਆ ਉਹ ਭਲਾ ਕੀ ਬਤਿਆ ਗੱਲ ਯਾਰ, ਮੈਂ ਤਾਂ ਹੀ ਮੈਂ ਤੁਹਾਡੇ ਕੋਲ ਪਹਿਲੇ ਇਜਾਜ਼ਤ ਵੀ ਲਈ ਹੈ ਨਾ ਕਿ ਦੇਖੋ ਤੁਸੀਂ ਮੈਨੂੰ ਇਹ ਦੱਸੋ ਕਿ ਮਿਰਜ਼ਾ ਸਾਹਿਬ ਜ਼ਿਆਦਾ ਜ਼ਰੂਰੀ ਹੈ ਜਾਂ ਪਾਕਿਸਤਾਨ ਜਿਹੜੇ ਕਰੰਟ ਅਫੇਅਰ ਚੱਲ ਰਹੇ ਨੇ ਉਹ ਜ਼ਿਆਦਾ ਕਰ ਜ਼ਰੂਰੀ ਹੈ? ਜੀ ਨਹੀਂ ਸਾਹਿਬ, ਯਾਰ ਸਾਨੂੰ ਸਾਰੇ ਬੰਦਿਆਂ ਨੂੰ ਤੇ ਇਹ ਗੱਲ ਮਸਲਾ ਦਾ ਉਹ ਸਰ ਮੁਤਲਕਾ ਗੁਫ਼ਤਗੂ ਹੋਵੇ ਨਾ ਗੱਲ ਤਾਂ ਬੰਦਾ ਕਰ ਲੈਣਾ, ਨਹੀਂ ਗੱਲ ਹੋਰ ਨਹੀਂ ਉਸਨੇ ਕਰਨਾ ਹੈ। ਅੱਛਾ ਜ਼ਾਦ ਭਾਈ, ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਮੈਂ ਜਵਾਬ ਦੇਣਾ ਗੱਲ ਦਾ। ਅਬ ਬਕਰ ਇੱਕ ਮਿੰਟ ਮਿਊਟ ਕਰੀ ਮੇਰਾ, ਅਬ ਬਕਰ ਭਾਈ ਇੱਕ ਮਿੰਟ ਮਿਊਟ ਕਰਨਾ। ਜ਼ਾਦ ਭਾਈ ਗੱਲ ਇੰਜ ਨਾ ਕਿ ਤੁਸੀਂ ਅਗਰ ਖੋਲੋ ਨਾ ਮੁਬਾਸ਼ਰ ਰਾਵਲਪਿੰਡੀ, ਅੱਲਾ ਦਿੱਤਾ ਜਲੰਧਰੀ ਦੇ ਮੁਕਾਬਲੇ 'ਚ ਅੱਜ ਤੁਹਾਨੂੰ ਲੱਭਣਗੇ 1122 ਸਾਹਿਬ ਮਿਲਣਗੇ ਤਾਂ ਰਮਜ਼ਨ ਮਿਲੇਗਾ। ਇਹ ਮਨਾਜ਼ਰ ਨੇ ਦੀ ਲਾਹੌਰੀਆਂ ਦੀ ਤਰਫੋਂ ਉਮਰਦੀਨ ਸ਼ਿਮਲਵੀ ਤੇ ਲਾਲ ਹੁਸੈਨ ਅਖਤਰ ਪਾਸੇ ਕਰ ਦਿਓ। ਇਹ ਦੋ ਮਨਾਜ਼ਰੇ ਲਾਹੌਰੀਆਂ ਦੇ, ਲਾਲ ਹੁਸੈਨ ਤੇ ਉਮਰਦੀਨ ਸ਼ਿਮਲਵੀ, ਇਹ ਦੋਏ ਜਿਹੜਾ ਨਾ ਇਹਨਾਂ ਦੋਵਾਂ ਦੀ ਜਗ੍ਹਾ ਚਾ ਕਦੀ ਇਹਦੀਆਂ ਮਿਰਜ਼ਾਈਆਂ ਹੁਣ ਇਹ ਬਸ ਇਹਨੇ ਰੱਖ ਲਓ। ਇਹ ਗੁਫ਼ਤਗੂ ਹੋਣੀ ਚਲੇਗੀ। अमर भाई, अच्छा अमर साहब एक मिनट सवाल पूछ रहे थे। अमर भाई ये 1122 भाई ने तो सच्ची मुची बहुत परेशान लग रहे ने वैसे ਇਹਨਾਂ ਦੀ ਗੱਲਾਂ ਤੋਂ ਬਹੁਤ ਪਰੇਸ਼ਾਨ ਉਹ ਤੇ ਉਹਨਾਂ ਦਾ ਅੱਜ ਵੀ ਇਸ ਤਰ੍ਹਾਂ ਬਹੁਤ ਸਭ ਪਤਾ ਇਸ ਤਰ੍ਹਾਂ ਬੋਲਦੇ ਢਿੱਲੇ ਸਨ ਬਿਲਕੁਲ। ਅੱਛਾ ਅਮਰ ਸਾਡਾ ਜਿਹੜਾ ਕਰੰਟ ਇਸ਼ੂ ਹੈ ਇਹ ਤੁਹਾਡੇ ਨਜ਼ਦੀਕ ਮਿਰਜ਼ਾ ਸਾਹਿਬ ਜਿਹੜੇ ਨੇ ਉਹ ਹਜ਼ਰਤ ਈਸਾ ਅਲੈਹਿ ਸਲਾਮ ਦੀ ਤਰ੍ਹਾਂ ਆਪਣੇ ਆਪ ਨੂੰ ਨਬੀ ਕਹਿੰਦੇ ਸਨ, ਹਜ਼ਰਤ ਮੂਸਾ ਅਲੈਹਿ ਸਲਾਮ ਦੀ ਤਰ੍ਹਾਂ? ਪਰ ਭਾਈ 1 ਬਿਲਕੁਲ ਨਹੀਂ ਕਹਿੰਦੇ ਸੀ ਤੇ ਨਾਲੇ ਉਹਨਾਂ ਦਾ ਦਰਜਾ ਘੱਟ ਸੀ, ਤੁਹਾਨੂੰ ਪਤਾ ਵੇ। ਅਮਰ ਭਾਈ ਉਹ ਅਲੀ ਇੱਕ ਮਿੰਟ ਯਾਰ, ਇੱਕ ਮਿੰਟ ਅਲੀ, ਆਲ ਜ਼ਿੱਲੀ ਤੇ ਬਰੂਜ਼ੀ ਦਾ ਵੀ ਹਵਾਲਾ ਦੇ ਦੇਣੇ ਸਨ ਨਾ। ਹੁਣ ਜ਼ਿੱਲੀ ਹਜ਼ਰਤ ਈਸਾ ਅਲੈਹਿ ਸਲਾਮ ਆਪਣੇ ਆਪ ਨੂੰ ਜ਼ਿੱਲੀ ਬਰੂਜ਼ੀ ਤੇ ਨਹੀਂ ਕਿਹਾ ਨਾ। ਉਹ ਨਹੀਂ ਮਿਰਜ਼ਾ ਕਾਦੀਆਨੀ ਆਪਣੇ ਆਪ ਨੂੰ ਨਬੀ ਕਰੀਮ ਤੋਂ ਇਲਾਵਾ ਸਾਰੇ ਅੰਬਿਆ ਤੋਂ ਅਫਜ਼ਲ ਕਹਿੰਦਾ ਰਿਹਾ ਹੈ। ਖੁਤਬਾ ਇਲਹਾਮੀਆ ਪੜ੍ਹ ਲੈ, ਈਸਾ ਅਲੈਹਿ ਸਲਾਮ ਦੇ ਬਾਰੇ ਤੋਂ ਖੁੱਲ ਕੇ ਲਿਖਿਆ ਨਾ ਕਿ ਮੈਂ ਉਹਨਾਂ ਤੋਂ ਅਫਜ਼ਲ ਹਾਂ, ਉਹ ਤਾਂ ਖੁੱਲੇ ਡਫਜ਼ਾਂ ਵਿੱਚ ਉਸ ਲਿਖੇ ਹੈ। ਕੀ ਹਾਲ ਹੈ ਅਮਰ ਭਾਈ? ਅਲਹਮਦੁਲਿਲਾ। ਇੱਕ ਮਿਰਜ਼ਾ ਸਾਹਿਬ ਦਾ ਇੱਕ ਨਵਾਂ ਦਾਵਾ ਵੀ ਆਇਆ ਨਾ ਮੀਆਂ ਨਵਾਜਾ ਸਾਹਿਬ ਦੀ ਤਰਫੋਂ ਕਿ ਚੂੰਗ ਜਾ ਨਬੀ, चूम जा नबी, चूमने वाला नबी, पता नहीं क्या वो। अच्छा चूंग वो कहते हैं ये बच्चा से बर्दाश्त नहीं हो रहा। ਚੂਚਾ ਜਿਹਨੂੰ ਕਹਿੰਦੇ ਚੂਚਾ, ਕੁੱਕੜ ਦਾ ਚੂਚਾ, ਕੁਕੜੀ ਦਾ, ਹਾਂ ਚੂਚਾ ਉਹਨੂੰ ਕਹਿੰਦੇ ਚੂਚਾ। ਉਹਨਾਂ ਕੋਲ ਪੁੱਛੋ ਨਾ ਕਿ ਇਹ ਮੁਸਲਮਾਨਾਂ ਕੋਲ ਬਰਦਾਸ਼ਤ ਨਹੀਂ ਹੋਣਾ, ਚਿਰਾਗ ਦਿਨ ਜਮੂਨੀ ਮਿਰਜ਼ਾ ਕਾਦੀਆਨੀ ਕੋਲ ਬਰਦਾਸ਼ਤ ਨਹੀਂ ਹੋਣਾ, ਉਹ ਤੇ ਪੱਠੋਂ ਗਿਆ। ਉਹ ਕਿਉਂ ਨਹੀਂ ਬਰਦਾਸ਼ਤ ਹੈ ਮਿਰਜ਼ਾ ਕਾਦੀਆਨੀ ਕੋਲ ਚਿਰਾਗ ਦਿਨ ਜਮੂਨੀ? बिल्कुल। राजू राकट साहब कह रहे थे कि 1122 साहब परेशान ने, वो सदर ने
ਆਪਣੇ ਪਿੰਡ ਦੇ, ਉਹਨਾਂ ਤੇ ਪਰੇਸ਼ਾਨ ਹੋਣਾ ਹੀ ਹੈ। ਉਹ ਇਨਵੈਸਟਮੈਂਟ ਕਰਕੇ ਤੇ ਸਦਰ ਬਣੇ ਨੇ, ਉਹ ਡੁੱਬਦੀ ਨਜ਼ਰ ਆ ਰਹੀ ਹੈ। ਅੱਛਾ, ਜਿਹੜਾ ਟਰੂ ਮੁਸਲਿਮ ਸਾਹਿਬ ਦਾ ਸਵਾਲ ਹੈ ਨਾ, ਉਹ ਮੇਰੇ ਵੱਲ ਆਇਆ ਤੇ ਮੈਂ ਕਿਹਾ ਮੇਰੀ ਵਾਰੀ ਆਉਂਦੀ ਤੇ ਮੈਂ ਜਵਾਬ ਦੇਣਾ। ਤੁਹਾਡੀ ਵਾਰੀ नहीं आएगी, खुद बनानी पड़ेगी स्ट्रगल करके। नहीं मैं इंतजार, मेरे सब्र है, मैं कर लेना। नहीं इंतजार की मतलब है, वो बंदे 7-8 बैठे ने, हर बंदे दी ख्वाहिश है मैं कोई ना कोई गल मुस्लिम साहब अमन अजीज साहब ने मेरे सवाल का जवाब नहीं दिता, नहीं जेडी ज्यादती हो रही है टीएलपी दी। चलो चलो एक मिनट अमन जेडी टीएलपी दी मेहरबानी करो हो रही है सुबह दोपहर शाम, रॉन्ग नंबर गवर्नमेंट आमिर भाई जेडी छतरोल कर रही है टीएलपी दी, क्या जायज है, हलाल है या हराम है? अच्छा चलो तुसी इन्हां दा मुख्तसर दा राग नंबर दा मुख्तसर दा जवाब दे दे और फिर मेरे सवाल दा जवाब बाद विच दे देना। मुस्लिम साहब जज़ाकल्लाह जी। अमर भाई मलक गल है, जे 10 बंदे गल पे करदे होण तेल दियां कीमतां दी, ते तू उत्ते जाके विच वड़ के ते आखे भी मैं अपनी तबलीग लैके आया, ए नबी है मिर्जा ते इहनूं मान लो, वो जेड़े बंदे ने किन्ने बाजार बनगे, आखणगे यार ਅਸੀਂ ਤੇ ਆਪਣੀ ਪ੍ਰੋਬਲਮ पे डिस्कस करने हैं कि साढ़े पे तेल महंगा होया है, गड्डियां तेल पान, तू जेड़ी गल है कि इस मौजू ते गल नहीं दिलचस्पी रखदे आकर। ये देखो इखलाकी तौर ते नहीं बराड़े, मैं एक दीनी क्वेश्चन पूछया ना, मैं ਤੁਹਾਨੂੰ आटे दाल दे चावल दी कीमत ते नहीं पूछया, मैं पूछया साडी एक गल, एक ऐसी जमात मैनू गल कर लेंदे। नहीं जवाब ते नानू आंदा, मैं प्याना जवाब ते नानू पूरा हर जवाब दा मलक है कि जे बंदा पहले ही सियाना होवे ते उस मजलिस जाके गल करदा है, जेड़ी मजलिस दे विच गल हो रही है उस मौजू दे उत्ते बंदे गल करदे होण या कर रहे होण, जे ना होवे जिस वेले अगले बेजारी दा इजहार करन फिर ते पिछे हट जाना चाहिए ना, फिर धक्का तो नहीं करना चाहिए। नहीं तुसीं मेरी मर्जी दी गल जेड़ी मैं चाहना, तुसीं सारे अपने मौजू छड्ड के मेरे मौजू ते गल करो, क्या इंसाफ है? लैंड का भी जवाब ताकि मेरे जैसे जेडे स्टूडेंट्स हैं, मेरे जैसे जेडे नादान ने, उन्होंने पता चल जाए क्या इन्हां दी जेड़ी छतरोल हो रही है वो जायज़ है, हलाल है या गवर्नमेंट शरीयत के खिलाफ कोई काम कर रही है। एक लैंड का तो बंदा तो जवाब दे देंदा, क्योंकि आवाम बड़ी कन्फ्यूज है, अज की नौजवान नस्ल बहुत कन्फ्यूज है कि असी बाबा खादम रिजवी रहमतुल्लाह अलैह दी ਜਿਹੜੀ ਉਹਨਾਂ ਨੇ ਇੱਕ ਡਿਕਟੇਟਰਸ਼ਿਪ ਬਣਾਈ ਹੋਈ ਸੀ ਆਪਣੇ ਔਲਾਦ ਦੀ ਨਸਲ ਵਿੱਚ, ਉਹਨਾਂ ਦੇ ਪਿੱਛੇ ਜਾਈਏ, ਉਹਨਾਂ ਦੇ ਪਿੱਛੇ ਜਿਹੜੇ ਬੰਦੇ ਵੀ ਉਹਨਾਂ ਦੇ ਵਿਚਾਰਿਆਂ ਦੇ ਸ਼ਹੀਦ ਹੋ ਰਹੇ ਨੇ, ਉਹਨਾਂ ਦੇ ਪਿੱਛੇ ਖੜੇ ਹੋਈਏ, ਮਦਰਸੇ ਮਸਾਜਿਦ ਬੰਦ ਹੋ ਰਹੇ ਨੇ, ਤਾਲੇ ਲੱਗ ਰਹੇ ਨੇ, ਬਕੌਲ ਜਿਹੜੇ ਲੋਕ ਕਹਿ ਰਹੇ ਨੇ। मैं प्याना कि जदों मार्शल लाया ना परवेज मुशर्रफ ने 12 अक्तूबर 1999 ਦਾ ਦਿਨ ਸੀ, ਤੇ ਲੋਕਾਂ ਮਠਿਆਈਆਂ ਵੀ ਵੰਡੀਆਂ ਤੇ ਸਾਰੇ ਹੀ ਤਕਰੀਬਨ ਪੀਪਲ ਪਾਰਟੀ ਵਾਲੇ ਵੀ ਖੁਸ਼, ਇਮਰਾਨ ਖਾਨ ਵੀ ਖੁਸ਼, ਉਦੋਂ ਇਮਰਾਨ ਖਾਨ ਹੀ ਨਵਾਂ ਹੀ ਸੀ, ਤੇ ਈਵਨ ਜਿਹੜੇ ਨਵਾਜ਼ ਲੀਗ ਦੇ ਬੰਦੇ ਨੇ ਉਹ ਵੀ ਵਿੱਚੋਂ ਕਈ ਖੁਸ਼ ਸਨ, ਜਿਹੜੇ ਅੱਛਾ ਆਪਣਾ ਲੈ ਨਹੀਂ ਸਨ ਰਿਵਾਰਡ। ਆਰਮੀ ਵਾਲੇ ਵੀ ਸਾਰੇ ਨਾਲ ਹੀ ਸਨ, ਤਾਂ ਹੀ ਫੈਸਲਾ ਕੀਤਾ ਕਿ ਮਾਰਸ਼ਲ ਲਾ ਦਿਓ, ਉਹਨੂੰ ਚੁੱਕ ਕੇ ਬਾਹਰ ਮਾਰੋ, ਉਹਨੂੰ ਜੇਲ੍ਹ 'ਚ। ਲੇਕਿਨ ਇਹੋ ਜਿਹੇ ਜਿਹੜੇ ਫੈਸਲੇ ਹੁੰਦੇ ਨੇ ਨਾ, ਕੌਮੀ ਫੈਸਲੇ, ਉਹ ਜਿਸ ਵੇਲੇ ਕਰੀਦੇ ਨੇ ਉਸ ਵੇਲੇ ਕੋਈ ਬੰਦਾ ਵੀ ਨਹੀਂ ਇਹ ਕਹਿ ਸਕਦਾ ਕਿ ਜੋ ਮੈਂ ਗੱਲ ਕਹਿ ਰਿਹਾ ਇਹੋ ਹੀ, ਕਿਸੇ ਦੇ ਖਿਆਲ 'ਚ ਸਹੀ ਹੁੰਦੀ ਹੈ, ਕਿਸੇ ਦੇ ਖਿਆਲ 'ਚ ਗਲਤ ਹੁੰਦੀ ਹੈ। ਜਦੋਂ ਵਕਤ ਗੁਜ਼ਰਦਾ ਫਿਰ ਪਤਾ ਲੱਗਦਾ ਹੈ ਕਿ ਇਹ ਫੈਸਲਾ ਸਹੀ ਸੀ ਕਿ ਗਲਤ ਸੀ। ਸੋ ਹੁਣ ਜੋ ਕੋਈ ਹੋ ਰਿਹਾ ਨਾ, ਇਹਦੇ ਬਾਰੇ ਫਿਲਹਾਲ ਕੋਈ ਫੈਸਲਾ ਕਮ ਸੇ ਕਮ ਮੇਰੇ ਕੋਲ ਤੇ ਕੋਈ ਰਾਏ ਨਹੀਂ ਹੈ। ਜਦੋਂ ਇਹ ਵਕਤ ਦੱਸੇਗਾ ਕਿ ਇਹ ਸਹੀ ਫੈਸਲਾ ਕਰ ਰਹੇ ਸਨ ਕਿ ਗਲਤ ਫੈਸਲਾ ਕਰ ਰਹੇ ਸਨ, ਕਿਉਂਕਿ ਕਿਸੇ ਵੇਲੇ ਕਿਸੇ ਤਹਿਰੀਕ ਨੂੰ ਸਖਤੀ ਨਾਲ ਕੁਚ ਲਈਏ ਤੇ ਤਹਿਰੀਕ ਖਤਮ ਹੋ ਜਾਂਦੀ, ਤੇ ਕਈ ਵਾਰ ਜ਼ੁਬਾਨ ਨਾਲ ਕਈ ਵਾਰੀ ਉਹ ਜ਼ਿਆਦਾ ਉੱਭਰਦੀ। ਸੋ ਵਕਤ ਆਵੇਗਾ ਤਾਂ ਪਤਾ ਲੱਗ ਜਾਏਗਾ ਕਿ ਇਹ ਫੈਸਲਾ ਸਹੀ ਹੈ ਜਾਂ ਗਲਤ। ਅੱਜ ਦੀ ਗੱਲ ਨਾ ਕਰੋ, ਜਿਹੜੀ 10 ਸਾਲ ਪਹਿਲੇ ਦੀ, ਜਿਹੜੀ ਪਿਛਲੇ 10 ਤੇ ਅਕਲੀਅਤਾਂ ਤੇ ਜ਼ੁਲਮ ਸਿਤਮ ਇਹ ਵੀ ਤੇਰਾ ਖਿਆਲ ਹੈ ਨਾ, ਤੂੰ ਜਿਹਨੂੰ ਦਹਿਸ਼ਤਗਰਦ
ਗੁੰਡਾਗਰਦ ਕਹਿਣਾ ਪਿਆ ਯਾਰ ਮੈਂ ਨਹੀਂ ਕਹਿ ਰਿਹਾ, ਗਵਰਨਮੈਂਟ ਕਹਿ ਰਹੀ ਹੈ। ਮੈਂ ਤੇ ਗਵਰਨਮੈਂਟ ਆਫ ਪਾਕਿਸਤਾਨ ਦੇ ਇਸ ਅਮਲ ਨੂੰ ਸਰਾਹ ਰਿਹਾ। ਆਹੋ ਠੀਕ ਹੈ, ਮੈਂ ਕਹਿੰਦਾ ਤੇਰੀ ਰਾਏ ਹੋਵੇ ਨਾ। ਮੈਂ ਕਹਿੰਦਾ ਸ਼ਾਇਦ ਜਦੋਂ ਦੀ ਗਵਰਨਮੈਂਟ ਨਵਾਜ਼ ਸ਼ਰੀਫ ਆਈ ਹੈ, ਕੋਈ ਪਹਿਲਾ ਅੱਛਾ ਕਦਮ ਇਹਨਾਂ ਨੇ ਸ਼ਾਇਦ ਕੀਤਾ ਹੈ। ਆਮ ਦੂਜੇ ਪਾਸੇ ਨੇ ਨਾ, ਉਹ ਕਹਿੰਦੇ ਨੇ ਨਬੀ ਪਾਕ ਦੀ ਮੁਹੱਬਤ ਜਗਾ ਦਿੱਤੀ, ਸੋਈ ਹੋਈ ਉਮਤ ਨੂੰ ਜਗਾ ਦਿੱਤਾ ਉਹਨਾਂ। ਇਹ ਦੋਵੇਂ ਰਾਏ ਜਿਹੜੀਆਂ ਨੇ ਪੈਦਲ ਚੱਲਦੀਆਂ ਨੇ, ਵਕਤ ਸਾਬਤ ਕਰਦਾ ਹੈ ਕਿਹਦੀ ਗੱਲ। ਲਾ ਹੌਲਾ ਵਲਾ ਕੁਵਤਾ ਇਲਾ ਬਿਲਾ ਮੈਂਬਰੇ ਰਸੂਲ ਤੇ ਬਹਿ ਕੇ ਗਾਲਾਂ ਖਾਣਾ 10 ਸਾਲਾਂ ਤੋਂ ਪਹਿਲੇ ਵੀ ਕਿੰਨੇ ਗਾਲੀ ਬਾਜ਼ ਮੁੱਲਾ ਸਨ, ਹੁਣ ਕਿੰਨੇ ਗਾਲੀ ਬਾਜ਼ ਮੁੱਲਾ ਕੇ ਉੱਤੇ ਕਰ ਲੈ। ਟੀਐਲਪੀ ਦੀ ਕੁਬਰਾੜ ਰੇਪ ਦੀ ਧਮਕੀ, ਟੀਐਲਪੀ ਦਾ ਸਪੋਰਟਰ ਹਾਂ। ਗਵਰਨਮੈਂਟ ਦੀ ਖਵਾਤੀਨ ਨੂੰ ਰੇਪ ਦੀ ਧਮਕੀ ਦੇਣਾ ਦੀ ਖਿਦਮਤ ਹੈ। ਉਹ ਗੱਲ ਸੁਣ ਮੇਰੀ, ਸੁਭਾਨ ਅੱਲਾਹ। ਜੀ ਸਾਨੂੰ ਨਾ ਸਲਾਹ ਉਸਮਾਨ ਰਿਜ਼ਵੀ ਦੀ ਬਰਾੜ ਲੱਗੀ ਹੈ, ਜਾ ਕੇ ਉੱਥੇ ਗੱਲ ਕਰ, ਜਵਾਬ ਲੈ ਕੇ ਜਾ ਕੇ ਉਹਨਾਂ ਨਾਲ ਗੱਲ ਕਰ। ਰਿਜ਼ਵੀ ਦੀ ਬਰਾੜ ਲੱਗੀ ਹੈ ਸਾਨੂੰ ਤੇ ਇੰਜ ਉਸਮਾਨ ਰਿਜ਼ਵੀ ਦੀ ਬਰਾੜ ਲੱਗੀ ਆ, ਪਿਓ ਦਾ ਜਾ ਕੇ ਉਹਦੇ ਸਾਹਮਣੇ ਗੱਲਾਂ ਕਰੀ। ਆਪਣੇ ਪਿਓ ਦੇ ਨਾਲ ਮੈਂ ਇਹ ਗੱਲ ਕੀਤੀ ਹੈ ਕਿ ਆਪਣੇ ਪਿਓ ਦੇ ਤੇ ਉਸਮਾਨ ਰਿਜ਼ਵੀ ਨਾਲ ਜਾ ਕੇ ਇਸ ਗੱਲ ਤੇ ਡਿਬੇਟ ਕਰ। ਨਹੀਂ ਸਾਹਿਬ ਇਹ ਵੀ ਬਰਾੜ ਲੱਗੀ ਆ ਆਦਮ ਰਿਜ਼ਵੀ ਰਹਿਮਤੁल्लाह ਅਲੈਹ ਜਿਹੜੇ ਕਿ ਲੰਗੜੇ ਸੀ, ਉਹਨਾਂ ਦੀ ਜ਼ੁਬਾਨ ਨਾ ਯੂਜ਼ ਕਰੋ। ਆਪਣੇ ਹਰ ਬੰਦਾ ਆਪਣੇ ਪਿਓ ਦਾ ਹੀ ਹੁੰਦਾ, ਤੁਸੀਂ ਵੀ ਆਪਣੇ ਪਿਓ ਦੇ ਕਿਸੇ ਹੋਰ ਦੇ ਪਿਓ ਦੇ। ਮੈਂ ਤੁਹਾਨੂੰ ਕਹਿਣਾ ਜਾ ਕੇ ਕਰੋ ਨਾ ਭਾਈ ਨੂੰ ਥੱਲੇ ਲਾਓ ਜ਼ਰਾ ਇਹਨੂੰ ਗੈਰਤ ਨੂੰ ਵੇਖੋ। ਬੰਦ ਕਰ ਤੇ ਅਮਰ ਭਾਈ ਬਿਲਕੁਲ ਬਿਹਤਰੀਨ ਕੀਤਾ ਜੀ ਅਮਰ ਭਾਈ, ਠੀਕ ਕੀਤਾ ਜੀ। ਖਾਮੋਸ਼ ਹੋ ਜਾ, ਵੀ ਕਹਿਣਾ ਬੇ ਠੀਕ ਕੀਤਾ ਅਮਰ ਭਾਈ, ਖਾਮੋਸ਼ ਹੋ ਜਾ। अस्सलाम वालेकुम वरहमतुल्लाहि वबरकातुहू। सुबह बखैर रेडियो पाकिस्तान। ਜਿਹੜਾ ਬੰਦਾ ਕਿ ਧੱਕਾ ਕਰਦਾ, ਅਸੀਂ ਹੁਣ ਇੱਕ ਮੌਜੂ ਤੇ ਗੱਲ ਪੇ ਕਰਨੇ ਆ। 8-10 ਬੰਦੇ ਬੈਠੇ ਆ ਥੱਲੇ, 50 ਕਹਿੰਦਾ ਮੇਰੇ ਵਾਲੇ ਮੁੰਨੇ ਯਾਰ ਅਸੀਂ ਤੇਰੇ ਵਾਲੇ ਮੌਜੂ ਦਿਲਚਸਪੀ ਨਹੀਂ ਰੱਖਦੇ ਤੇ ਕਰ ਲੈ। ਨਹੀਂ ਤੁਸੀਂ ਇਹਦੇ ਤੇ ਗੱਲ ਕਰੋ। ਧੱਕਾ ਕਰਦਾ ਲਾ ਮਾਲਾ, ਤੂੰ ਗਾਲਾਂ ਖਾ ਕੇ ਨਿਕਲਦਾ, ਫਿਰ ਕਹਿਣਾ ਕਿ ਮੇਰੇ ਨਾਲ ਫਲਾਣੇ ਨੇ ਮਿਸਬਿਹੇਵ ਕੀਤਾ ਹੈ। अस्सलाम वालेकुम। जान दे मान पाइए कि गल कर रहे हैं सर जी। क्या हाल ने जी? ठीक ठाक। ਅਮਰ ਸਾਹਿਬ ਸਾਨੂੰ ਵੀ ਕੋਈ ਮਿੰਟ ਦਿਓ, ਠਹਿਰ ਜਾਓ। ਇੱਕ ਗੱਲ ਹੈ ਮੀਰ ਸਾਹਿਬ, ਅਮਰ ਭਾਈ ਤੁਸੀਂ ਵਟਾ ਇੱਕ ਮਾਰਿਆ ਸੀ ਉੱਥੇ ਫੇਵਰਟ 49 ਜਿੱਥੇ ਬੈਠਾ ਸੀ, ਤੁਸੀਂ ਕਿਹਾ ਸੀ ਕਹਿੰਦਾ ਤੁਸੀਂ ਨਬੂਵਤ ਗੱਲ ਨਹੀਂ ਕਰਨੀ ਮਿਰਜ਼ਾ ਸਾਹਿਬ ਦੇ ਤੇ ਕੱਲ ਰਾਤ ਨੂੰ ਵੀ ਨਾ ਅੰਸਰ ਰਜ਼ਾ ਨੂੰ ਵਕਤ ਪਿਆ ਸੀ ਤੇ ਨੀਚੋਂ ਇੱਕ ਬੰਦਾ ਲਿਖ ਰਿਹਾ ਸੀ ਕਿ ਮੈਂ ਇਹ ਬੜਾ ਰੌਲਾ ਬਣਿਆ, ਪਰ ਉਹ ਸਾਨੂੰ ਵੀ ਸਮਝ ਲੱਗਾ ਰੌਲਾ ਕੀ ਹੈ। ਅਸਾਂ ਵੀ ਆਈ ਬਰਾੜ ਦੇ ਧੱਕਾ ਕਰਨ ਨੇ ਬਲੂਟੁੱਥ ਲਾਇਆ, ਆਵਾਜ਼ ਵਾਪਸ ਆਉਣ ਲੱਗੀ। ਗੁੱਜਰ ਸਾਹਿਬ ਤੁਸੀਂ ਉਸ ਵੇਲੇ ਆ ਕੇ ਬੈਠੇ ਹੋ ਏਡੀ ਦੀ ਲਾ ਕੇ ਡਿੱਪੀ ਤੇ ਬੋਲੇ ਤੁਸੀਂ ਇੱਕ ਵਾਰੀ ਕੋਈ ਗੱਲ ਕਰਨੀ ਜੇ ਮੈਂ ਸੁਣਦਾ ਮੇਰੇ ਕੀ ਹੋ ਸਕਦਾ ਨਾ, ਇੱਕ ਗੁਜਰ ਬੋਲਦਾ ਜੀ ਪਿਆ ਇਹ ਗੁਜਰ ਐਡੇ ਚੁੱਪ ਚਪੀਤੇ ਤੇ ਨਹੀਂ ਤੁਸੀਂ ਕਰਨਾ ਚਾਹੁੰਦਾ ਗੁਜਰ। ਮੈਂ ਅਮਨਦੀਪ ਭਾਈ ਸਿਰਫ ਇੱਕ ਗੱਲ ਕਰਨੀ ਸੀ, ਮੈਨੂੰ 6 ਮਹੀਨੇ ਹੋ ਗਏ ਇੱਥੇ ਆਇਆ ਨੂੰ। ਇੱਥੇ ਸਿਰਫ ਇੱਕ ਗੱਲ ਹੁੰਦੀ ਸੀ ਕਿ ਨਬੀ ਆ ਸਕਦਾ ਜਾਂ ਨਹੀਂ ਆ ਸਕਦਾ, ਲੇਕਿਨ ਤੁਸੀਂ ਟੇਬਲ ਹੀ ਟਰਨ ਕਰਕੇ ਰੱਖ ਦਿੱਤਾ। ਦੱਸੋ ਜਿਹੜਾ ਆ ਗਿਆ ਉਹ ਨਬੀ ਹੈਗਾ ਕਿ ਨਹੀਂ ਹੈਗਾ? ਤੇ ਬਹੁਤ ਅੱਛਾ ਕੰਮ ਹੈ, ਅਲਹਮਦੁਲਿਲਾ, ਅੱਲਾਹ ਪਾਕ ਤੁਹਾਨੂੰ ਜਿਤਾ ਦੇ। ਤੇ ਮੈਂ ਇੰਨਾ ਹੀ ਕਰਨਾ ਸੀਗਾ, ਬਾਕੀ ਕੋਈ ਨਹੀਂ, ਤੁਹਾਨੂੰ ਸੁਣਦੇ ਰਹੀਦਾ। ਕਰੋ ਆਪਣੀ ਗੱਲ। हाँ जी उस्ताद जी, गल कर सकते हैं या किसी ਤੁਸੀਂ ਹੋਰ ਤਕਰੀਰ ਕਰਨਾ ਚਾਹੋਗੇ? ਮੈਂ ਤੇ ਅੱਗੇ ਵੀ ਨਹੀਂ ਪਿਆ ਕਰਦਾ। ਜਿਹੜੇ ਬੰਦੇ ਪਏ ਆਉਂਦੇ ਨੇ ਉਹਨਾਂ ਨੂੰ ਮੌਕਾ ਦੇ ਦਿਓ। ਇੱਕ ਰੈੱਡ ਕਾਰਡ ਵਾਲਾ ਐਮਰਜੈਂਸੀ ਮਰੀਜ਼ ਆਇਆ ਤੇ ਪਹਿਲਾਂ ਉਹਨੂੰ ਸੁਣ ਲੈਂਦੇ। ਤੁਹਾਡੇ ਕੋਲ ਤੇ ਪੀਲਾ ਕਾਰਡ ਹੈ ਨਾ, ਤੁਹਾਨੂੰ ਅਟੈਕ ਤੇ ਨਹੀਂ ਹੋਇਆ ਦਿਲ ਦਾ? ਨਹੀਂ ਇਹਨੇ ਕਿ ਲੱਤ 'ਚ ਦਰਦ ਹੈ। ਕਾਰਡਸ ਦਾ ਮਤਲਬ ਕੀ ਹੈ, ਸਾਨੂੰ ਇਹ ਸਮਝਾਓ। ਇਹ ਕਾਰਡਸ ਤੁਸੀਂ ਯੈਲੋ ਕਾਰਡ, ਔਰੇਂਜ ਕਾਰਡ, ਰੈੱਡ ਕਾਰਡ ਕਹਿੰਦੇ ਹੋ, ਇਹਦਾ ਮਤਲਬ ਕੀ ਹੈ? ਇਹ ਰੈੱਡ ਕਾਰਡ ਹੋਣਾ ਤੁਹਾਨੂੰ ਨਜ਼ਰ ਆ ਜਾਂਦਾ ਜਿਸ ਵੇਲੇ ਮਰੀਜ਼ ਬੋਲੇਗਾ। ਤੇ ਜੀ ਨਜ਼ੀਰ ਸਾਹਿਬ ਬੋਲੋ ਭਲਾ। जी अस्सलाम वालेकुम वरहमतुल्लाहि वबरकातुहू। अच्छा आमिर नज़ीर साहब, ਤੁਸੀਂ ਤੁਹਾਡਾ ਗਹਿਰਾ ਮੁਤਾਲਾ ਹੈ। ਗੱਲ ਇਹ ਜਿਹੜਾ
ਗੱਲ ਇਹ ਕਿ ਗਾਰਾ ਬੜਾ ਸਾਰਿਆਂ ਗਹਿਰਾ ਸਾਰਿਆਂ ਮਸਾਲਾ ਨੇ ਹੈ ਤੇ ਤੁਸੀਂ ਥੋੜੀ ਜਿਹੀ ਰਹਿਨੁਮਾਈ ਕਰੋ ਵੀ ਤੁਸੀਂ ਉਹਨਾਂ ਦੇ ਦਾਅਵੇ ਨੂੰ ਕਿਸ ਤਰ੍ਹਾਂ ਸਮਝਦੇ ਹੋ। ਬਈ ਮੈਂ ਤੇ ਗੱਲ ਹੁਣ ਮੈਂ ਕਰਨ ਲੱਗਾ ਤੇ ਨਜ਼ੀਰ ਸਾਹਿਬ ਗੱਲ ਬੜੀ ਫसी है साड़ी। मिर्जा साहब कहते हैं कि जायल मुखालफ मुझ पर इल्ज़ाम लगाते हैं कि ये शख्स नबूवत का मुद्दई है, ठीक है ना। 4 सफ़े अगे जाके ते अपने मुरीद की गल लिखते हैं कि मेरा एक मुरीद है तो लोगों ने उन्होंने कहा कि तेरा गुरु जो है वह नबूवत का दावा करता है, तो उन्हें इनकार कर देता है, उन्हें जवाब सही नहीं देता। हुण दसो कोई मुखालफा का इल्ज़ाम दुरुस्त सी या नहीं सी, सवाल साडा ये वे। नहीं मैं वो आमिर नज़ीर साहब जरा कोई रहनुमाई करन ना इस गल च ਉਹ ਕੀ ਕਹਿੰਦੇ ਨੇ। ਇਹ ਰਹਿਨੁਮਾਈ ਉਹਨਾਂ ਵੀ ਕਰਨੀ ਜਿਹੜੀ ਮੈਂ ਕਰ ਦਿੱਤੀ ਤੁਹਾਡੀ ਵੀ ਸਾਨੂੰ ਇਹ ਖੁਦ ਕਨਫਿਊਜ਼ ਆ ਕਿ ਉਹ ਮੁਖਾਲਫਾਂ ਦਾ ਇਲਜ਼ਾਮ ਮਿਰਜ਼ਾ ਸਾਹਿਬ ਨੇ ਕਬੂਲ ਕੀਤਾ ਸੀ ਉਸ ਵੇਲੇ ਜਾਂ ਨਹੀਂ। ਨਹੀਂ ਉਹਨਾਂ ਨੇ ਤਾਂ ਕਬੂਲ ਨਹੀਂ ਕੀਤਾ ਪਰ ਉਹ ਫਿਰ ਦੱਸਿਆ ਅਸਲ ਗੱਲ ਕਿਹੜੀ ਹੈ। ਫਿਰ ਮੁਰੀਦ ਨੂੰ ਕਿਉਂ ਕਿਹਾ ਨੇ ਕਿ ਤੂੰ ਗਲਤ ਜਵਾਬ ਦਿੱਤਾ ਹੈ, ਜਿਸ ਲੋਕ ਇਨਕਾਰ ਕੀਤਾ ਮੁਦਈਆ ਨਬੂਵਤ ਦਾ ਤੇ ਉਹਨੂੰ ਕਿਉਂ ਕਹਿਣ ਤੂੰ ਗਲਤ ਜਵਾਬ ਦਿੱਤਾ ਹੈ। ਹਾਂ ਮਤਲਬ ਬਿਲकुल ਇਨਕਾਰ ਤੇ दावे नबूवत तो इनकार उस तरीके से फिर जेड़ा समझाई है जेड़ी गल वो ਤੁਹਾਨੂੰ ਕੀ ਸਮਝ ਆਈ ਹੈ ਵੀ ਉਹਨਾਂ ਨੇ ਫਿਰ ਕੀ ਉਹ ਜਿਹੜੀ ਸਮਝਾਈ ਹੈ ਮਿਰਜ਼ਾ ਸਾਹਿਬ ਨੇ ਗੱਲ 11 12 ਸਫ਼ਿਆਂ ਚ ਜੀ ਭਾਈ ਸਾਡੇ ਹਿਸਾਬ ਤੋਂ ਨਿਰੀ ਜਲੇਬੀ ਹੈ। ਜੇ ਤੁਹਾਨੂੰ ਸਮਝ ਆਈ ਹੈ ਤੇ ਤੁਸੀਂ ਸਾਨੂੰ ਸਮਝਾ ਦਿਓ। ਨਹੀਂ ਮਤਲਬ ਸਾਨੂੰ ਨਾ ਸਮਝਾ ਦਿਓ। ਅੱਛਾ ਆਮਿਰ ਨਜ਼ੀਰ ਸਾਹਿਬ ਤੁਹਾਨੂੰ ਸਮਝ ਨਹੀਂ ਆਈ। नहीं मैनू नहीं आया कि मैं तो मुखालिफ हाँ, मैं तो जाहिल हाँ, मैं तो बदतरीन मुखालिफ। टोनी नु तो समझा दियो ना। मैं भी मुखालिफ हां, मैं समझा देना, मैं भी समझा देना। अच्छा ਤੁਸੀਂ ਸਮਝਾ ਤੇ ਤੁਸੀਂ ਸਮਝਾ ਸਕਦੇ ਹੋ ਤਾਂ ਉਹਨਾਂ ਦੀ ਭੰਡੀ ਮੁਕਾ ਦਿਓ ਤੁਸੀਂ। ਜੇ ਤੁਸੀਂ ਸਮਝਾ ਸਕਦੇ ਹੋ ਤੇ ਉਹਨਾਂ ਦੇ ਘਰ ਭੰਡੀ ਪਈ ਹੈ। ਭੰਡੀ ਤੁਹਾਨੂੰ ਪਵੇਗੀ ਕਿਉਂਕਿ ਤੁਹਾਡੇ ਕੋਲ ਚਸ਼ਮਾ ਮਾਰਫਤ ਨਹੀਂ ਹੈ। ਤੁਸੀਂ ਇੱਕ ਮੁਖਾਲਿਫ ਔਰ बदतरीन मुखालिफ की तरह सोचते हो और वेखते हो। ਅਸੀਂ ਤੇ ਮੁਖਾਲਿਫ ਹਾਂ, ਅਸੀਂ ਤੇ ਮੰਨਨੇ ਅਸੀਂ ਮੁਖਾਲਿਫ ਹਾਂ। मैं भी मुखालिफ हाँ, लेकिन मैं ਤੁਹਾਨੂੰ ਸਮਝਾ ਦੇਣਾ ਇਹਨਾਂ ਤੇ ਇੰਨਾ ਸੌਖਾ ਜਵਾਬ ਹੈ ਕਿ ਮਿਰਜ਼ਾ ਸਾਹਿਬ ਨੇ ਜਿੱਥੇ ਕਿਹਾ ਕਿ ਜਾਹਿਲ ਮੁਖਾਲਿਫ ਮੇਰੇ ਉੱਤੇ ਇਹੋ ਜਿਹੀ ਨਬੂਵਤ ਦਾ ਇਲਜ਼ਾਮ ਲਾਉਂਦੇ ਨੇ ਕਿ ਮੈਂ ਖੁਦ ਸਾਖਤਾ ਨਬੂਵਤ ਜਾਂ ਹਕੀਕੀ ਨਬੂਵਤ ਦਾ ਦਾਵਾ ਕੀਤਾ ਹੈ। ਇਹੋ ਜਿਹੀ ਨਬੂਵਤ ਹੁੰਦੀ ਕੋਈ ਨਹੀਂ, ਖੁਦ ਸਾਖਤਾ ਨਬੂਵਤ ਵੀ ਜਾਂ ਕਿਸੇ ਨੇ ਇਹੋ ਜਿਹਾ ਇਲਜ਼ਾਮ ਲਾਇਆ। ਬਰੀਨ ਸਾਹਿਬ ਬਰੀਨ ਸਾਹਿਬ ਸੁਣਨੀ ਨਹੀਂ ਤੇ ਫਿਰ ਫਾਇਦਾ ਹੀ ਕੋਈ ਨਹੀਂ। ਗੱਲ ਮੇਰੀ ਸੁਣੋ ਨਾ, ਗੱਲ ਮੇਰੀ ਗੌਰ ਨਾਲ ਸੁਣੋ। ਮਿਰਜ਼ਾ ਸਾਹਿਬ ਦੀ ਤਹਿਰੀਰ ਵਿੱਚ ਤਸਰਫ ਨਾ ਕਰੋ, ਆਪਣੇ ਅਲਫਾਜ਼ ਸ਼ਾਮਲ ਨਾ ਕਰੋ, ਆਪਣੀਆਂ ਗੱਲਾਂ ਨਾ ਪਾਓ। ਹੈ ਬਈ ਇਹੋ ਜਿਹੀ ਨਬੂਵਤ ਦਾ ਦਾਵਾ ਕਰਦੇ ਨੇ ਤੇ ਉਹੋ ਜਿਹੀ ਨਬੂਵਤ ਦਾ ਨਾ ਕਿਸੇ ਨੇ ਇਹੋ ਜਿਹੀ ਗੱਲ ਆਖੀ ਤੇ ਨਾ ਮਿਰਜ਼ਾ ਸਾਹਿਬ ਲਿਖੀ ਹੈ। ਨਹੀਂ ਖਲੋ ਜਾਓ, ਕਿਹੜਾ ਇਕਤਬਾਸ ਪੜ੍ਹ ਰਹੇ ਹੋ? ਮੇਰੀ ਗੱਲ ਮੁਕੰਮਲ ਹੋ ਲੈਣ, ਮੇਰੀ ਗੱਲ ਮੁਕੰਮਲ ਹੋ ਲੈਣ ਤੇ ਫਿਰ ਤੁਸੀਂ ਬੋਲਣਾ। ਮੈਂ ਇਹ ਕਹਿ ਰਿਹਾ ਇਹ ਗੱਲ ਜਿਹੜੀ ਤੁਸੀਂ ਕੋਲੋਂ ਐਡ ਕਰ ਰਹੇ ਹੋ ਉਸ ਗੱਲ ਦੇ ਵਿੱਚ ਕਿ ਜਾਹਿਲ ਮੁਖਾਲਿਫ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਕਿ ਮੈਂ ਇੱਕ ਖੁਦ ਸਾਖਤਾ ਨਬੂਵਤ ਦਾ ਦਾਵਾ ਕਰ ਰਿਹਾ ਜਿਹੜੀ ਆਜ਼ਾਦ ਨਬੀ ਪਾਕ ਦੇ ਖਿਲਾਫ, ਇਹੋ ਜਿਹਾ ਨਾ ਤੇ ਕਿਸੇ ਮੁਖਾਲਿਫ ਨੇ ਇਲਜ਼ਾਮ ਲਾਇਆ ਨਾ ਮਿਰਜ਼ਾ ਸਾਹਿਬ ਨੇ ਲਫ਼ਜ਼ ਲਿਖੇ ਨੇ कि मैं ऐसी नबूवत का दावा कर रहे हैं। मिर्जा साहब कह रहे हैं जाहिल मुखालिफ मुझ पर ये इल्ज़ाम लगाते हैं कि गोया इस शख्स ने नबी और रसूल होने का दावा किया। ए इल्ज़ाम सिर्फ इन्नी गल ना तो किसी मुखालिफ ने गल आखी है ना मिर्जा साहब लिखी। तुसी कोलों ही विच पाई जांदे हो मैं मुखालिफ तुसी मुखालिफ नहीं, तुसी उन्हां दे मेरी सुन लो ना, तुसी उन्हां दे मुखालिफ अगर हो ਤੇ ਫਿਰ ਤੁਸੀਂ ਐਨੀ ਹੈਰਾਫੇਰੀ ਤਾਂ ਨਾ ਕਰੋ ਜਿੰਨੀ ਤੁਸੀਂ ਕਰਨ ਲੱਗੇ ਹੋ। ਨਹੀਂ ਮੈਂ ਹੈਰਾਫੇਰੀ ਨਹੀਂ ਕਰ ਰਿਹਾ, ਜਿਹੜਾ ਇਕਤਬਾਸ ਮੈਂ ਪੜਿਆ ਉਹਦੇ ਮਫਹੂਮ ਬਿਆਨ ਕਰ ਰਿਹਾ ਔਰ ਇਜਾਜ਼ਤ ਹੋ ਤਾਂ ਮੈਂ ਇਕਤਬਾਸ ਪੜ੍ਹ ਕੇ ਵੀ ਤੁਹਾਨੂੰ ਸੁਣਾ ਸਕਦਾ। ਇਕਤਬਾਸ ਪੜ੍ਹ ਕੇ ਸੁਣਾ ਦਿਓ ਲੇਕਿਨ ਆਪਣੇ ਲਫ਼ਜ਼ ਨਹੀਂ ਵਿੱਚ ਸ਼ਾਮਲ ਕਰੋ। ਬਟਾਲਵੀ ਸਾਹਿਬ ਨੇ ਜਵਾਬ ਦਿੱਤਾ ਠੀਕ ਹੋ ਗਿਆ। ਮੈਨੂੰ ਲਫ਼ਜ਼ ਤੁਹਾਡੇ ਨਾਲ ਬਹੁਤੇ ਸ਼ਾਮਲ ਕਰਨੇ ਆਉਂਦੇ ਨੇ, ਲਫ਼ਜ਼ ਨਹੀਂ ਵਿੱਚ ਸ਼ਾਮਲ ਕਰਨੇ। ਜੋ ਮਿਰਜ਼ਾ ਸਾਹਿਬ ਨੇ ਆਖਿਆ ਉਹੀ ਰੱਖੋ। ਠੀਕ ਹੋ ਇਜਾਜ਼ਤ ਦਿਓ ਜੀ। रूहानी खजाना जिल्द नंबर 4 सफ़ा नंबर 390 फरमाते ने और बेईमानी का फतवा रखा है और दज्जाल और जाल और काफर नाम रखा है। इन इल्ज़ामात की निस्बत अगरचा मैं बार बार बयान किया और अपनी किताबों का मतलब सुना कि कोई कलमा कुफर इनमें नहीं है और ना मुझे दावा नबूवत और खरूज अज़ उम्मत और ना मैं मुनकर मौजज़ात और मलाइक और ना लैलतुल क़द्र से इनकारी हूँ और हज़रत सल्लल्लाहु अलैहि वसल्लम के ख़ातमुन नबिय्यीन होने का कायल हूँ और यकीन कामिल से जानता हूँ और इस बात पर मुहकम ईमान रखता हूँ कि हमारे नबी सल्लल्लाहु अलैहि वसल्लम ख़ातमुन नबिय्यीन हैं और अनजनाब के बाद इस उम्मत के लिए कोई नबी नहीं आएगा, ना नवा ना पुराना। कहो सुभान अल्लाह, सुभान अल्लाह। ठीक है, उन्होंने तो किया कि मैं तो नबूवत दा दई है ही नहीं।
बल्कि दूसरे दरवाजे अंदर ਇਹ ਵੀ ਲਿਖਿਆ ਕਿ ਜਿੱਥੇ ਜਿੱਥੇ ਗੱਲ ਨਹੀਂ ਨਾ ਸੁਣਦੇ ਤੁਸੀਂ ਲੋਕ ਅਗਰ ਤੁਸੀਂ ਪੜ੍ਹਨੀ ਪਾਣੀ ਦੇ ਮੈਂ ਕਰੋ ਪਰ ਆਪਣਾ ਟਾਈਮ ਵੀ ਗਿਣਤੀ ਵੀ ਰੱਖੋ ਮੈਂ ਨਾਲ ਪੁੱਛਿਆ ਕਿਹੜੇ ਸਾਲ ਦੀ ਏ ਇਹ ਤਾਰੀਖ ਕਿਹੜੇ ਸਾਲ ਦੀ ਏ खोल लो वो तो पढ़ लो रूहानी खजाइन जिल्द नंबर 4 सफा नंबर 390 निशान आसमान ਮੈਨੂੰ ਨਹੀਂ ਪਤਾ ਹੈ 1892 ਆਹੋ 92 93 ਨਹੀਂ ਅਸਦ ਸਾਹਿਬ ਜਿਹੜੀ ਤੁਸੀਂ ਤਹਿਰੀਰ ਪੜ੍ਹੀ ਹੈ ਇਹਦੇ ਚੋਂ ਨਤੀਜਾ ਕੀ ਕੱਢਿਆ ਜੇ जो नतीजा यही निकलता कि मिर्जा साहब ना ते मुजज़ात दे मुनकर ने ना लैलतुल कदर दे मुनकर ने और नबी करीम सल्लल्लाहु अलैहि वसल्लम खातमुन नबीयीन मनदे ने और उन्हां दे बाद ना किसी नवे नबी दे आंदे ना किसी पुराने नबी दे आंदे कायद हुण दसो ठीक कहो सुभान अल्लाह एक मिनट मैं चुप करो मैं दसन लगा नज़ीर साहब इस गल नाल एग्री हो पट्टो जी माइक नज़ीर साहब हां जी ए मिर्जा साहब ने लिखिया बिल्कुल इस गल नाल एग्री हो जी बिल्कुल मिर्जा साहब ने जो लिखा है कि ना नवा नबी आ सकता है ना पुराना नबी आ सकता है जी बिल्कुल एग्री हो जी बिल्कुल मिर्जा साहब ने आज तो बाद नबी तो नहीं मनन लगे नहीं नबी नहीं आ सकता ना नवा ना पुराना तो केड़ा आ सकता है वो भी दस्या मिर्जा साहब की ने मिर्जा साहब की ने नहीं वो पे मतलब है कि जिली बरूजी उम्मती नबी ते है ना उन्होंने क्या है जिली बरूजी के हुंदा है जिली बरूजी के हुंदा है भाई जिली बरूजी दा सानू नहीं पता के हुंदा है जिली बरूजी नबी ना नवा आ सकदा ना पुराना ए मिर्जा साहब ने लिखिया है नहीं तुसी आंदे हो मैं इहदे नाल एग्री हां आयत जेडी आखिरी मिर्जा साहब ने तुसी मैंने हम लम्मा ये लकूबे वाली आयत दे मुताबिक फिर किन्ने आना वो बरूज आ रहा है हुन उत्थे चल जाओ जी बरूज आ उत्थे चले जाओ साहब जेडी आयत नहीं सूरह जुमा दी आखिरी न मिनहुम लम्मा यल हकूबे उत्थे चल जाओ ओदे मुताबिक ठीक हो गया मिर्जा साहब ने ओदे मुताबिक बरूज आ रहा की थी नहीं नज़ीर साहब मिर्जा साहब ने सूरह जुमा दी आखिरी आयत पेश करके है मफहूम पेश कीता या आयत तफसीर कीती जेडी तुसी कर रहे हो हां जी थोड़ा जाती फहम है नहीं मैं ए तुसी नहीं कीती है ना जी ये वो क्या ये गलती के अजाले च नहीं पढ़ तुसी पढ़ी नहीं है हां नहीं मैं नहीं पढ़ी मेरे च इजाफा करो दसो गलती दा अजाला की कहदा सफा दस दे उसे की कहदा जिल्द दस दे हुन खोल लेंगे हां खोलो ना सफा 200 जेड़ा 15 है ये गलती जिल्द केड़ी है जिल्द नंबर है जी ਤੁਹਾਡੀ 18 216 सफ़ा दी शुरू जड़ी पहली उत्ते पढ़ लो पहली लाइन तो 216 पहली लाइन पढ़ो ਜਿਹੜੀਆਂ ਕਿਤਾਬਾਂ ਤੇ ਆਂਦੇ ਸੀ ਪਾਬੰਦੀ ਕਿਉਂ ਲਾਈ ਉਹ ਕਿਤਾਬਾਂ ਸੀ ਆਪ ਆਨੇ ਆ ਪੜੋ 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 ਬਾਰ-ਬਾਰ ਪੜੋ ਕੋੜੇ ਪੜੋ ਤੇ ਕਿਸੇ ਪਾਸੇ ਲੱਗੋ ਇਹਨਾਂ ਕਿਤਾਬਾਂ ਦੇ ਵਿੱਚ ਹੀ ਸਾਰੀ ਗੱਲ ਲਿਖੀ ਜੀ हाँ जी ठीक है खुल गई साबित हो रहा है जैसा कि आयत अल आखरीन मिनहुम से जाहिर है इस आयत में एक लताफत बयान है ये है कि इस गिरोह का जिक्र तो इसमें किया गया जो सहाबा में से ठहराए गए लेकिन इस जगह इस मौरूद बरूज का तसरीह जिक्र नहीं किया बतरीह जिक्र नहीं किया यानी मसीह मौत का जिसके ज़रिए से वो लोग सहाबा ठहराए और सहाबा की तरह ज़ेर तरबियत हज़रत सल्लल्लाहु अलैहि वसल्लम समझे गए इस तरह के ज़िक्र से ये इशारा मतलूब है कि मौरद बरूज़ हुक्म नफ़ी वजूद का रखता है इसलिए इसकी बरूज़ी नबूवत और रसालत से मोहर ख़ातमियत नहीं टूटती ऐसे तो नहीं लिखी आप समझिए समझ आई कि उसके वो बरूज के आने से ये जो इशारा इसमें आखरीन में आ रहा है इसकी वजह से जो बरूज आ साडा सवाल की सी नज़ीर साहब साडा सवाल की सी
कि मिर्ज़ा साहब ने नबी होने का दावा किया या नहीं? ਤੁਸੀਂ ਕਿਹਾ ਉਹਨਾਂ ਨੇ ਇਹ ਫਰਮਾਇਆ ਕਿ ਅਗਰ ਇੱਥੇ ਇਸ਼ਾਰਾ ਮਿਲੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਖਾਤਮੀਅਤ ਨੂੰ ਫਰਕ ਨਹੀਂ ਪੈਂਦਾ, ਉਹਨੇ ਬਰੂਜ਼ ਜਾਣਾ ਬਰੂਜ਼ ਹੀ ਅੱਗੇ ਉਹੀ ਗੱਲ ਜਿਹੜੇ ਅਸ਼ਰਫ ਅਲੀ ਥਾਨਵੀ ਨੇ ਕੀਤੀ ਕਿ ਬਾਜ਼ ਨਬੀ ਕੋ ਪੈਦਾ ਵੀ ਹੋ ਜਾਏ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਖਾਤਮੀਅਤ ਨਬੀਨ ਨੂੰ ਜਿਹੜਾ ਉਹ ਫਰਕ ਨਹੀਂ ਪੈਂਦਾ। ਇਹ ਗੱਲ ਅਸ਼ਰਫ ਅਲੀ ਥਾਨਵੀ ਸਾਹਿਬ ਨੇ ਨਹੀਂ ਲਿਖੀ ਹੈ, ਨਾਨੋਤਵੀ ਸਾਹਿਬ ਨੇ ਕਾਸਿਮ ਨਾਨੋਤਵੀ ਸਾਹਿਬ ਨੇ ਮਾਜ਼ਾ, ਠੀਕ ਹੈ। ਤੇ ਮੈਂ ਕਹਿੰਦਾ ਉਹੀ ਗੱਲ ਇਹਨਾਂ ਨੇ ਇੱਥੇ ਕੀਤੀ ਹੈ, ਲੇਕਿਨ ਇੱਥੇ ਕਿੱਥੇ ਕਿਹਾ ਹੈ ਜਿਹੜਾ ਤੁਸੀਂ ਫਹਿਮ ਪੇਸ਼ ਕੀਤਾ ਉੱਥੇ ਲਿਖੀ मिर्ज़ा साहब ने तो आप क्लियर किया कि मेरा ते ना लैलतुल कदर होंदा इनकारी है, ना तो मौजज़ात दा होंदा इनकारी, ना मैं किसी नबूवत नबी करीम सल्लल्लाहु अलैहि वसल्लम के बाद ना कोई नवा नबी ना कोई पुराना नबी आंदी गायना। और उसके बाद मजमूआ इश्तिहार के अंदर उन्होंने और भी किया कि खिदमत में वाज़े करना चाहता हूँ कि अगर वो इन लफ्ज़ों से नाराज़ हैं, किन लफ्ज़ों तो नबी या रसूल, और इनके दिलों पर ये अल्फाज शाक हैं, तो वो इन अल्फाज को तरमीम शुदा तसव्वुर फरमा कर बजाय इसके कि मुहद्दिस का लफ्ज़ मेरी तरफ से समझ लें, क्योंकि किस तरह मुझको मुसलमानों में तफरका और नफाक डालना मंजूर नहीं, जिस हालत में इब्तिदा से मेरी नीयत में जिसको अल्लाह जल्ल शानहू खूब जानता है, इस लफ्ज़ नबी से मुराद नबूवत हकीकी नहीं है बल्कि सिर्फ मुहद्दिस मुराद है। जिस तरह हज़रत सल्लल्लाहु अलैहि वसल्लम ने मुकल्लम मुराद लिए हैं, यानी मुहद्दिसों की निस्बत फरमाया। हाँ जी, तो नबी करीम सल्लल्लाहु अलैहि मिर्ज़ा साहब ने ना फरमा सड़े कि जिथे जिथे रसूल या नबी है तुसी ਉਹਨੂੰ ਕੀ ਕਹੀਦਾ ਹੈ ਤਰਮੀਮ ਸ਼ੁਦਾ ਮੰਨ ਕੇ ਉੱਥੇ ਮੁਹੱਦਸ ਕਰ ਲਵੋ। ਕਰ ਲਓ ਜੀ, ਅੱਜ ਤੋਂ ਬਾਅਦ ਮੁਹੱਦਸ ਕਰ ਲਓ ਨਜ਼ੀਰ ਸਾਹਿਬ, ਤੇ ਗੁਨਾ ਮਿਰਜ਼ਾ ਸਾਹਿਬ ਨੂੰ ਨਬੀ ਮੰਨਿਓ। अच्छा नज़ीर साहब एक सवाल पूछना छोटा जहाँ कर जवाब दे दियो ਮੇਰੇ ਕੋਲੋਂ ਕਿ ਦੂਜੇ ਨਜ਼ੀਰ ਬੁਲਾਓ। ਤੁਸੀਂ ਮਿਰਜ਼ਾ ਸਾਹਿਬ ਨੂੰ ਇਸ ਤਰ੍ਹਾਂ ਹੀ ਨਬੀ ਮੰਨਦੇ ਹੋ ਜਿਸ ਤਰ੍ਹਾਂ ਹਜ਼ਰਤ ਈਸਾ ਅਲੈਹਿ ਸਲਾਮ ਨੂੰ ਮੰਨਦੇ ਆ, ਹਜ਼ਰਤ ਮੂਸਾ ਅਲੈਹਿ ਸਲਾਮ, ਯਾਕੂਬ ਅਲੈਹਿ ਸਲਾਮ ਨੂੰ? ਨਹੀਂ ਉਸ ਤਰ੍ਹਾਂ ਨਬੀ ਨਹੀਂ ਨਾ ਮੰਨਦੇ ਤੁਸੀਂ? ਉਹ ਮੁਸਤਕਿਲ ਨਬੀ ਨੇ। हाँ यही मैं कह रहे हैं अपने बंदे मुस्तकिल और गैर मुस्तकिल यार बरीन और 1313 यार किसी और ਨੂੰ ਬੋਲਣ ਦੇ ਕਿਤਨੇ 15 ਮਿੰਟ ਹੋ ਗਏ ਬੋਲਦੇ ਹੁਣ ਸਾਨੂੰ ਇੱਕ ਦੋ ਸਵਾਲ ਕਰਨ ਦੇ ਨਜ਼ੀਰ ਸਾਹਿਬ। ਨਹੀਂ ਇਹ ਗੱਲ ਬੜੀ ਅਹਿਮ ਹੈ, ਇਹ ਗੱਲ ਇੱਕ ਮਿੰਟ ਅਸਦ ਸਾਹਿਬ ਬਹਿਰੀਨ ਸਾਹਿਬ ਚੁੱਪ ਕਰਿਓ। ਇਹ ਤੁਸੀਂ ਉਸ ਤਰ੍ਹਾਂ ਨਹੀਂ ਮੰਨਦੇ ਨਜ਼ੀਰ ਸਾਹਿਬ? ਯਾਰ ਮੇਰੇ ਪੁੱਛ ਲੈਂਦੇ ਨਜ਼ੀਰ ਸਾਹਿਬ ਫਿਰ ਚਲੇ ਜਾਣਗੇ। ਫਿਰ ਤੁਸੀਂ ਪੁੱਛ ਲਓ, नहीं तुसी उन पुछ लो अबू बकर भाई अंसर आजादी वीडियो कटियो। नहीं अबू बकर भाई अंसर आजादी वीडियो ले। नज़ीर साहब पढ़े लिखे ने, संजीदा ने, मतलब एक मैच्योर इंसान ने, अपनी जवाब दे एक उम्मीदवार ने, मेंबर ने, वो सदका खैरात भी करते ने तो वो एक अच्छा जवाब देंगे। जमात अहमदिया नो ते मिर्ज़ा साहब नो अच्छी तरह समझते हैं क्योंकि वो जमात दे विच मौजूद ने, खुद उन्हां दे अकायद भी है ने, उन्हां दे अकायद दुरुस्त ने। जी नज़ीर साहब ਹੁਣ ਸਵਾਲ ਪੁੱਛ ਲਓ ਜਿਹੜਾ ਪੁੱਛਣਾ ਹੈ, ਤਕਰੀਰ ਛੱਡ ਦਿਓ। हाँ जी नज़ीर साहब थोड़ा जिहा उन्होंने जवाब दिता। मैं पूछ रहा सी कि जिस तरह एक मैन स्ट्रीम मुसलमान ने ਜਿਹੜੇ ਉਹ ਜਾਂ ਤੁਸੀਂ ਜਮਾਤ ਅਹਿਮਦੀਆ ਦੇ ਬੰਦੇ ਵੀ ਜਿਸ ਤਰ੍ਹਾਂ ਤੁਸੀਂ ਨਬੀਆਂ ਨੂੰ ਮੰਨਦੇ ਹੋ, ਹਜ਼ਰਤ ਈਸਾ ਅਲੈਹਿ ਸਲਾਮ ਹੋ ਗਏ, ਮੂਸਾ ਅਲੈਹਿ ਸਲਾਮ, ਯਾਕੂਬ ਅਲੈਹਿ ਸਲਾਮ, ਨੂਹ ਅਲੈਹਿ ਸਲਾਮ, ਜਿਨ੍ਹਾਂ ਦਾ ਕੁਰਾਨ ਵਿੱਚ ਜ਼ਿਕਰ ਹੈ, ਤੁਸੀਂ ਉਹੀ ਦਰਜਾ ਦਿੰਦੇ ਹੋ, ਉਸ ਤਰ੍ਹਾਂ ਹੀ ਮੰਨਦੇ ਹੋ ਮਿਰਜ਼ਾ ਸਾਹਿਬ ਨੂੰ ਜਾਂ ਨਹੀਂ? ਇਹ ਸਵਾਲ ਹੈ ਮੇਰਾ। ਮੇਰੇ ਪਿਆਰੇ ਭਾਈ, ਉਹ ਜਿਹੜੇ ਨੇ ਨਾ ਬਰਾਏ ਰਾਸਤ ਨਬੀ ਮੁੰਤਖਬ ਕੀਤੇ ਗਏ ਨੇ, ਇੰਤਖਾਬ ਹੋਇਆ ਉਹਨਾਂ ਦਾ, ਮੁਸਤਕਿਲ ਨਬੀ ਨੇ, ਔਰ ਉਸ ਤਰ੍ਹਾਂ ਮਿਰਜ਼ਾ ਸਾਹਿਬ ਦਾ ਇੰਤਖਾਬ ਨਹੀਂ ਹੋਇਆ, ਮੁਸਤਕਿਲ ਨਬੀ ਨਹੀਂ ਨੇ। ਉਹਨਾਂ ਇੰਤਖਾਬ ਨਹੀਂ ਪੁੱਛਿਆ, ਈਮਾਨ ਲਾਣੇ ਦੀ ਪੁੱਛੀ ਨੇ, ਈਮਾਨ ਲਾਣੇ ਨਹੀਂ। ਹਾਂ ਈਮਾਨ ਲਾਣੇ ਦੀ। ਅੱਛਾ ਉਹ ਜਿਹੜਾ ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਇੱਕ ਹਵਾਲਾ ਜਿਹੜਾ ਹੈ ਕੁਝ ਹਦੀਸ ਵਿੱਚ ਹੈ, ਕਿਹੜੀ ਤਰ੍ਹਾਂ ਇਹਦੇ 'ਚ ਲਿਖਿਆ ਹੈ कि मेहदी जो आखिरी ज़माने में आएगा वो शरई काम में हज़रत मोहम्मद मुस्तफ़ा सल्लल्लाहु अलैहि वसल्लम का ताबे होगा और मारिफ और अलूम और हकीकत में तमाम अंबिया और औलिया उसके ताबे। नज़ीर साहब ਅਸੀਂ ਤੇ ਇਮਾਮ ਮਹਿਦੀ ਦੀ ਗੱਲ ਹੀ ਨਹੀਂ ਕੀਤੀ, ਅਸੀਂ ਤਾਂ ਮਿਰਜ਼ਾ ਸਾਹਿਬ ਦੀ ਸਮਝਣਾ ਚਾਹ ਰਹੇ ਹਾਂ। ਇਹ ਜਿਹੜੇ ਕਹਿ ਰਹੇ ਨੇ ਨਾ, ਮੇਰੀ ਗੱਲ ਸੁਣੋ, ਇਹਨਾਂ ਦਾ ਜਿਹੜਾ ਸਵਾਲ ਹੈ ਕਿ ਉਹਨਾਂ ਦਾ ਮਕਾਮ ਮਰਤਬਾ ਕੀ ਹੋਏਗਾ, ਔਰ ਆਪਣੇ ਅਕੀਦੇ ਦੇ ਮੁਤਾਬਕ ਦਰੁਸਤ ਜਵਾਬ ਦਿੱਤਾ ਕਿ ਉਹ ਹਕੀਕੀ ਨਬੀ ਨੇ। ਅਸੀਂ ਮਿਰਜ਼ਾ ਸਾਹਿਬ ਨੂੰ ਉਸ ਤਰ੍ਹਾਂ ਈਮਾਨ ਨਹੀਂ ਲਾਉਂਦੇ ਜਿਸ ਤਰ੍ਹਾਂ ਕਿ ਬਾਕੀ ਅੰਬਿਆ ਦੇ ਉੱਤੇ ਲਾਦੇ ਆ। ਇਹਨਾਂ ਦੇ ਨਜ਼ਦੀਕ ਬਾਕੀ ਜਿਹੜਾ ਨਹੀਂ ਲਾਉਂਦੇ, ਕਿੱਥੇ ਆਖਿਆ ਨੇ ਉਹਨਾਂ ਦਾ ਮਕਾਮ ਮਰਤਬਾ ਮਿਰਜ਼ਾ ਸਾਹਿਬ ਸਵਾਲ ਨੂੰ ਮੋੜ ਰਹੇ ਹੋ। ਮਿਰਜ਼ਾ ਸਾਹਿਬ ਇਹਨਾਂ ਨਜ਼ੀਰ ਸਾਹਿਬ ਨੇ ਜਿਹੜਾ ਨਾ ਇਹ ਕਲੀਅਰ ਕਰ ਦਿੱਤਾ ਕਿ ਉਹ ਹਕੀਕੀ ਨਬੀ ਨੇ ਤੇ ਮਿਰਜ਼ਾ ਸਾਹਿਬ ਉਹ ਨਬੀ ਨਹੀਂ ਨੇ ਜਿਸ ਤਰ੍ਹਾਂ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਹੋ ਗਏ, ਮੂਸਾ ਅਲੈਹਿ ਸਲਾਮ, ਜਿਨ੍ਹਾਂ ਦਾ ਜ਼ਿਕਰ 25, 26, 27 ਜਿਨ੍ਹਾਂ ਦਾ ਜ਼ਿਕਰ ਹੈ ਕੁਰਾਨ ਵਿੱਚ,
ਉਹ ਨਬੀ ਨਹੀਂ ਨੇ ਮਿਰਜ਼ਾ ਸਾਹਿਬ, ਉਹ ਹਕੀਕੀ ਨਬੀ ਨੇ, ਉਹ ਅੱਲਾ ਦੀ ਤਰਫੋਂ ਨਬੀ ਨੇ। ਤੇ ਇਹਨਾਂ ਨੇ ਨਜ਼ੀਰ ਮਿਰਜ਼ਾ ਸਾਹਿਬ ਨੇ ਸਾਹਿਬ clear ਕਰ ਕਲੀ ਦਿੱਤਾ। ਤਰਫੋਂ ਨੇ, ਮਿਰਜ਼ਾ ਸਾਹਿਬ ਨਹੀਂ 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 ਮੁਦਈ ਨੇ। ਇਹ ਤੁਸੀਂ ਟਰੂ ਮੁਸਲਿਮ ਭਾਈ ਕੁਝ ਗੱਲ ਆਪਣੀ ਤਰਫੋਂ ਵਿੱਚ ਸ਼ਾਮਿਲ ਕਰ ਰਹੇ ਹੋ ਨਾ, ਮੇਰਾ ਉਹ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਹੀਂ ਹੈ। ਉਹ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਬਰਾਹ ਰਾਸਤ ਇੰਤਖਾਬ ਹੈ, ਔਰ ਇੱਥੇ ਜਿਹੜਾ ਇੰਤਖਾਬ ਹੈ ਉਹ ਤਵਸਤ ਹੈ, ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि ਵਸੱਲਮ ਦੇ ਵਸੀਲੇ ਨਾਲ ਇੰਤਖਾਬ ਹੈ, ਉਹਨਾਂ ਦੀ ਮੋਹਰ ਨਾਲ ਹੈ। ਮਤਲਬ ਮੇਰੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਪੈਰਵੀ ਕਰਕੇ ਉਹ ਹੈ ਨੇ ਜੋ ਵੀ ਹੈ ਨੇ। ਇੱਕ ਮਿੰਟ ਗੱਲ ਸੁਣੋ, ਜਿਹੜਾ ਇੱਥੇ ਇੰਤਖਾਬ ਹੈ ਨਾ, ਇਹ ਉਹਨਾਂ ਨਬੀਆਂ ਤੋਂ ਵੀ ਇਹਨਾਂ ਨੂੰ ਫਜ਼ੀਲਤ ਦੇ ਰਿਹਾ। ਫਿਰ ਜਿਹੜਾ ਮੁਹੰਮਦ ਮੁਸਤਫਾ ਸੱਲੱਲਾਹੁ ਦੀ ਖਾਤਮੀਅਤ ਤੋਂ ਬਾਅਦ ਜਿਹੜੀ ਨਬੂਵਤ ਆ ਰਹੀ ਹੈ, ਉਹ ਪਹਿਲੇ ਫਜ਼ੀਲਤ ਰੱਖਦੀ ਹੈ। ਅਫਜ਼ਲੀਅਤ ਦੇ ਬਾਬ ਦੇ ਅੰਦਰ ਤੁਸੀਂ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਤੋਂ ਉਤਰ ਕਰ ਮਿਰਜ਼ਾ ਸਾਹਿਬ ਨੂੰ ਸਭ ਤੋਂ ਅਫਜ਼ਲ ਮੰਨਦੇ ਹੋ। ਹਜ਼ਰਤ ਈਸਾ ਤੋਂ ਅਫਜ਼ਲ, ਹਜ਼ਰਤ ਮੂਸਾ ਤੋਂ ਅਫਜ਼ਲ, ਹਜ਼ਰਤ ਇਬਰਾਹੀਮ ਤੋਂ ਅਫਜ਼ਲ। ਹਾਂਜੀ ਨਹੀਂ, ਉਹਨਾਂ ਨੇ ਕਿਹਾ ਨਾ ਅਸੀਂ ਉਹਨਾਂ ਤੋਂ ਅਫਜ਼ਲ ਨਹੀਂ ਮੰਨਦੇ, ਉਹ ਹਕੀਕੀ ਨਬੀ ਉਹ ਜਨਾਬ ਤੁਸੀਂ ਨਹੀਂ ਪੜ੍ਹੀ, ਤੁਸੀਂ ਨਹੀਂ ਪੜ੍ਹੀ ਤਾਂ ਨਾ ਗੱਲ ਕਰੋ। ਸਾਹਿਬ ਦੇ ਬਾਰੇ ਚ ਨਜ਼ੀਰ ਸਾਹਿਬ ਦਾ ਵਕਫ ਹੈ ਕਿ ਉਹ ਨਬੀ ਪਾਕ ਦੀ ਪੈਰਵੀ ਕਰਕੇ ਜੋ ਪੜ੍ਹੀ ਨਹੀਂ ਟਰੂ ਮੁਸਲਿਮ ਕਿਉਂ ਵਿੱਚ ਹਰ ਸ਼ਰਤ ਗਲਤੀ ਕੇ ਨਾਲ ਫਸਾ ਲੈਂਦਾ। ਟਰੂ ਮੁਸਲਿਮ ਸਾਹਿਬ ਆਪ ਥੋੜਾ ਜਿਹਾ ਗਲਤ ਉਧਰ ਲੈ ਜਾ ਰਹੇ ਹੋ। ਮੈਂ ਗੱਲ ਜਿਹੜੀ ਕੀਤੀ ਉਹਨੂੰ ਸਮਝੋ ਕਿ ਉਹ ਜਿਹੜਾ ਮੁਹੰਮਦ ਮੁਸਤਫਾ ਦੀ ਉਮਤ ਵਿੱਚ ਨਬੂਵਤ ਆਏਗੀ, ਉਹ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि ਵਸੱਲਮ ਦੀ ਖਤਮ ਨਬੂਵਤ ਦੀ ਵਜ੍ਹਾ ਤੋਂ ਇਧਰ ਫਜ਼ੀਲਤ ਹੈ, ਉਹਨਾਂ ਨਬੀਆਂ ਤੋਂ ਵੀ ਇਹਨਾਂ ਨੂੰ ਫਜ਼ੀਲਤ ਦਿੱਤੀ ਗਈ ਹੈ। ਇਹ ਜ਼ਿਲੀ ਬਰੂਜ਼ ਦੀ ਸਵਾਲ ਵਾਪਸ ਦੁਹਰਾ ਦੇਣਾ ਕਿ ਮਿਰਜ਼ਾ ਸਾਹਿਬ ਦਾ ਮੁਕਾਮ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਤੋਂ ਉਤਰ ਕਰ ਜਮਾਤ ਅਹਿਮਦੀ ਦੇ ਕਰੀਬ ਸਾਰੇ ਨਬੀਆਂ ਤੋਂ ਅਫਜ਼ਲ ਹੈ ਨਹੀਂ ਜਾਂ ਨਹੀਂ ਹੈ ਅਫਜ਼ਲੀਅਤ ਦੇ ਬਾਬ ਦੇ ਅੰਦਰ? ਜੀ ਮੈਂ ਇੱਥੇ ਦੱਸ ਰਿਹਾ कि ਜਿਹੜੇ लिख रहे हैं ना हदीस से आ रहे ऐसे उसे चाह रहा है कि मेहदी जो आखिरी ज़माने में आएगा वो शरई अहकाम में हज़रत मोहम्मद मुस्तफ़ा सल्लल्लाहु अलैहि वसल्लम का ताबे होगा। सुने जी ना, एक मिनट गल सुन लो। और मारिफ और अलूम हकीकत में तमाम अम्बिया और औलिया उसके ताबे होंगे। अगर मारिफ और अलूम और हकीकत में तमाम अम्बिया उसके जो है ना ताबे हैं तो उनका मकाम फिर क्या हुआ? कम है मकाम उनका। नबी आने से खत्म नबूवत की कसर शान होती है। नबी आने से मिर्जा साहब तो ये कह रहे हैं नहीं, अगर नबी आए तो कसर शान है, कोई फर्क नहीं पड़ता। तो हज़रत मोहम्मद सल्लल्लाहु अलैहि वसल्लम की कसर शान है अगर नबी आए। एक मिनट खलोते जाओ। कसर शान क्या है चौहान साहब? कसर शान का क्या मानी है? मतलब उनकी शान कम होती है। अगर नबी आ जाए तो कसर शान होती है मोहम्मद सल्लल्लाहु अलैहि वसल्लम की, यानी कि उनकी शान कम हो जाती है उससे। नज़ीर साहब ने दोबारा सवाल दोहरा देना। मिर्जा साहब ने क्या कि नहीं? नज़ीर साहब मैं फिर वापस सवाल दोहरा देना। ਤੁਸੀਂ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਬਾਅਦ ਸਭ ਤੋਂ ਅਫਜ਼ਲ ਮਿਰਜ਼ਾ ਸਾਹਿਬ ਨੂੰ ਮੰਨਦੇ ਹੋ ਜਾਂ ਨਹੀਂ ਮੰਨਦੇ? ਹਾਂਜੀ ठीक है। मिर्जा साहब तमाम अंबिया से अफजल नहीं है, सिर्फ हजरत ईसा अलैहिस्सलाम से अफजल है। जनाब मौजूद है मिर्जा बशीरुद्दीन अहमद, तो चलो तुसी ते खिलाफत। ਉਹ ਮਿਰਜ਼ਾ ਬਸ਼ੀਰੁੱਦੀਨ ਮਹਿਮੂਦ ਨੂੰ ਲੈ ਜਾਓ ਜਿੱਥੇ ਲਿਆਓ, ਜਿੱਥੋਂ ਨਿਕਲਿਆ ਉੱਥੇ ਲੈ ਜਾਓ। ਮੈਂ ਤੁਹਾਨੂੰ ਕਿਹਾ ਨਾ ਕਿ ਤੁਸੀਂ ਨਹੀਂ ਮੰਨਦੇ ਤਾਂ ਮੈਂ ਤੁਹਾਡੇ ਨਾਲ ਉਸ ਮੌਜੂਦ ਤੇ ਬਹਿਸ ਨਹੀਂ ਕਰ ਸਕਦਾ। ਨਜ਼ੀਰ ਸਾਹਿਬ ਦੇ ਨਾਲ ਮੌਜੂਦ ਤੇ ਗੱਲ ਹੋ ਸਕਦੀ है। क्या नाम है चौहान साहब, ये जो है ना मुहियुद्दीन इब्न अरबी ने जड़ा लिखा है ना, उन्होंने मुहियुद्दीन अरबी तेरा प्यो है? कौन है मुहियुद्दीन अरबी? यार एक कोई अक्लों का यानी एवं अपने को मुहियुद्दीन अरबी ने लिखा है। हजरत मोहम्मद सल्लल्लाहु अलैहि वसल्लम की गल करो। मुहियुद्दीन अरबी ने लिखी है, फलाने ने लिखी है, ताहिर कादरी है कह रहा है। उम्मत दे बुजुर्ग है ना, तेरे तो अकलमंद होने है ने कि नहीं? तू ओ भाई अकल दा काम ले, अकल ना काम ले, रेफरेंस ओदा देना चाहिए है। इब्न अरबी तो तू अकलमंद है, इब्न अरबी अकलमंद है ज्यादा। इब्न अरबी कौन है ਤੁਹਾਡਾ? ਮਾਮੂਰ ਵੀ ਨਾਲ ਤੁਹਾਡਾ ਤਾਂ ਕੋਈ ਵੀ ਨਹੀਂ ਉਹਦੇ ਨਹੀਂ, ਤੁਹਾਡਾ ਕੁਛ ਹੈ? ਤੁਹਾਡਾ ਕੀ ਮਿਰਜ਼ਾ ਸਾਹਿਬ ਨੇ ਇਬਨ ਅਰਬੀ ਨੂੰ ਲਿਖਿਆ ਕਿ ਉਹਨੂੰ ਫਾਲੋ ਕਰਿਆ ਕਰੋ? ਨਹੀਂ ਫਾਲੋ ਨਹੀਂ ਹੋ ਰਿਹਾ ਗੱਲ। ਰਾਸ ਉਮਤ ਦੇ ਜਿਹੜੇ ਬਜ਼ੁਰਗ ਗੁਜ਼ਰੇ ਨੇ ਉਹਨਾਂ ਦਾ ਉਹ ਬਈ ਉਹਨੂੰ ਕੀ ਪਤਾ ਉਮਤ ਦਾ? ਇਬਨ ਅਰਬੀ ਨੂੰ ਕੀ ਉਮਤ ਦਾ ਪਤਾ? ਜੇ ਤੂੰ ਮਤਲਬ ਹੈ ਤੂੰ ਆਪਣੇ ਆਪ ਨੂੰ ਇਬਨ ਅਰਬੀ ਤੋਂ ਜ਼ਿਆਦਾ ਸਮਝ ਰਿਹਾ ਤੇ ਤੂੰ ਇਬਨ ਅਰਬੀ ਦਾ ਪਿਓ ਸਮਝ ਰਿਹਾ ਆਪਣੇ ਆਪ ਨੂੰ? भाई वो भी एक की सी हो? हाँ तो दस स्कॉलर ने उम्मत दे एक अच्छे बुजुर्ग। कौन कहता है स्कॉलर ने? कौन कहता है? जो खाली बस 200 लोगों का बुजुर्ग है ना, तो वो पूरी उम्मत दे बुजुर्ग ने। ओके, अगर उम्मत दे बुजुर्ग ने तो इब्न अरबी दी गल मन्नो ना, फिर मिर्जा साहब दी क्यों लेके आए हो? मिर्जा साहब दा भांडी क्यों पाई? इब्न अरबी दी गल मन्नो। नहीं है इब्न अरबी दी, मिर्जा साहब की लेना है? बुजुर्ग तो पहले मौजूद थे इब्न अरबी। वो भी एक इस्तदलाल दे रहे हैं कि नहीं दे रहे? और नज़ीर साहब इब्न अरबी को फैसला करा लवा। हां, इब्न अरबी को करा लो फैसला। मैं गल कर उन्होंने गल जेडी कर रहे हैं फिर ओदी गल ओदे को फैसला करा लेना इब्न अरबी को। नहीं उन्होंने जेडी गल कीती है, ए कोई छोटी गल कीती है?
नहीं सुनो ਤੁਸੀਂ ਅੱਛਾ ਨਹੀਂ ਸਾਹਿਬ ਸੁਣੋ ਤੇਰੀ ਸੁਣੋ ਇਬਨ ਅਰਬੀ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਹੋ ਉਹ ਬਈ ਮਿਰਜ਼ਾ ਸਾਹਿਬ ਦੀ ਗੱਲ ਕਰ ਜਿਹੜੇ ਨਹੀਂ ਨਹੀਂ ਸਾਹਿਬ ਤੁਸੀਂ ਇਬਨ ਅਰਬੀ ਨੂੰ ਮੰਨਦੇ ਹੋ ਕਿ ਨਹੀਂ ਬਜ਼ੁਰਗ ਹਸਨ ਕਿ ਨਹੀਂ ਸ਼ਖਸੀਅਤ ਹੈ ਨਾ ਮੈਂ ਗੱਲ ਮੈਂ ਕਰ ਰਿਹਾ ਵੀ ਬਜ਼ੁਰਗ ਮੰਨ ਕੇ ਦੋਏ ਉਹਨਾਂ ਬਜ਼ੁਰਗ ਮੰਨਿਆ ਤਾਂ ਉਹਨਾਂ ਕੋਲ ਫੈਸਲਾ ਕਰਾ ਲੈਣੇ ਆ ਹਾਂ ਠੀਕ ਹੈ ਠਹਿਰੋ ਨਹੀਂ ਇਸ ਫੈਸਲਾ ਕਰਾਓ ਜੀ ਫੈਸਲਾ ਇੱਕ ਮਿੰਟ ਬਜ਼ੁਰਗ ਮੰਨ ਲਿਆ ਫੈਸਲਾ ਕਰਾਓ तो फिर उन्होंने एक इस्तदलाल इख्तियार किया है ਇਹਦੇ ਬਾਰੇ ਦੱਸੋ उन्होंने ਕਿਹਾ ਕਿ ਮਹਿਦੀ ਦੇ ਪੱਲੇ ਕੁਝ ਨਹੀਂ ਹੈ ਤੁਸੀਂ ਕਦੀ ਕਹਿੰਦੇ ਹੋ ਤਾਹਿਰ ਕਾਦਰੀ ਨੇ ਇਹ ਕੀਤਾ ਕਦੀ ਤੁਸੀਂ ਕਹਿੰਦੇ ਹੋ ਡਾਕਟਰ ਅਸਰਾਰ ਨੇ ਇਹ ਕਹਿ ਦਿੱਤਾ ਤੁਹਾਡੇ ਮਿਰਜ਼ਾਈਆਂ ਦੇ ਪੱਲੇ ਕੁਝ ਨਹੀਂ ਰਿਹਾ ਉਹ ਭਾਈ ਇੱਕ ਹਵਾਲਾ ਉਹਨਾਂ ਦੇ ਪੱਲੇ ਬਸ ਇਹੀ ਚੀਜ਼ਾਂ ਨੇ ਇਹਨਾਂ ਦੇ ਬਜ਼ੁਰਗਾਂ ਫਲਾਣੇ ਨੇ ਇਹ ਕੀਤਾ ਫਲਾਣੇ ਨੇ ਇਹ ਕਹਿ ਦਿੱਤਾ ਇਹਨਾਂ ਦੇ ਬਜ਼ੁਰਗਾਂ ਚੋਂ ਹਵਾਲੇ ਦੱਸ ਰਹੇ ਆ ਕਿ ਉਹ ਦੱਸੋ ਉਹ ਕੀ ਐਸੀ ਉਹ ਦੱਸ ਉਹ ਕਹਿ ਰਹੇ ਨੇ ਸਾਡੇ ਬਜ਼ੁਰਗ ਨੇ ਉਹ ਜ਼ਬਰਦਸਤੀ ਉਹਨਾਂ ਦੇ ਪੱਲੇ ਪਾਈ ਜਾ ਰਹੇ ਨੇ ਚੌਹਾਨ ਸਾਹਿਬ ਤੁਸੀਂ ਤੇ ਚੁੱਪ ਹੋ ਉਹਨਾਂ ਦੇ ਨੇ ਤੁਹਾਡੇ ਨਹੀਂ ਨੇ ਉਹਨਾਂ ਦੇ ਬਈ ਉਹ ਕਹਿ ਰਹੇ ਨੇ ਕਿ ਉਹ ਸਾਡੇ ਬਜ਼ੁਰਗ ਨੇ ਕਿਹਾ ਸਾਰੀ ਉਮਰ ਮੰਨਦੀ ਹੈ ਕਿਸ ਤਰ੍ਹਾਂ ਨਹੀਂ ਮੰਨਣਗੇ ਫਿਰ ਉਹੀ ਗੱਲ ਇਬਨ ਅਰਬੀ ਨੂੰ ਨਹੀਂ ਮੰਨਦੇ ਕਿਤਨਾ ਤੁਸੀਂ ਬੇਵਕੂਫ ਮਿਰਜ਼ਾਈ ਵੀ ਸਾਡੇ ਬਜ਼ੁਰਗ ਨਹੀਂ ਫਿਰ ਮੈਂ ਨਹੀਂ ਹਵਾਲਾ ਇੱਥੇ ਜਿੰਨੇ ਲੋਕੀ ਬੈਠੇ ਨੇ ਉਹਨਾਂ ਨੇ ਕਿਹਾ ਹੈ ਸਾਡਾ ਬਜ਼ੁਰਗ ਹੈ ਮੈਂ ਉਹਨਾਂ ਕੋਲ ਪੁੱਛਦਾ ਜਿਹੜੇ ਸਾਰੇ ਬੈਠੇ ਨੇ ਇਨਕਾਰ ਕਰਦੇ ਨਹੀਂ ਮੰਨਦੇ ਮੈਂ ਹਵਾਲਾ ਨਹੀਂ ਮੈਂ ਇਬਨ ਅਰਬੀ ਨੂੰ ਝੂਠਾ ਮੰਨਣਾ ਉਹਨਾਂ ਨੂੰ ਬਜ਼ੁਰਗ ਨਹੀਂ ਮੰਨਦੇ ਲੈ ਸਵਾਲ ਅੱਛਾ ਤੁਸੀਂ ਨਹੀਂ ਮੰਨਦੇ ਹਾਂ ਫਿਰ ਹਵਾਲਾ ਨਹੀਂ ਫਿਰ ਤੁਸੀਂ ਅਗਰ ਮੈਂ ਝੂਠਾ ਮੰਨਣਾ ਉਹਨੂੰ ਝੂਠਾ मैं झूठा मानना कई गल्ला मैं भी इब्ने अरबी को नहीं मानता हमारे नबी सल्लल्लाहु अलैहि वसल्लम में हम उनकी मानते हैं अच्छा बाबियां ਨੂੰ ਨਹੀਂ ਮੰਨਦੇ ਉਧਰ ਤੋਂ ਬਾਬਿਆਂ ਦੇ ਸਾਰਾ ਦੀਨ ਤੁਸੀਂ ਖੜਾ ਕੀਤਾ ਹੈ ਬਾਬਿਆਂ ਤੇ ਦੀਨ ਖੜਾ ਕੀਤਾ ਹੈ ਦੀਨ ਉਹ ਭਾਈ ਆਪਣੇ ਕੋਲੋਂ ਗੱਲਾਂ ਕਰੀ ਜਾਂਦੇ ਤੁਸੀਂ ਮਿਰਜ਼ਾਈ ਜਿੱਥੇ ਤੁਹਾਡੇ ਖਿਲਾਫ ਜਾਹਿਲ ਨੇ ਤੁਹਾਨੂੰ ਪੜਾ ਕੇ ਭੇਜਿਆ ਆਪਣੇ ਕੋਲੋਂ ਤੁਸੀਂ ਗੱਲਾਂ ਬਣਾਈਆਂ ਉਹ ਫਲਾਣਾ ਤੁਹਾਡਾ ਜਿੱਥੇ ਇਹਨਾਂ ਦੇ ਖਿਲਾਫ ਜਾਂਦੀ ਹੈ ਨਾ ਗੱਲ ਔਰ ਮਸੀਹ ਮਾਊਦ ਦੇ ਹੱਕ ਦੀ ਗੱਲ ਜਾਂਦੀ ਹੈ ਉੱਥੇ ਨਹੀਂ ਮੰਨਦੇ ਖੁਦ ਤੁਸੀਂ ਮਿਰਜ਼ਾ ਸਾਹਿਬ ਨੂੰ ਛੱਡ ਚੁੱਕੇ ਉਹ ਗੱਲ ਨਹੀਂ ਮੰਨਦੇ ਜਿਹੜੀ ਜਮਾਤ ਅਹਿਮਦੀਆ ਦੇ ਹੱਕ 'ਚ ਜਾਂਦੀ ਹੈ ਨਾ ਮਸੀਹ ਮਾਊਦ ਅਲੈਹਿਸਸਲਾਮ ਦੇ ਹੱਕ 'ਚ ਉਹ ਹੱਕ 'ਚ ਜਾਂਦੀ ਹੈ ਇਬਨ ਅਰਬੀ ਤੁਹਾਡੇ ਹੱਕ 'ਚ ਕਹੇਗੇ ਇੱਕ ਮਿੰਟ ਰੁਕੋ ਇਸ ਤਰ੍ਹਾਂ ਨਹੀਂ ਹੈ ਐਸੇ ਬੇਅਕਲੇ ਲੋਕ ਨੇ ਇੱਕ ਮਿੰਟ ਰੁਕੋ ਮਿੱਠਾ ਮਿੱਠਾ ਆਪ ਤੇ ਕੂੜਾ ਕੋੜਾ ਨਜ਼ੀਰ ਸਾਹਿਬ ਕਿਸੇ ਵੇਲੇ ਮਾਈਕ ਬੰਦ ਵੀ ਕਰ ਲਿਆ ਕਰੋ ਨਾ ਇਬਨ ਅਰਬੀ ਦੀ ਇਬਾਰਤ ਜਿਹੜੀ ਹੈ ਨਾ ਉਹਨਾਂ ਦੀ ਆਪਣੀ ਜ਼ੁਬਾਨ ਵਿੱਚ ਪੜ੍ਹ ਕੇ ਸੁਣਾਓ ਕਿਹੜੀ ਕਿਤਾਬਾਂ 'ਚ ਲਿਖੀ ਕਿ ਉਹਨਾਂ ਲਿਖਿਆ ਉਹਨਾਂ ਦੀ ਜ਼ੁਬਾਨ ਵਿੱਚ ਲਿਖੀ ਉਹ ਪੜ੍ਹ ਕੇ ਸੁਣਾਣੀ ਜੇ ਪਾਕਟ ਬੁੱਕ ਨਹੀਂ ਮਾੜੇ ਸਾਹਮਣੇ ਪੜ੍ਹਨੀ ਉਹਨਾਂ ਦੀ ਇਬਾਰਤ ਪੜ੍ਹਨੀ ਜੇ जनाब इजाजत है गुफ्तगू जी ਉਹ ਅਰਬੀ ਚ ਲਿਖੀ थी ये बड़ी उस मैं तो नज़ीर साहब 2 मिनट दो ये 1 मिनट ठहरे जरा 1 मिनट ठहरे 1 मिनट ठहरे यार जरा ये मिर्जा साहब कह रहे हैं अगर गौर से देखा जावे तो हमारे नबी करीम को आपके बाद किसी दूसरे के नबी न कहलाने से शौकत है और हज़रत मूसा के बाद और लोगों के भी नबी कहलाने से उनकी कसरे शान यानी कोई और नबी ना आए हजरत मोहम्मद सल्लल्लाहु अलैहि वसल्लम के बाद अल्लाह हजरत मोहम्मद सल्लल्लाहु अलैहि वसल्लम की शौकत है जवाब दी है तारिक साहब फिर एक सवाल यहाँ पे ये पैदा होता है अच्छा एक मिनट नज़ीर साहब हमेशा एक सवाल रखते हैं बारे में की ख्याल है ਤੁਸੀਂ ਕਹਿੰਦੇ ਸੋ सवाल रखते हैं अहमदी बाकी अंबिया तो मतलब मिर्जा साहब ਦੇ ਬਾਰੇ ਚ ਕਹਿੰਦੇ ਸੋ ਅਫਜ਼ਲ ਵੀ हजरत मोहम्मद सल्लल्लाहु अलैहि वसल्लम के बाद कोई नबी नहीं आ सकता ਤੇ ਮਿਰਜ਼ਾ ਸਾਹਿਬ ਤੇ ਖੁਦ ਮਿਰਜ਼ਾ ਸਾਹਿਬ ਦਾ ਤੇ ਖੁਦ ਇਹ ਮੌਕਫ ਹੈ ਆਪਣੀ ਕਿਤਾਬ ਵਿੱਚ ਲਿਖਦੇ ਨੇ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੋਂ ਬਾਅਦ ਅਗਰ ਕੋਈ ਨਬੀ ਆਏ ਤੇ ਨਬੀ ਪਾਕ ਦੀ ਸ਼ਾਨ ਘਟਦੀ ਹੈ ਅਗਰ ਨਾ ਕੋਈ ਆਏ ਤੇ ਉਹਨਾਂ ਦੀ ਸ਼ਾਨ ਜਿਹੜੀ ਹੈ ਵੱਧਦੀ ਹੈ ਠੀਕ ਹੈ ਤੇ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ ਚ ਨਜ਼ੀਰ ਸਾਹਿਬ क्योंकि ये गल है जी असी मैं नहीं कह रहा या कोई होर नहीं कह रहा मिर्जा साहब की खुद अपनी जबानी है उन्होंने अपनी किताब में लिखी हुई है तो इसका इनकार भी नहीं कर सकते ना तुसी दुरुस्त लिखी है बिल्कुल दुरुस्त ਇਹਦੇ ਬਾਰੇ ਲਿਖੀ ਹੁਣ ਕਹਿ ਰਹੇ ਸੋ ਨਾ ਜਿਹੜਾ ਮੁਆਜ਼ਨਾ ਕਰ ਰਹੇ ਸਾਂ ਅਸੀਂ ਮਿਰਜ਼ਾ ਸਾਹਿਬ ਦੇ ਬਾਰੇ ਤੇ ਬਾਕੀ ਅੰਬਿਆ ਦੇ ਬਾਰੇ ਚ ਤੇ ਹੁਣ ਤੁਹਾਡਾ ਕੀ ਖਿਆਲ ਹੈ ਤੁਸੀਂ ਮਿਰਜ਼ਾ ਸਾਹਿਬ ਨੂੰ ਅਫਜ਼ਲ ਸਮਝਦੇ ਹੋ ਬਾਕੀ ਅੰਬਿਆ ਤੋਂ ਜਾਂ ਬਾਕੀ ਅੰਬਿਆ ਦਾ ਮਕਾਮ ਮਿਰਜ਼ਾ ਸਾਹਿਬ ਨਾਲੋਂ ਜ਼ਿਆਦਾ ਹੈ ਤੁਸੀਂ ਉਹਨਾਂ ਦੇ ਉੱਤੇ ਜ਼ਿਆਦਾ ਇਮਾਨ ਰੱਖਦੇ ਹੋ ਜਾਂ ਮਿਰਜ਼ਾ ਸਾਹਿਬ ਦੇ ਉੱਤੇ ਗੱਲ ਸੁਣੋ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि ਵਸੱਲਮ ਦਾ तमाम ਅੰਬਿਆ ਤੋਂ ਮਕਾਮ ਮਰਤਬਾ ਉੱਚਾ ਹੈ ਸਭ ਨਬੀਆਂ ਤੋਂ ਆਪ ਦੇ ਗੁਲਾਮ ਦਾ ਵੀ ਜਿਹੜਾ ਆਉਣ ਵਾਲਾ ਜਿਹੜਾ ਹੈ ਉਹਦਾ ਵੀ ਮਕਾਮ ਉੱਚਾ ਹੈ ਸਭ ਤੋਂ ਨਹੀਂ ਉਹਨਾਂ ਦਾ ਜਿਹੜਾ ਗੁਲਾਮ ਹੋਏਗਾ ਉਸ ਸ਼ਖਸ ਦਾ ਮਕਾਮ और मर्तबा बशमूल अंबिया क्या हो जाएगा नबी पाक ਦਾ ਉਮਤੀ ਹੋਣ ਦੀ ਵਜ੍ਹਾ ਨਾਲ बशमूल अंबिया ਨਜ਼ੀਰ ਸਾਹਿਬ ਜਿਹੜਾ ਨਬੀ ਪਾਕ ਦਾ ਉਮਤੀ ਹੋਏਗਾ ਤਾਂ ਉਹਦਾ ਦਰਜਾ ਬਾਕੀ ਅੰਬਿਆ ਤੋਂ ਉੱਚਾ ਹੋ ਜਾਏਗਾ ਨਬੀ ਪਾਕ ਦਾ ਉਮਤੀ ਹੋਣ ਦੀ ਵਜ੍ਹਾ ਨਾਲ ਨਜ਼ੀਰ ਸਾਹਿਬ ਨੇ ਮੌਨ ਬਰਤ ਰੱਖ ਲਿਆ ठीक हो तारिक साहब एक जो सवाल कि चलो हदीस है ਤੁਸੀਂ ਕਲੀਅਰ ਕਰ ਸਕਦੇ ਨਜ਼ੀਰ ਸਾਹਿਬ ਇਸ ਤਰ੍ਹਾਂ ਦੀ ਕੋਈ ਹਦੀਸ ਨਹੀਂ ਹੈ ਕੋਈ ਹਦੀਸ ਨਹੀਂ ਅਸੀਂ ਝੂਠ ਬੋਲਦੇ ਨੇ ਸਾਰੇ ਇਹਨਾਂ ਦੇ ਖਲੀਫੇ ਵੀ ਝੂਠ ਬੋਲਦੇ ਨੇ ਹਦੀਸ ਨਹੀਂ ਆਇਆ ਹਦੀਸ ਹੋ ਜਾਏਗਾ ਕੋਈ ਹਦੀਸ ਨਹੀਂ अब मिर्जा ताहिर झूठ बोलते कहता है हदीस में आया है मसीह मऊद आएगा तो उसकी खिलाफत जारी हो जाएगी साहिब
किसी जिसे जगह नहीं लिखा है। हज़रत मसीह अलैहिस्सलाम दा शेर है, मैं कभी आदम कभी मूसा कभी याकूब हूँ, नीज इब्राहिम हूँ, नस्लें हैं मेरी बेशुमार। तो ऐ फिर उन्होंने की होया? ख्याल लिया सी ਇਹਦਾ ਮਤਲਬ ਉਹ ਯਾਕੂਬ ਤੋਂ ਵੱਧ ਗਏ, ਇਬਰਾਹੀਮ ਤੋਂ ਵੱਧ ਗਏ? नहीं ਇਹ ਮਤਲਬ ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਉਹਨਾਂ ਨੇ ਖੁਦ ਲਿਖਿਆ ਹੈ ਕਿ ਹਾਂ। ਹਰ ਇੱਕ ਨਬੀ ਦੀ ਮੇਰੇ ਅੰਦਰ ਕੋਈ ਨਾ ਕੋਈ ਖਸੂਸੀਅਤ ਪਾਈ ਜਾਂਦੀ ਹੈ। ਉਹਨਾਂ ਤੋਂ ਵੱਧ ਤੇ ਕਦੀ ਉਹਨਾਂ ਨੇ ਕਿਹਾ ਕਿਤੇ ਕਿ ਮੈਂ ਉਹਨਾਂ ਕੋਲ ਵੱਧ ਗਿਆ। ਨਹੀਂ ਅਗਰ ਹਰ ਨਬੀ ਤੁਸੀਂ ਗੁਲਫ ਕੀਤਾ ਨਾ ਉਹਨਾਂ ਮਿਰਜ਼ਾ ਸਾਹਿਬ ਨੂੰ ਗੁਲਫ ਕਰਕੇ ਤੁਸੀਂ ਉਹਨਾਂ ਨੂੰ ਟਮਣੇ ਤੇ ਚੜਾਇਆ ਤਾਂ ਕਿ ਉਹਨਾਂ ਦੇ ਜਿਹੜੇ ਔਲਾਦ ਹੈ ਉਹਨੂੰ ਵੀ ਟਮਣੇ ਤੇ ਚੜਾਓ ਤੁਸੀਂ। ਖਾਨ ਸਾਹਿਬ ਇੱਕ ਵਜੂਦ ਹੈ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦਾ, ਜਿਹਦੇ ਚ तमाम ਨਬੀਆਂ ਦੀ ਖੂਬੀਆਂ ਨੇ। ਇੱਕ ਮਿਰਜ਼ਾ ਸਾਹਿਬ ਦਾ ਵਜੂਦ ਹੈ ਜਿਸ ਵਿੱਚ तमाम ਨਬੀਆਂ ਦੀ ਖੂਬੀਆਂ ਨੇ, ਤੇ ਮਰਤਬਾ ਤੁਸੀਂ ਦੱਸ ਦਿਓ। तो मर्तबा दस देता है, वो हजरत मोहम्मद सल्लल्लाहु अलैहि वसल्लम दी जुत्ती दे बराबर है मिर्जा गुलाम अहमद, मर्तबा है ਉਹਦਾ। सुन लिया नज़ीर साहब एक गल वैसे दसा, नबी पाक दा उम्मती जितना मर्जी नेक परहेजगार हो जाए ना तो वो नबी दा मुकाबला नहीं कर सकता, वो उन्हां दा मकाम कदी नहीं पा नहीं, वो अफजल मंदे ने तारिक साहब, ट्रू मुस्लिम साहब, वो अफजल मंदे ने तमाम। मिर्जा साहब कहते हैं चूंकि आ हजरत सल्लल्लाहु अलैहि वसल्लम का नाम खातमुल अंबिया रखा गया था, इसलिए खुदा ने ना चाहा कि किसी दूसरे को भी ये नाम देकर आपकी कसरे शान की जावे। तो खातमुल अंबिया दी कसरे शान होंदी कोई नबी। 10 मिनट तो मैं सवाल करना चाह रहे हैं, सुन लो वो सवाल। और किसी नबी में ऐसी खूबियां हैं और किसी गुजरे हुए नबी में ऐसी खूबियां हैं कि तमाम नबियों की खूबियां उसमें दिखाई दे रही हों? ये सिर्फ मोहम्मद मुस्तफा सल्लल्लाहु अलैहि वसल्लम उन्होंने ऐ नहीं किया, उन्होंने ऐ नहीं किया। गुलाम का खासा है। आप मिर्जाइयो, ओ मिर्जाइयो गुलाम ना करो। मिर्जा साहब ने कभी नहीं किया कि मैं तमाम अंबिया तो बात किया। फिर उसका मकाम क्या हुआ उस वजूद का? उसका मकाम ये है कि वो हजरत मोहम्मद सल्लल्लाहु अलैहि वसल्लम की जूतियों का गुलाम है, ये है उसका मकाम। वो तो है ना भाई, वो कब इनकार है? ये उसका मकाम है, वो हजरत मोहम्मद सल्लल्लाहु अलैहि वसल्लम की जूतियों का गुलाम है। सुन लो, थोड़ा सा मौजूद चेंज हो जाएगा, एक ही मौजूद पे बहस करोगे फायदा नहीं। कहा है गाली गलौज से काम में तमाम अंबिया की खूबियां हैं। नज़ीर साहब थोड़ी ब्रेक ले लो। खूबियां नहीं है, उन्होंने क्या कुछ कोई ना कोई सिफ्त मुझे दी गई उसमें से, ऐस तो है मुराद नहीं है। थोड़ी जी कोई चीज ਤੁਹਾਡੇ ਚੋਂ ਕਿਸੇ ਨਬੀ ਦੀ ਮਿਲ ਜਾਏ ਤੁਸੀਂ ਉਸ ਤੋਂ ਅਫਜ਼ਲ ਹੋ ਜਾਓਗੇ। यानी 100% तो जो 5% मिल जाए तो तुसी कहो तो मैं 100% वाले को ज्यादा हो गए। ये अकल मरजाइयां दी है बस। तारिक साहब उन सवाल इजाजत दो, सवाल कर लिए, इस मौजू ਨੂੰ ਮੁਕੰਮਲ ਕਰੋ। हाँ जी करो। ਜਦੋਂ ਵੀ ਅਸੀਂ ਇਕਤਬਾਸ ਰੱਖਨੇ ਆ ਕਿ ਮਿਰਜ਼ਾ ਸਾਹਿਬ ਨੇ ਤਿਆਰ ਫਰਮਾਇਆ ਕਿ ਜਿੱਥੇ ਜਿੱਥੇ ਨਬੀ ਹੈ ਉਸ ਤੋਂ ਮੁਰਾਦ ਮੁਹੱਦਿਸ ਲਿੱਤੀ ਜਾਏ, ਤੇ ਹਮੇਸ਼ਾ ਅਹਿਮਦੀ ਸਾਡੇ ਸਾਹਮਣੇ ਸਵਾਲ ਕਰਦੇ ਨੇ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਸੁਲਹ ਹੁदैबिया ਦੇ ਮੌਕੇ ਦੇ ਉੱਤੇ ਮੁਹੰਮਦ ਨਬੀ ਅੱਲਾ ਕੱਟ ਕੇ ਮੁਹੰਮਦ ਇਬਨ ਅਬਦੁੱਲਾ ਲਿਖਿਆ ਤੇ ਕਿ ਉਹ ਨਬੀ ਨਹੀਂ ਰਹੇ। ਅਗਰ ਮਿਰਜ਼ਾ ਸਾਹਿਬ ਨੇ ਇਹੋ ਜਿਹੀ ਗੱਲ ਕੀਤੀ ਕਿ ਮੇਰੀ ਇਕਤਬਾਸ ਦੇ ਉੱਤੇ ਤਰਮੀਮਸ਼ੁਦਾ ਨੂੰ ਮੰਨਿਆ ਜਾਏ ਤੇ ਇਸ ਤਰ੍ਹਾਂ ਮੁਰਾਦ ਨਹੀਂ ਕਿ ਉਹ ਨਬੀ ਨਹੀਂ ਰਹੇ, ਤੇ ਇਹਦਾ ਕੀ ਜਵਾਬ ਬਣੇਗਾ? ਤੇ ਇਹ ਜਿਹੜੀ ਤੁਹਾਡੀ ਦਲੀਲ ਹੈ ਉਹਨਾਂ ਨੇ ਉਹ ਕੱਟ ਕੇ ਕੀਤਾ ਤੇ ਉਹਦੇ ਬਾਅਦ ਉਹਨਾਂ ਨੇ ਕਿਹਾ ਕਿ ਹਾਂ ਹੁਣ ਮੈਂ ਮਾਜ਼ੂਲ ਹੋ ਗਿਆ ਉਹਦੇ ਤੋਂ। ਕਿਉਂਕਿ ਮਿਰਜ਼ਾ ਸਾਹਿਬ ਤਾਂ ਮਤਵਾਤਰ ਇਹੀ ਗੱਲ ਕਰ ਰਹੇ ਨੇ ਕਿ ਮੈਂ ਮਜਾਜ਼ ਦੇ ਰੰਗ ਦੇ ਵਿੱਚ, ਇਸਤਾਰਾ ਦੇ ਰੰਗ ਦੇ ਵਿੱਚ ਮੈਨੂੰ ਨਬੀ ਦਾ ਨਾਮ ਦਿੱਤਾ ਗਿਆ ਹੈ। ਉਹਨਾਂ ਨੇ ਕਦੇ ਨਹੀਂ ਕਿਹਾ ਅੱਲਾ ਨੇ ਮੈਨੂੰ ਨਬੀ ਬਣਾ ਦਿੱਤਾ है, क्योंकि वो तो कह रहे हैं हजरत मोहम्मद सल्लल्लाहु अलैहि वसल्लम के बाद कोई नबी आ ही नहीं सकता, ना पुराना ना नया। और ला नबी आबाद ही हदीस वो कहते हैं नफी आम है, यानी आम हर चीज की नफी कर दी गई है, किसी तरीके का भी कोई आम है या नफी खास है। ਤੇ ਫਿਰ ਉਹ ਕਿਸ ਤਰ੍ਹਾਂ ਕਹਿ ਰਹੇ ਨੇ ਕਿ ਮੈਨੂੰ ਕਾਮਿਲ ਪੈਰਵੀ ਦੇ ਅੰਦਰ ਜਿਹੜਾ ਨਬੂਵਤ ਦੇ ਸ਼ਰਤ ਮੁਸ਼ਰਫ ਕੀਤਾ ਗਿਆ ਔਰ नहीं, उन्होंने क्या सिर्फ मुझे नबी का नाम दिया गया है, नबी का नाम दिया गया है मजाज के रंग में। ऐ क्या मिर्जा साहब ने, क्योंकि मैनू मुकालमा मुखातबा इलाहिया तो कसरत दे नाल मुशर्रफ किया गया है, इस वजह नाल मैनू नबी का नाम दिता गया है इस्तारा दे रंग दे विच, मजाज के रंग में। 1907 में उन्होंने हकीकतुल वही लिखी है। मिर्जा साहब ने 1907 की हकीकतुल वही, 1908 से फौत हो गए, 1907 में वो हकीकतुल वही में कह रहे हैं सुमैतु नबियन मिनल्लाह अला तरीक़िल मजाज ला वजल हकीका, यानी अल्लाह ताला ने मेरा नाम नबी रखा है मजाज दे तरीक ते, हकीकती तौर पर नहीं, हकीकी तौर पर नहीं। मिर्जा साहब बैठ रहे ने बार बार कभी मेरा इस्तारे दे रंग च है मेरा नाम, नबी आ ही नहीं सकता। कितने लिखी है गल? हकीकतुल वही नहीं, मनु जिल्द दसो, इस तरह मनु नहीं पता चलेगा। हकीकतुल वही तो नहीं पता, जिल्द नंबर 22 रूहानी खजान जिल्द नंबर 22 सफ़ा नंबर, ये इस्तफ्ता जो वो उनका अरबी कलाम है ना जाज, उसके आखिर में वहां पे आपको मिल जाएगा सबसे आखिर में। एक मिनट। अच्छा उस्ताद जी, इस बारे च की कहने ने जदों अहमदी साडे सामने गल रखन
ਕਿ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਸੁਲਹ ਹੁदैबिया ਦੇ ਮੌਕੇ ਤੇ ਉੱਤੇ ਰਸੂਲullah ਕੱਟ ਕੇ ਮੁਹੰਮਦ ਇਬਨ ਅਬਦੁੱਲਾ ਲਿਖਿਆ ਸੀ ਤੇ ਕੀ ਉਹ ਨਬੀ ਨਹੀਂ ਰਹੇ ਸਨ? ਇਹਦਾ ਜਵਾਬ ਕੀ ਦਈਏ ਅਸੀਂ? ਇਹਦਾ ਜਵਾਬ ਇਹੀ ਹੈ ਕਿ ਉਹਨਾਂ ਨੇ ਉਹ ਵਕਤੀ ਤੌਰ ਤੇ ਬਿਲਕੁਲ ਇੰਜ ਕੀਤਾ ਸੀ, ਲੇਕਿਨ ਉਹਨਾਂ ਨੇ ਆਪਣੀ ਨਬੂਵਤ ਦਾ ਇਨਕਾਰ ਨਹੀਂ ਕੀਤਾ ਇਹਦੇ ਵਿੱਚ। ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿਉਂਕਿ ਹੁਣ ਮੈਂ ਨਬੀ ਨਹੀਂ ਰਿਹਾ ਇਸ ਵਜ੍ਹਾ ਨਾਲ ਇਹਨੂੰ ਕੱਟ ਦਿਓ। ਤਾਰਿਕ ਸਾਹਿਬ ਤੁਹਾਡਾ ਜਵਾਬ ਮੁਕੰਮਲ ਹੋ ਗਿਆ, ਹੁਣ ਉਸਤਾਦ ਨੂੰ ਵੀ ਗੱਲ ਕਰਨ ਦਿਓ। ਅੱਛਾ ਤੁਸੀਂ ਹੋਰ ਕੋ ਪੁੱਛ ਰਹੇ ਹੋ ਕਿਸੇ ਉਸੇ ਹਦੀਸ ਦੇ ਵਿੱਚ ਲਿਖਿਆ ਹੈ ਕਿ ਨਬੀ अलैहिस्सलातु वस्सलाम ने फरमाया कि इत्थों मुहम्मद रसूलुल्लाह कट दे, मैं अल्लाह दा रसूल ते हाँ ही, मैं अल्लाह दा रसूल ते हाँ ही, कोई मैं तो नहीं कि भाई ਉਹਦੇ ਤੋਂ ਥੱਲੇ ਟੁਰ ਚੱਲਿਆ ਮੈਂ ਨਬੂਵਤ ਦਾ ਦਾਅਵਾ ਛੱਡ ਦਿੱਤਾ, ਇਹ ਤਾਂ ਗੱਲ ਹੀ ਨਹੀਂ ਹੈ। ਉੱਥੇ ਹੀ ਲਿਖਿਆ ਹੈ, ਇਹ ਨਹੀਂ ਕਿ ਬਾਅਦ ਕਿਸੇ ਨੇ ਅਟਕਲ ਪੁੱਛੀ। ਕਹਿੰਦੇ ਨੇ ਮਿਰਜ਼ਾ ਸਾਹਿਬ ਦਾ ਵੀ ਮਕਸੂਦ ਸੀ, ਉਹਨਾਂ ਨੇ ਜਿੱਥੇ ਕਿਹਾ ਕਿ ਨਹੀਂ ਮਿਰਜ਼ਾ ਸਾਹਿਬ ਤੇ ਨਬੂਵਤ ਦਾ, ਉਹ ਭਾਈ ਸਾਹਿਬ ਮਿਰਜ਼ਾ ਸਾਹਿਬ ਦੇ ਉੱਤੇ ਇਲਜ਼ਾਮ ਹੀ ਇਹ ਸੀ ਕਿ ਤੁਸੀਂ ਨਬੂਵਤ ਦੇ ਮਦਈ ਹੋ ਤੇ ਨਬੂਵਤ ਦਾ ਦਾਵਾ ਉਹ ਕਹਿੰਦੇ ਸੀ ਮੈਂ ਨਹੀਂ ਕੀਤਾ, ਮੈਂ ਕਿਹਾ ਮੈਂ ਮੁਹੱਦਸ ਹਾਂ ਤੇ ਮੁਹੱਦਸ ਇੱਕ ਕਿਸਮ ਦਾ ਨਬੀ ਹੁੰਦਾ। ਗੱਲ ਅਸਲ ਸਮਝੋ, ਉਹ ਕਹਿੰਦੇ ਸੀ ਮੈਂ ਨਬੂਵਤ ਦਾ ਦਾਵਾ ਹੀ ਨਹੀਂ ਕੀਤਾ। ਉਲਮਾ ਕਹਿੰਦੇ ਸੀ ਤੁਸੀਂ ਨਬੂਵਤ ਦਾ ਦਾਵਾ ਕੀਤਾ ਆਪਣੇ ਰਸਾਲਾ ਫਤਹ ਇਸਲਾਮ 'ਚ। ਇਸ ਗੱਲ ਉੱਤੇ ਜਿਸ ਵੇਲੇ ਉਹਨਾਂ ਨੇ ਕਿਹਾ ਕਿ ਮੁਹੱਦਸ ਵੀ ਨਬੀ ਹੁੰਦਾ ਤੇ ਮੇਰਾ ਦਾਵਾ ਸਿਰਫ ਮੁਹੱਦਸ ਹੁੰਦਾ ਹੈ, ਜਦੋਂ ਮੌਲਾਨਾ ਅਬਦੁਲ ਹਕੀਮ ਕੁਲਾ ਨੂਰੀ ਨੇ ਸਾਬਤ ਕੀਤਾ ਕਿ ਮੁਹੱਦਸ ਨਬੀ ਨਹੀਂ ਹੁੰਦਾ, मुहद्दस गैर नबी है, तो मिर्जा साहब ने आख्या इश्तिहार छाप दिता कि जहां जहां लफ्ज नबी लिखा हुआ है उसे काटा हुआ ख्याल करे, उसकी जगह मुहद्दस कर दे। मिर्जा साहब ने उदों आख्या। हाँ जी, ये तो बकायदा उत्ते दावा ही नबूवत दा सी जो तक इख्तलाफ होया सी। नहीं ठीक हो गया। रूहानी खजान जिल्द 22 के अंदर तारिक साहब अगर तुम ज़्यादा तखसीस कर सको कि सफ़ा नंबर की तो मनो आसानी हो जाएगी। हाँ मैं तुम देना सफ़ा, एक मिनट है। जितनी देर तारक साहब कढ़ रहे ने, मेरा सवाल है कि कुछ मरज़ई जेड़े मरज़ई आपस में लड़ रहे ने ते खलीफा केड़े बाग दी मूली है, वो किस ते बैठा, क्यों नहीं कोई डायरेक्शन इशू करदा कि ਅਸੀਂ ਕੀ ਮੰਨਦੇ? खलीफा रोटियां चेक करदा रहो, ਉਹਦੇ ਕੋਲ टाइम नहीं है। नहीं राजा साहब मुसलमान नहीं लड़ते एक दूसरे दिन, ਤਾਂ ਕੀ ਗੱਲ ਹੋ ਗਈ ਅਗਰ ਕੋਈ ਅਹਿਮਦੀ ਕਿਸੇ ਨਾਲ ਇਖਤਲਾਫ ਕਰੇ? ਅਗਰ ਅਸੀਂ ਬੇਸਿਕ ਪ੍ਰਿੰਸੀਪਲ ਜਿਹੜਾ ਸਾਡਾ ਸਾਰਿਆਂ ਦਾ ਸੇਮ ਹੈ, ਅਸੀਂ ਤੇ ਉਸੇ ਤੇ ਕੋਈ ਨਹੀਂ ਲੜਦੇ, ਬਿਲਕੁਲ ਨਹੀਂ ਲੜਦੇ। ਬੇਸਿਕ ਪ੍ਰਿੰਸੀਪਲ ਸੇਮ ਹੈ ਸਾਡੇ ਤੇ ਉਸਤਾਦ ਜਿਹੜਾ ਅਹਿਮਦੀ ਜਾ ਕੇ ਪੁੱਛਦੇ ਨੇ ਭਾਈ ਜਿਹੜੀ ਸਾਡੀ ਤੇ ਤੁਹਾਡੀ ਖੁਦਾ ਸ਼ਨਾਸੀ ਦਾ ਵੀ ਫਰਕ ਹੈ, ਤੇ ਜਿਹੜੀ ਖੁਦਾ ਸ਼ਨਾਸੀ ਅਹਿਮਦ ਰਜ਼ਾ ਬਰੇਲਵੀ ਨੇ ਕੀਤੀ ਹੈ ਵਹਾਬੀਆਂ ਦੇ ਖੁਦਾ ਦੀ ਖੁਦਾ ਸ਼ਨਾਸੀ ਦਾ ਕਾਇਲ ਇਹ ਸਫਾ ਹੈ 689 ओके अरबी है वो सुमैत नबिया मिन अल्लाह अला तरीक़िल मजाज ला अला वजह हकीका। ये तकरीबन दरमियान में से 2 लाइनें नीचे जाएंगे ना तो वहां पे अरबी का कलाम है इनका। इस्तफ्ता ज़मीमा हकीकतुल वही। ये गल ठीक है कि मिर्जा साहब ने ਜਿਹੜੀ ਨਬੂਵਤ ਦਾ ਦਾਵਾ ਕੀਤਾ ਹੈ ਉਹਨੂੰ ਉਹਨਾਂ ਨੇ ਨਬੂਵਤ ਹਕੀਕੀ ਨਹੀਂ ਮੰਨਿਆ। ਹਕੀਕੀ ਤੌਰ ਤੇ ਨਬੂਵਤ ਦਾ ਦਾਵਾ ਕਰਨ ਤੋਂ ਉਹਨਾਂ ਨੇ ਇਨਕਾਰ ਕੀਤਾ ਹੈ। ਗੱਲ ਉਹਨਾਂ ਨੇ इनकार किया है। हकीकी दा हर बार बार इनकार कर, बार बार मैं कहता हूँ ये हकीकत पर महमूल नहीं है, बार बार कहता हूँ। ये गल सही है। अगर बार बार अगर उन्होंने ऐश को क्लियर किया है तो फिर भी एक जमात ते फतवा ला के उन्होंने रिंग तो बाहर करना, बातरा ते हतरा तो बाहर करना, फिर ओदा की बात जिन्होंने बाहर कढ़े है ना उन्होंने इस वजह करे कि जमात वाले खुद कह रहे ने को नबी ने, बल्कि वो तो कहते सारे अंबिया तो अफजल ने, उससे फतवा लगा है। मिर्जा साहब की कह रहे ने वो तो पीछे रह गई ना गल, जो जमात वाले पेश कर रहे ने वो तो है कि मिर्जा साहब तमाम अंबिया तो अफजल हो गए, ऐसे ही से फतवा लगा है। मिर्जा साहब की कह रहे ने भी उन्होंने मनन वाले की कह रहे ने वो है असल गल। ਹੁਣ ਤੁਸੀਂ ਬਾਰ-ਬਾਰ ਪੁੱਛਨੇ ਆ ਨਾ ਕਿ ਉਹ ਜਿਹੜਾ ਜਾਹਿਲ ਮੁਖਾਲਫ ਇਲਜ਼ਾਮ ਲਾਉਂਦੇ ਸੀ, ਹਾਂ ਹੁਣ ਉਹ ਇਲਜ਼ਾਮ ਸੱਚੇ ਨੇ ਕਿ ਝੂਠੇ ਨੇ? ਜਾਹਿਲ ਮੁਖਾਲਫ ਇਹ ਇਲਜ਼ਾਮ ਲਾਉਂਦੇ ਸੀ ਨਾ ਕਿ ਮਿਰਜ਼ਾ ਸਾਹਿਬ ਨੇ ਨਬੂਵਤ ਦਾ ਦਾਵਾ ਕੀਤਾ, ਮਿਰਜ਼ਾ ਸਾਹਿਬ ਨੇ ਨਹੀਂ ਕੀਤਾ। ਹੁਣ ਮਰਜ਼ਈਆਂ ਨੇ ਪੁੱਛਿਆ ਭਲਾ ਕੀਤਾ ਕਿ ਨਹੀਂ ਕੀਤਾ? मिर्जाई तो कहते नबूवत का दावा भी किया, नबी सब तो अफजल भी हो गए और जारी भी है।
ਸਾਰਾ ਕੁਝ ਇਹਨਾਂ ਨੇ ਖੁਦ ਹੀ ਬਣਾਇਆ ਮਰਜ਼ੀਆਂ ਨੇ। ਅੱਜ ਅੰਸਰ ਰਜ਼ਾ ਜਿਹੜਾ ਹੈ ਨਾ ਉਹ ਬਰਾੜ ਲਗਾਏਗਾ ਲੋਰੀ 689 ਤੁਸੀਂ ਦੱਸਿਆ ਨਾ ਸਫਾ ਫਰਕ ਸਾਹਿਬ 6689 ਲੋਰੀ ਜਮਾਤ ਦੇ ਖਿਲਾਫ ਜਿਹੜਾ ਨਾ ਅੱਜ ਉਹ ਬਰਾੜ ਲਗਾਏਗਾ। 689 ਸਫਾ ਸਾਰਾ ਅਰਬੀ ਵਿੱਚ ਹੈ ਤੇ ਸਮਝ ਅਰਬੀ ਚ ਹੈ। ਹਾਂ ਤੇ ਉੱਥੇ ਤੁਸੀਂ ਅਗਰ ਜਾਓ ਨਾ ਸਭ ਤੋਂ ਥੱਲੇ ਵਾਲੀ ਤਕਰੀਬਨ 1 2 3 4 5 ਥੱਲਿਓਂ ਜਿਹੜੀ 5ਵੀਂ 6ਵੀਂ ਸਤਰ ਹੈ ਉੱਥੇ ਲਿਖਿਆ। आमिर भाई ये नजीर साहब ने क्यों उतार देता है? किसी ने नहीं उतारा, बुला आप ही तशरीफ ला गए। जिथे लिखे आल मकाम जगह चाहिए हो तो मुझे उतार। हाँ हाँ मीन बिल्कुल आगे मुस्तफविया आगे लिखो देखो मुस्तफविया वसमीत व नबिया मुझे कहता मैं सिर्फ सुन रहा अला तरीक अल मजाज अला वजह अल हकीका। हाँ ये वो मतलब ये अल्लाह ताला वालों मैनू नबी दा नाम दिता गया है मजाज दे तरीक ते हकीकी तौर पर नहीं। हाँ अच्छा 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 नबी बनाया गया भी नहीं। वो कहते नबी दा नाम सिर्फ दिता गया कि कितने नहीं उन्होंने लिखा कि मैनू खुदा ने नबी बनाया। मतलब है कि ठीक हो गया अगर तुसी तारिक साहब अगर इस शय ਨੂੰ ਤੁਸੀਂ ਸਹੀ ਮੰਨਦੇ ਹੋ ਜਾਂ ਮਿਰਜ਼ਾ ਸਾਹਿਬ ਦੀ ਇਸ ਤਾਲੀਮ ਨੂੰ ਤੁਸੀਂ ਪੇਸ਼ ਕਰਦੇ ਹੋ ਔਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਖਾਤਮ ਨਬੀਨ ਵੀ ਮੰਨਦੇ ਹੋ ਔਰ ਉਹਨਾਂ ਦੇ ਬਾਅਦ ਕਿਸੇ ਨਵੇਂ ਨਬੀ ਆਉਣ ਦੇ ਕਾਇਲ ਵੀ ਨਹੀਂ ਹੋ ਤੇ ਕੀ ਸਾਡੇ ਉਸਤਾਦ ਤੁਹਾਨੂੰ ਮੁਸਲਮਾਨ ਮੰਨ ਲੈਂਦੇ ਨੇ? भाई ये देखे ना एक फजूल सवाल है आपका। वो आपका उस्ताद मुझे क्या मानने मेरी जूती पर है। आपका उस्ताद कोई फर्क नहीं पड़ता। हाँ लेकिन भाई वो जो मर्जी मान ले मेरे लिए तो वो फासिक है। आप उसको उस्ताद बनाए या बाप बनाए। सवाल तो उस्ताद के कोलों है तो पूछ लेना उस्ताद। ए शिगिर्द होए ए अली यार ਮੈਨੂੰ ਆਪ ਪਤਾ ਹੋ ਕਿ ਉਹਦੇ ਰਮੈਂਟ ਯਾਰ ਆਪ ਗਾਲਾਂ ਪਾਉਂਦਾ। ਉਹੀ ਨਾ ਅਮਨ ਨਜ਼ੀਰ ਸਾਹਿਬ ਹੈ ਇੱਕ ਹੋਰ ਹਵਾਲਾ ਮਿਲ ਗਿਆ ਕਿ ਮਿਰਜ਼ਾ ਸਾਹਿਬ ਤੇ ਆਪਣੇ ਆਪ ਨੂੰ ਨਬੀ ਮੰਨਦੇ ਹੀ ਨਹੀਂ। ਉਹ ਕਹਿੰਦੇ ਨੇ ਕਿ ਮੈਂ ਮਜਾਜ਼ ਦੇ ਤੌਰ ਤੇ ਮੈਨੂੰ ਇੱਕ ਨਾਂ ਦਿੱਤਾ ਗਿਆ ਨਾ ਕਿ ਮੈਂ ਨਬੀ ਹਾਂ। ਮਰਜ਼ਾਈ ਨੂੰ ਪੁੱਛਣਾ ਮਰਜ਼ਾਈ ਕਿਉਂ ਮੰਨਦੇ ਨੇ? ਉਹ ਮਰਜ਼ਾਈ ਨਹੀਂ ਨਾ ਮੰਨਦੇ ਮੁਸੀਬਤ ਹੈ। 4-5 ਹਵਾਲੇ ਦੇ ਚੁੱਕੇ ਕਿ ਮਿਰਜ਼ਾ ਸਾਹਿਬ ਤਾਂ ਇਹੀ ਕਹਿ ਰਹੇ ਨੇ ਪਰ ਮਰਜ਼ਾਈ ਨਹੀਂ ਮੰਨਦੇ। ਇਲਜ਼ਾਮ ਨਾ ਲਓ ਇਲਜ਼ਾਮ ਨਾ ਲਓ ਪੁੱਛਦੇ ਨੇ ਖਾਦਮ ਸਾਹਿਬ ਉਹ ਹਵਾਲਾ ਦੇ ਦਿੱਤਾ। ਦੇਖੋ ਮਿਰਜ਼ਾ ਸਾਹਿਬ ਕਿਸ ਤਰ੍ਹਾਂ ਮਤਲਬ ਇੱਕ ਵਾਜ਼ਿਆ ਤੌਰ ਤੇ ਇਸ ਚੀਜ਼ ਦੀ ਨਫੀ ਕਰ ਰਹੇ ਨੇ ਕਿ ਮੈਂ ਨਬੀ ਨਹੀਂ ਹਾਂ ਮੈਨੂੰ ਨਬੀ ਦਾ ਨਾਮ ਨਹੀਂ ਦਿੱਤਾ ਗਿਆ। ਅਗਰ ਦਿੱਤਾ ਗਿਆ ਮਜਾਜ਼ ਦੇ ਤੌਰ ਤੇ ਇਹਦੀ ਇੱਕ ਮਿਸਾਲ ਤੁਹਾਨੂੰ ਦੇਣਾ ਪਾਕਿਸਤਾਨ ਵਿੱਚ ਕੁਝ ਔਰਤਾਂ ਕਹਿੰਦੀਆਂ ਨੇ ਕਿ ਮਤਲਬ ਇੱਕ ਗੱਲ ਮਸ਼ਹੂਰ ਹੁੰਦੀ ਹੈ ਕਿ ਜਿਹੜਾ ਖਾਵੰਦ ਹੁੰਦਾ ਹੈ ਉਹ ਇੱਕ ਮਜਾਜ਼ੀ ਖੁਦਾ ਹੁੰਦਾ ਹੈ। ਇਸ ਤਰ੍ਹਾਂ ਮਿਰਜ਼ਾ ਸਾਹਿਬ ਕਹਿ ਰਹੇ ਨੇ ਮੈਨੂੰ ਨਬੀ ਇੱਕ ਮਜਾਜ਼ ਦੇ ਤੌਰ ਤੇ ਮੇਰੇ ਵਾਸਤੇ ਲਫ਼ਜ਼ ਨਬੀ ਇਸਤੇਮਾਲ ਕੀਤਾ ਗਿਆ ਮੈਂ ਨਬੀ ਨਹੀਂ ਹਾਂ। तो मैं भी यही कह रहा कि मिर्जा साहब का तो नबूवत का दावा ही नहीं थे। तुसी कह रहे हो जी मिर्जा साहब ने नबूवत का दावा किया मसले दो ने ना वो उन्होंने लान तान का वो तो मैं किस तरह करा आमर नज़ीर नहीं कह रहे उन्होंने दावा किया है। आमर नज़ीर कह रहे मिर्जा ही है दावा कहंदे ने कि अच्छा गल सुनो ना आमर साहब दा खुद दा भी मौकफ है ना कि उन्होंने नबी होने का दावा किया है। ट्रू मुस्लिम साहब ਤੁਹਾਡੇ ਵਰਗਾ ਇੱਕ ਮਿਰਜ਼ਾ ਸਾਹਿਬ ਦਾ ਮੁਰੀਦ ਸੀ ਠੀਕ ਹੈ ਨਾ ਉਹਦੇ ਕੋਲ ਲੋਕਾਂ ਸਵਾਲ ਉਹਨਾਂ ਆਖਿਆ ਤੁਹਾਡਾ ਗੁਰੂ ਮਸੀਹ ਨਬੀ ਹੋਣ ਦਾ ਦਾਵਾ ਕਰਦਾ ਹੈ ਤੇ ਉਸ ਆਖਿਆ ਜੀ ਮਾੜੇ ਗੁਰੂ ਦਾ ਨਬੀ ਹੋਣ ਦਾ ਦਾਵਾ ਕੋਈ ਨਹੀਂ ਜੇ। ਗੱਲ ਆ ਗਈ ਮਿਰਜ਼ਾ ਸਾਹਿਬ ਕੋਲ ਉਹਨਾਂ ਆਖਿਆ ਤੂੰ ਗਲਤ ਜਵਾਬ ਦਿੱਤਾ ਹੈ। ਇਹ ਮੁਤਲਕਨ ਇਨਕਾਰ ਨਹੀਂ ਕਰਨਾ ਨਬੂਵਤ ਦਾ ਦਾਵਾ ਨਹੀਂ ਸੀ ਤੂੰ ਉਹਦਾ ਜਵਾਬ ਦਰੁਸਤ ਸੀ ਜੇ ਦਾਵਾ ਹੈ ਸੀ ਤੇ ਜਵਾਬ ਗਲਤ ਸੀ ਨਾ ਨਹੀਂ ਤਾਂ ਮੁਤਲਕਨ ਇਨਕਾਰ ਹੁੰਦਾ ਨਾ ਉਹਨੂੰ ਕੋਈ ਜੁੜਵਾਇਆ ਨਹੀਂ। हाँ जी क्योंकि उन्होंने मुतलक अगर इनकार कर सकते थे क्योंकि नबी का नाम तो उन्होंने दिया गया है लेकिन मजाजी तौर पे है पूरी गल मजाजी मान लो या जिल्ली मान लो या बरूजी मान लो हकीकी नबी उन्होंने नहीं किया गया ना मिर्जा साहब नु हकीकी नबी वो बिल्कुल नहीं है बार बार इनकार कर रहे हैं। मैं कह रहा अपने बंदे नु ये मान नहीं रहे ये कह रहे ने जी उन्होंने नबी होने दा दावा कीता नबी ते आ नहीं सकदा कि मिर्जाई अगर जे मान जाए तो उन्होंने खिलाफत हो जाती है ना मिर्जाई मजबूर ने बेचारे उन्होंने कजाब का वो कजाब कहिए तुसी कह रहे हो उन्होंने लानत भेजो ये जबरदस्ती उन्होंने दे उत्ते मतलब चढ़ाई कर रहे हो ना। ओ गल सुनो ना मैनू एक गल समझा दो जिसले मुरीद ने उन्होंने नबूवत का इनकार किया तो मिर्जा साहब ने सा जुटलाया क्यों में मैं गल समझा दो क्यों उस आखे तू गलत है मैं गल दा ते कोई हवाला रेफरेंस नहीं ਤੁਹਾਡੇ ਕੋਲ ਆ ਚੌਹਾਨ ਸਾਹਿਬ ਹਵਾਲਾ ਹੁਣੀ ਦੇਣੇ ਹਵਾਲਾ ਹੁਣੀ ਦੇਣੇ ਹਵਾਲਾ ਦਿੱਤਾ अगर तुसी कहोगे ना मिर्जा साहब नबी नहीं है मैं मिर्जा साहब इनकार करोगे महज तो भी गलत है क्योंकि मुकालमा मुखातबा इलाही है तो मुशर्रफ और मामूर भी नहीं और चौहान साहब मजाजी तौर पे उन्होंने नबी का नाम भी दिता गया अल्लाह जरा होल्ड रखो ना होल्ड रख के ना करो बिस्मिल्लाह किसी वेले हवाला ਤੁਹਾਨੂੰ ਅਸੀਂ ਵਿਖਾ ਦੇਣੇ ਆ ਬਿਸਮਿल्लाह 1 मिनट होल्ड रखो जरा किस चीज का हवाला
जेल दी नंबर 18 खोलो। कि कंफ्यूजन ही पै गई है वैसे। मलिक कैसर यार वाला अपना मलिक साहब दया करो ना कह के एक गलती का ज़ाला था पहला सफा खोलो। तमाम तहरीर से मतलब मेरा ये है। हाँ नहीं पहला सफा पहला। अच्छा पहला सफा जो मर्जी कर। अंसर रजा मरबी जिहड़ा है ना वो कह रहे हैं कि सारे नबियां तो अफजल ने। वो ऑडियो क्यों नहीं लगाते? मेरे को मौजूद नहीं है दूसरा फोन वरना मैं लगा देंदा। अंसर रजा तो कहता जी वो बिल्कुल उस तरह नबी ने और उन्होंने जिहड़ा कलाम नाजिल होंदा है कुरान पाक है। अंसर तो यह भी कह रहे थे कि हकीकी नबी ने। हाँ हकीकी नबी। हाँ तो मिर्जा साहब जेडे ने वो अब कह रहे हैं बार मैं कहता हूँ हकीकत पर मामूल नहीं है। डाक मास्टर साहब ऊपर तो शरीफ लाए आपकी फरमाइश आ रही है। वो कह रहे ने कि सारा काम जो है ना लाहौर जमात पा रही है और आप जल्द 18 सफा 206 वे जल्द 18 सफा 206 जिल्द 18 सफा 206। हाँ ये जैसे तारफ लिखे ना उत्थे भी यही गल लिखी जे। नहीं तारफ तो फिर मिर्जा साहब का नहीं है ना। नहीं उसे भारत नकल हुई है ना मिर्जा साहब नहीं ऐ सामने लगी है भारत नकल हुई है। हाँ 18/206। आमिर भाई अंसर रजा दी ऑडियो तो सुना दियो क्योंकि मैं जिस तरह उत्थे पहुंचा अपलोड उन्होंने ते यह गल हो चुकी सी मगर मैनू पता चल गया कि ना गल की कि अब्दुल्ला को दुआ करो ये खत्मे नमूद मुजाहिद सारे अमीर हो जाने ना को दो मोबाइल होण तां टिकटॉक ते आन करो। अमरीका बैठे बंदे भी कहंदे ने साडे कोल मोबाइल एक के आहो उन्हें आख्या ऊँट ते चढ़ी जानी है होर तेनू सियाणियां दी कहावत है कि बंदा दरिया च डुबना होवे ना तुसां किनारे ते बह के मशवरे नहीं देई दे गाओ के ओदी बाह फड़ी एक्सीडेंट करा देंगे ओदा। ਜਿਹੜੀ ਗੱਲ ਮੈਂ ਕੀਤੀ ਉਹ ਜਿਹੜੀ ਮੋਬਾਈਲਾਂ ਦੇ ਪਾਸੇ ਸਾ ਰੱਖੋ ਨਾ ਵੀ ਉਹਨਾਂ ਮਸ਼ਵਰੇ ਨਹੀਂ ਦਿੱਤੇ ਵਿੰਦੇ ਅੱਗਾ ਉਹਨਾਂ ਦੀ ਬਾਹ ਫੜੀ ਦੀ ਉਹਨਾਂ ਕੋਲ ਮੋਬਾਈਲ ਹੈ ਕਿ ਤਨਾ ਦੋ ਦੇ ਹੀ ਦੇਣੇ। ਠੀਕ ਹੈ ਅਮਰੀਕਾ ਵਾਲਿਆਂ ਨੇ ਅਸੀਂ ਟੋਲਨੇ ਆ। खुदा ताला की वो पाक वही जो मेरे पर नाजिल होती है उसमें ऐसे लफ्ज रसूल अगर तो मिर्जा साहब का नबूवत होने का किसी किस्म का कोई दावा नहीं सी ना तो मुतलकन इनकार बनता सी। उन्होंने मुकालमा मुखासबा इलाहिया भी नहीं होया इस तो यह मुराद होएगा अगर मुतलकन इनकार किया जाए इसलिए मुकालमा मुखातबा इलाहिया ते मुशर्रफ होके वो मामूर ने इस वजह ना इस्तारा दे रंग च उन्होंने नबी का नाम दिता गया मजाज के तौर पर। यानी नबी को बंदा पूछे तो ना भी नहीं करनी तो हाँ भी नहीं करनी की करना
नहीं दस दिता है मुकालमा मुखातबा इलाहिया तो मुशर्रफ होके मामूर होना तजदीद दीन वास्ते ए नबी जवाब है लभदा है भी वो कुरान पाक भी पढ़ लेंदी है, हांडी भी पका लेंदी है, रोटी भी पका लेंदी है, घर दी सफाई। सवाल है वे डॉक्टर है कि नहीं? ਅਸੀਂ ਸਵਾਲ पे करने हैं मिर्जा साहब ਦਾ ਦਾਵਾ ਨਬੂਵਤ ਹੈ ਕਿ ਨਹੀਂ? हाँ मैं ਤੁਹਾਡੀ अकल ते मैं रो नहीं सकता क्योंकि मैं मिर्जाइयां ਨੂੰ ਰੋਵਾਂ ਜਿਹੜੇ ਮਿਰਜ਼ਾ ਸਾਹਿਬ ਨੂੰ ਮੰਨਣ ਦੇ ਬਾਅਦ ਉਹ ਗੱਲਾਂ ਕਰਦੇ। मैं ਤੁਹਾਡੀ अकल ਦਾ मैं ਕੀ ਕਰਾਂ, ਤੁਸੀਂ ਜੋ ਮਰਜ਼ੀ ਸਮਝਦੇ ਹੋ। मिर्जाई मान के उन्होंने तो इनकार कर रहे ने थे तुसी ते वैसे ही मुनकर वो तर्जुमान है जो मिर्जा साहब की जमात ਆਗੇ ਤੁਹਾਡੇ ਨੇ ਹੁਣ ਕਿਸੇ ਤਰਜਮਾਨ ਦੀ ਲੋੜ ਨਹੀਂ ਹੈ। ਨਹੀਂ ਟਰੂ ਮੁਸਲਮ ਹੈ ਬੈਠੇ ਦੇ ਨਾ ਇਹ ਟਰੂ ਮੁਸਲਮ ਨੂੰ ਦੱਸੋ। ਬੱਚਿਆਂ ਨੂੰ ਉਹਨਾਂ ਦੀ ਔਲਾਦ ਨੂੰ ਗਾਲਾਂ ਕੱਢਦੇ ਲੇਕਿਨ ਮਿਰਜ਼ਾ ਸਾਹਿਬ ਕੇ ਸੱਚੇ ਪੈਰੋਕਾਰ ਹੈ, ਸੱਚੇ नहीं जड़ा मंदा हुंदा गाल नहीं कर सकता। अच्छा गाल सुन तू मुस्लिम साहब औलाद ओदे गले च मैं जुत्तियां दे हाथ पावांगा, फुल्लां दे हाथ नहीं पावांगा। ना फाशे को औलाद नड़ी ना डट्टा ना